ਫਿਰ ਪੰਜਾਬੀ ਨੈਸ਼ਨਲਿਟੀ ਦਾ ਕੁਐਸਚਨ ਕਿਉਂ ਨਹੀਂ ਬਣਿਆ? ਪੰਜਾਬ ਸਿੱਖ ਨੈਸ਼ਨਲਿਟੀ ਦਾ ਕੁਐਸਚਨ ਕਿਉਂ ਬਣ ਗਿਆ? ਜਾਂ ਸਿੱਖ ਨੈਸ਼ਨਲਿਜ਼ਮ ਦਾ ਕੁਐਸਚਨ ਕਿਉਂ ਬਣ ਗਿਆ? ਦੇਖੋ ਸਿੱਖ ਨੈਸ਼ਨਲਿਜ਼ਮ ਪੰਜਾਬੀ ਨੈਸ਼ਨਲਿਜ਼ਮ ਦੀ ਤਾਂ ਗੱਲ ਚੱਲ ਸਕਦੀ, ਉਹ ਕਿਉਂ ਨਹੀਂ ਚੱਲੀ? ਸਿੱਖ ਨੈਸ਼ਨਲ ਮੈਂ ਦੱਸਦਾ, ਸਿੱਖ ਨੈਸ਼ਨਲਿਜ਼ਮ ਕੋਈ ਚੀਜ਼ ਨਹੀਂ। ਸਿੱਖਾਂ ਦੇ ਅੰਦਰ ਇੱਕ ਫਿਰਕੂ ਲਹਿਰ ਖੜੀ ਕੀਤੀ ਗਈ, ਜਿਵੇਂ ਦੇਸ਼ ਦੇ ਅੰਦਰ RSS ਨੇ 47 ਤੋਂ ਲਾ ਕੇ ਇੱਕ ਹਿੰਦੂ ਸ਼ਾਵਨਵਾਦ ਖੜਾ ਕੀਤਾ, ਆਈ ਪੰਜਾਬ ਦੇ ਅੰਦਰ ਇੱਕ ਸਿੱਖ ਫਿਰਕੂ ਲਹਿਰ ਖੜੀ ਕੀਤੀ ਗਈ। ਮੇਰੇ ਇੱਕ ਸਵਾਲ ਤਾਂ ਸੁਣ ਲਓ, ਇਹ ਟਰਨ ਕਿਉਂ ਹੋ? ਮੈਨੂੰ ਇਹ ਥੋੜਾ ਤੁਸੀਂ ਨੂੰ ਅੰਡਰਸਟੈਂਡ ਕਰ ਦਿਓਗੇ ਕਿ ਕਿਉਂ ਪੰਜਾਬੀ ਨੈਸ਼ਨਲਿਟੀ ਦਾ ਕੁਐਸਚਨ ਪੰਜਾਬੀ ਨੈਸ਼ਨਲਿਟੀ ਤੇ ਖੜਾ ਨਹੀਂ ਰਿਹਾ? ਉਹ ਤਿਲਕ ਕੇ ਉੱਥੇ ਚਲਾ ਗਿਆ ਜਾਂ ਉੱਥੇ ਸੀਗਾ ਉਹ ਜਦੋਂ ਐਪਿਕ ਸੈਂਟਰੀ ਉਹ ਸੀਗਾ? ਨਹੀਂ, ਪੰਜਾਬੀ ਨੈਸ਼ਨਲਿਟੀ ਦੇ ਜਿਹੜੇ ਇਸ਼ੂ ਸੀਗੇ ਉਹ ਇਸ ਕਰਕੇ ਤਿਲਕ ਕੇ ਉੱਥੇ ਗਿਆ, ਜਾਂ ਐਂ ਕਹ ਲਓ ਵੀ ਤਿਲਕ ਕੇ ਜਾਣ ਨਾਲ ਕਿਉਂਕਿ ਅਗਲਿਆਂ ਦਾ ਕਲੇਮ ਹੈ ਐਪਿਕ ਸੈਂਟਰ ਉਹ ਸੀਗਾ। ਨਹੀਂ, ਉਹ ਪੰਜਾਬੀ ਨੈਸ਼ਨਲਿਟੀ ਦਾ ਇਸ਼ੂ ਨਹੀਂ ਹੈ, ਉਹ ਇੱਕ ਧਾਰਮਿਕ ਲਹਿਰ ਹੈ। ਅਨੰਦਪੁਰ ਦਾ ਮਤਾ, ਅਨੰਦਪੁਰ ਦੇ ਮਤੇ ਦਾ ਕੋਈ ਸੰਬੰਧ ਨਹੀਂ ਪੰਜਾਬੀ ਨੈਸ਼ਨਲਿਟੀ। ਪਾਣੀਆਂ ਦਾ ਮਸਲਾ, ਜਿਵੇਂ ਉਹਦੇ 'ਚ ਪਾਣੀਆਂ ਦਾ ਮਸਲਾ ਜਿਹੜਾ ਏਰੀਆਜ਼ ਦਾ ਮਸਲਾ ਗਾ, ਉਹ ਤਾਂ ਪੰਜਾਬੀ ਕਮਿਊਨਿਟੀ ਦੇ ਇਸ਼ੂ ਮੈਂ ਉਹੀ ਦੱਸਣ ਲੱਗਿਆ। ਪੰਜਾਬੀ ਨੈਸ਼ਨਲ ਧਾਰਮਿਕ ਮੰਗਾਂ ਤੋਂ ਥੋੜੀਆਂ ਹੋਣਗੀਆਂ, ਸਾਰੀਆਂ ਤਾਂ ਨਹੀਂ ਸੀ। ਨਹੀਂ, ਧਾਰਮਿਕ ਮੁੱਖ ਤੌਰ ਤੇ ਉਹਦੇ 'ਚ ਧਾਰਮਿਕ ਮੰਗਾਂ। ਕੌਣ ਦੱਸੂਗਾ ਕਿ ਨੈਸ਼ਨਲਿਟੀ ਕੀ ਹੁੰਦੀ ਹੈ? ਕਿਉਂਕਿ ਤੁਹਾਡੀ ਨੈਸ਼ਨਲਿਟੀ ਦੀ ਡੈਫੀਨੇਸ਼ਨ ਹੋਰ ਸਕਦੀ, ਉਹਨਾਂ ਦੀ ਹੋਰ ਹੈ। ਇਸ ਡਿਬੇਟ ਦਾ ਅੰਤਮ ਨਿਪਟਾਰਾ ਤਾਂ ਕਿਸੇ ਨੇ ਨਹੀਂ ਦੱਸਣਾ, ਅੰਤਮ ਨਿਪਟਾਰਾ ਤਾਂ ਪ੍ਰੈਕਟਿਸ 'ਚ ਹੀ ਹੋਣਾ, ਲੋਕਾਂ 'ਚ ਹੀ ਹੋਣਾ। ਉਹਨਾਂ ਨਾਲ ਗੱਲ ਹੁੰਦੀ ਆ, ਉਹ ਪੂਰੇ ਫੇਜ਼ 'ਚ ਇਹ ਕਹਿੰਦੇ ਆ ਕਿ ਵਿਕਟਮ ਕੌਣ ਆ, ਦੱਸੋ ਅਸੀਂ ਆ ਜਾਂ ਇੰਡੀਅਨ ਸਟੇਟ ਆ ਗਿਆ, ਅਸੀਂ ਵਿਕਟਮ ਆ ਗਏ। ਨਹੀਂ, ਇੰਡੀਅਨ ਸਟੇਟ ਨੂੰ ਤਾਂ ਕੋਈ ਵਿਕਟਮ ਨਹੀਂ ਕਹਿੰਦਾ, ਵਿਕਟਮ ਪੰਜਾਬੀ ਨੈਸ਼ਨਲਿਟੀ ਆ। ਇੱਥੋਂ ਦੇ ਹੁਕਮਰਾਨ ਜਗੀਰਦਾਰ ਨਹੀਂ ਗਏ ਵਿਕਟਮ, ਇਸ ਗੱਲ 'ਚ ਹਮੇਸ਼ਾ ਫਰਕ ਰਹੂਗਾ। ਚੰਡੀਗੜ੍ਹ ਮੰਗਣ ਦੀ ਗੱਲ ਆਉਂਦੀ ਜਦੋਂ ਮੈਂ ਚੰਡੀਗੜ੍ਹ, ਹਾਂ ਮੈਂ ਤਾਂ ਆਪ ਕਹਿੰਦਾ ਵੀ ਅਸੀਂ ਕਹਿੰਦੇ ਵੀ ਚੰਡੀਗੜ੍ਹ ਮਿਲਣਾ ਚਾਹੀਦਾ। ਮੈਂ ਕਹਿੰਦਾ ਵੀ ਉਹ ਇਸ ਕਰਕੇ ਮੰਗਦੇ ਆ ਵੀ ਕਿਉਂਕਿ ਸਾਨੂੰ ਰਾਜਧਾਨੀ ਨਹੀਂ ਦਿੱਤੀ ਗਈ ਪੂਰੀ ਕੋਈ। ਮੈਂ ਕਿਹਾ ਜੀ ਇਹੀ ਫਰਕ ਹੈ, ਚੰਡੀਗੜ੍ਹ ਉਹਨਾਂ ਨੂੰ ਰਾਜਧਾਨੀ ਦੇ ਰੂਪ 'ਚ ਚਾਹੀਦਾ। ਅਸੀਂ ਕੌਣ ਹੁੰਦੇ ਆ ਰਾਜਧਾਨੀ ਵਾਲੇ? ਪੰਜਾਬ ਦੇ ਕਿਸਾਨ ਮਜ਼ਦੂਰ ਦਾ ਚੰਡੀਗੜ੍ਹ ਕੀ ਲੱਗਦਾ? ਕੋਈ ਰਾਜਧਾਨੀ ਨਹੀਂ। ਰਾਜਧਾਨੀ ਦਾ ਇੱਕ ਰੋਲ ਤਾਂ ਹੁੰਦਾ, ਰਾਜਧਾਨੀ ਕਹਿੰਦੇ ਜਿੱਥੇ ਹੁੰਦੀ ਆ ਉਹਦੇ ਆਲੇ ਦੁਆਲੇ, ਜਿਵੇਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ, ਸਭ ਤੋਂ ਵੱਧ ਰਿਚਨੈਸ ਉੱਥੇ ਆਈ, ਕਲਚਰਲ, ਲਿਟਰੇਚਰ, ਆਰਟ, ਹਰ ਚੀਜ਼ ਡਿਵੈਲਪ ਤਾਂ ਹੁੰਦੀ ਹੈ ਰਾਜਧਾਨੀ 'ਚ, ਚਾਹੇ ਉਹ ਐਲੀਟ ਕੋਲ ਹੀ ਹੋਵੇ। ਹਾਂ, ਫਿਰ ਪਰ ਡਿਵੈਲਪ ਤਾਂ ਹੁੰਦੀ ਹੈ ਨਾ, ਮਤਲਬ ਕਿਸੇ ਵੀ ਕੌਮ ਦੀ ਧਰੋਹਰ ਨੂੰ ਤੁਸੀਂ ਬੁਰਜੂਆਜੀ ਜਾਂ ਪ੍ਰੋਲੇਟੇਰੀਅਨ 'ਚ ਥੋੜੀ ਕੌਮ ਦੀ ਧਰੋਹਰ ਤਾਂ ਹੀ ਹੁੰਦੀ ਹੈ ਨਾ। ਉਸ ਤਾਂ ਐਲੀਟ ਦੀ ਡਿਵੈਲਪਮੈਂਟ ਨਾਲ ਜੋੜ ਲੈਣਾ ਚਾਹੀਦਾ ਪੰਜਾਬ ਦੇ ਕਿਰਤੀ ਕਿਸਾਨਾਂ ਨੂੰ, ਆਪਦੀ ਹੋਣੀ ਨੂੰ, ਵੀ ਜੇ ਐਲੀਟ ਦੀ ਡਿਵੈਲਪਮੈਂਟ ਹੋਊਗੀ ਥੋੜੀ ਬਹੁਤ ਤਾਂ ਟ੍ਰਿਕਲ ਡਾਊਨ ਹੋ ਕੇ ਰਿਸਕ ਕੇ ਸਾਡੇ ਤੱਕ ਵੀ ਆਊਗੀ। ਅਸੀਂ ਇਸ ਫਰੇਮ 'ਚ ਨਹੀਂ। ਤੁਸੀਂ ਸਿੱਖ ਫੰਡਾਮੈਂਟਲ ਦੇ ਸ਼ਬਦ ਵਰਤਿਆ? ਹਾਂ, ਮੈਂ ਸਿੱਖ ਬੁਨਿਆਦ ਪ੍ਰਸਤ ਸ਼ਬਦ ਵਰਤਿਆ। ਉਹ ਕਹਿੰਦੇ ਆ ਸਿੱਖ ਕੌਮ ਦਾ ਸੰਘਰਸ਼ ਹੈ ਇਹ, ਸਿੱਖ ਕੌਮ ਆ ਜਿਹੜੀ ਉਹੀ ਪੰਜਾਬ ਨੂੰ ਮੁਕਤੀ ਦਿਵਾ ਸਕਦੀ, ਔਰ ਸਾਡਾ ਉਰੇ ਬੜਾ ਹਿਸਟੋਰੀਕਲ ਦਾਅਵਾ ਹੈਗਾ। ਕੌਮਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕੌਮਾਂ ਭਾਸ਼ਾ ਆਧਾਰਿਤ ਹੀ ਹੋ ਸਕਦੀਆਂ ਨੇ, ਕੌਮਾਂ ਧਰਮ ਆਧਾਰਿਤ ਵੀ ਹੋ ਸਕਦੀਆਂ। ਹਾਂ, ਕੌਮਾਂ ਇੱਥੇ ਦਾ ਫਰਕ, ਇਹ ਉਹਨਾਂ ਦਾ ਲੌਜਿਕ ਆ, ਤੁਸੀਂ ਜਾਣਦੇ ਹੋ। ਲੌਜਿਕ ਜਿਹੜਾ ਇਹੀ ਗੱਲ, ਇਸੇ ਨੂੰ ਹੀ ਮੈਂ ਕਹਿਣਾ ਨਾ ਵੀ ਇਹ ਗਲਤ ਲੌਜਿਕ ਆ। ਇਹ ਤਾਂ ਪੰਜਾਬੀ ਨੈਸ਼ਨਲਿਟੀ ਦੇ ਜੜ੍ਹਾਂ 'ਚ ਤੇਲ ਦੇਣਾ। ਜਿਹੜੇ ਚੰਡੀਗੜ੍ਹ ਮੰਗਦੇ ਹੁੰਦੇ ਆ, ਜਾਂ ਜਿਹੜੇ ਆ ਸਾਰੇ ਪੰਜਾਬੀ ਬੋਲਦੇ ਇਲਾਕੇ, ਜਿਹੜੇ ਸਮਝੌਤੇ, ਜਿਹੜੇ ਐਕਚੁਅਲ 'ਚ ਪੰਜਾਬੀ ਕੌਮੀਅਤ ਦੇ ਨਾਂ ਦੇ ਉੱਤੇ ਦਿੱਲੀ ਦੇ ਤਖਤ ਨਾਲ ਸੌਦੇ ਕਰਦੇ ਹੁੰਦੇ, ਇਹ ਇਸ਼ੂ। ਇਸ ਕਰਕੇ ਉਹ ਲਹਿਰ ਵੀ ਸਾਰੀ ਲਹਿਰ ਦਿੱਲੀ ਦੇ ਤਖਤ ਨਾਲ ਸੌਦੇਬਾਜ਼ੀ ਦੀ ਲਹਿਰ ਹੀ ਹੈ। ਜਿਹੜੀ ਇਹ ਦਾਅਵਾ ਕਰਦੀ ਰਹੀ ਹੈ, ਉਹ ਤਾਂ ਸੌਦੇਬਾਜ਼ੀ ਹੁੰਦੀ ਤਾਂ ਉਦੋਂ ਵੋਟਾਂ 'ਚ ਚਲੀ ਜਾਂਦੀ ਹੈ ਗੱਲ, ਉਦੋਂ ਉਹ ਇੱਕ ਧਰਮ ਨਾਲ ਜੁੜ ਜਾਂਦੀ ਹੈ। ਮੈਂ ਤਾਂ ਬਾਰ-ਬਾਰ ਕਹਿ ਰਿਹਾ, ਇੱਕ ਧਰਮ ਦੀਆਂ ਗੱਲਾਂ ਕਰਕੇ ਪੰਜਾਬੀ ਕੌਮ ਦਾ ਨੁਕਸਾਨ ਕੀਤਾ ਗਿਆ। ਇੱਕ ਲੀਡਰਸ਼ਿਪ ਆ ਗਈ ਜਿਹੜੀ ਤੁਸੀਂ ਕਹਿੰਦੇ ਹੋ ਜੈਨੂਇਨਲੀ ਡੈਮੋਕ੍ਰੈਟਿਕ, ਜਾਂ ਲੀਡਰ ਜਿਹੜੀ ਨਹੀਂ ਸੀ, ਹਾਂ, ਨਹੀਂ ਬਣੀ। ਇਹ ਲੜਾਈ ਲੜੀ ਜਾਣੀ ਚਾਹੀਦੀ ਹੈ, ਸਹੀ ਇਸ਼ੂ ਦੀ ਡਾਇਰੈਕਸ਼ਨ ਸਹੀ ਹੋਣੀ ਚਾਹੀਦੀ। ਇਹਨੂੰ ਗਲਤ ਡਾਇਰੈਕਸ਼ਨ ਦੇ ਦਿੱਤੀ ਗਈ। ਤੁਸੀਂ ਕਿੱਥੇ ਸੀਗੇ? ਦੇਖੋ, ਅਸੀਂ ਤੋਂ ਭਾਵ ਹੈ ਵੀ ਕਮਿਊਨਿਸਟ ਰੈਵੋਲੂਸ਼ਨ ਕਿੱਥੇ ਸੀ, ਉਹੀ ਪੁੱਛ ਰਿਹਾ ਮੈਂ ਤਾਂ ਇਹ ਕਹਿ ਰਿਹਾ ਵੀ ਜੇ ਕਮਿਊਨਿਸਟ ਰੈਵੋਲੂਸ਼ਨ ਤੁਸੀਂ ਹੁੰਦੇ ਫਿਰ ਮਤਲਬ ਸਾਰੀਆਂ ਗੱਲਾਂ ਆਪਾਂ ਸਿੱਧੀ ਥੋੜੀ ਜਾਵਾਂਗੇ ਦੂਜੇ ਤੇ। ਜੇ ਤੁਸੀਂ ਸੈਂਟਰ 'ਚ ਹੁੰਦੇ ਸ਼ਾਇਦ, ਫਿਰ ਜੇ ਤੁਹਾਡਾ ਕਲੇਮ ਆ ਕਿ ਲੜਾਈ ਐਂਟੀ ਇੰਪੀਰੀਅਲਿਸਟ ਹੋਣੀ ਚਾਹੀਦੀ ਹੈ, ਲੜਾਈ ਸੈਮੀ ਫਿਊਡਲ ਸੈਮੀ ਕਲੋਨੀਅਲ, ਸਮਝ ਗਿਆ? ਇਹਦਾ ਤਾਂ ਬਹੁਤ ਸਿੰਪਲ ਜਵਾਬ ਹੈ ਵੀ ਕਮਿਊਨਿਸਟ ਰੈਵੋਲੂਸ਼ਨ ਦੀ ਉਹ ਲੀਡਰਸ਼ਿਪ ਮੁਹੱਈਆ ਨਹੀਂ ਕਰਾ ਸਕਦੀ। ਤੁਹਾਡੀ ਤਾਂ ਵਾਰ-ਵਾਰ ਗੱਲ ਆ ਕੇ ਕਲਾਸ ਸਟਰਗਲ ਤੇ ਰੁਕ ਜਾਂਦੀ ਹੈ ਨਾ, ਤੁਸੀਂ ਉਹ ਸਾਰੇ ਕੁਐਸਚਨ ਨੂੰ ਛੱਡਦੇ ਹੋ, ਉਸ ਸਪੇਸ 'ਚ ਕੋਈ ਹੋਰ ਬੈਠਦਾ, ਫਿਰ ਤੁਸੀਂ ਉਹਨਾਂ ਨੂੰ ਤਾਨੇ ਮਾਰਦੇ ਰਹਿੰਦੇ ਹੋ ਵੀ ਇਹਨਾਂ ਨੇ ਗਲਤੀ ਕਰਤੀ, ਇਹਨਾਂ ਨੇ ਐ ਕਰਤਾ, ਇਹ ਸਹੀ ਨਹੀਂ ਸੀ, ਠੀਕ ਨਹੀਂ। ਤੁਸੀਂ ਹੁੰਦੇ ਸ਼ਾਇਦ ਫਿਰ ਅਸੀਂ ਕਿਸੇ ਨੂੰ ਤਾਨੇ ਨਹੀਂ ਮਾਰਦੇ। ਤੁਸੀਂ ਦਾ ਮਤਲਬ ਦੇਖੋ, ਤਾਨੇ ਮਾਰਨਾ ਥੋੜਾ ਹੁੰਦਾ ਨਹੀਂ, ਤੁਸੀਂ ਇਸ ਗੱਲ 'ਚ ਫਰਕ ਕਰੋ ਨਾ। ਲੈਫਟ ਮੂਵਮੈਂਟ ਇਹ ਕਹਿੰਦੀ ਆ, ਮੈਂ ਕਹਿਣਾ ਹਾਂ ਇਹ ਸਪੇਸ 'ਚ ਬਹਿ ਗਏ, ਕੋਈ ਤੁਹਾਨੂੰ ਪੁੱਛੇ ਬਈ ਇਹ ਸਪੇਸ ਛੱਡਿਆ ਕਿਉਂ ਤੁਸੀਂ? ਮੈਂ ਕਹਿਣਾ ਕਿ ਇਹ ਕੁਐਸਚਨ ਪੰਜਾਬ ਦੇ ਲੋਕਾਂ ਨੂੰ ਨਹੀਂ ਹੋ ਸਕਦਾ, ਕੀ ਇਹ ਭਾਰਤ ਦੇ ਲੋਕਾਂ ਨੂੰ ਨਹੀਂ ਹੋ ਸਕਦਾ? ਬੜਾ ਜੈਨੂਇਨ ਸਵਾਲ ਆ ਗਿਆ ਕਿ ਅਗਰ ਤੁਸੀਂ ਇਹ ਕਹਿੰਦੇ ਹੋਗੇ 1920-25 ਦੇ ਅੰਦਰ ਸਾਰੀ 28 ਦੇ ਅੰਦਰ CPI ਬਣ ਜਾਂਦੀ, ਉਦੋਂ ਪਹਿਲਾਂ ਇੱਥੇ ਐਜ਼ ਏ ਸੋਸ਼ਲਿਸਟ ਭਗਤ ਸਿੰਘ ਹੋਰੀ ਸਾਰੀ ਚੀਜ਼ਾਂ ਨੂੰ ਬੁਣ ਰਹੇ ਨੇ। ਉਸੇ ਦੌਰ 'ਚ 1925 'ਚ RSS ਬਣਦੀ ਹੈਗੀ। RSS ਆਪਣੇ ਤਰੀਕੇ ਨਾਲ ਕੰਮ ਕਰਦੀ ਆ। ਅੱਜ ਉਹਦਾ ਇੱਕ ਕਲੇਮ ਆਗਾ ਕਿ ਮਤਲਬ ਹਿੰਦੂ ਰਾਸ਼ਟਰ ਦੇ ਕਲੇਮ ਤੱਕ ਉਹ ਆਪਦਾ ਗੱਲ ਕਰਦੇ ਨੇ। ਤੁਸੀਂ ਵੀ ਉਸ ਫੇਜ਼ ਕੰਮ ਕਰਦੇ, ਤੁਹਾਨੂੰ ਜੈਨੂਇਨ ਸਵਾਲ ਹੋ ਸਕਦਾ ਹੈਗਾ ਕਿ ਭਾਈ
ਕਿੱਥੇ ਸੀਗੇ ਤੁਸੀਂ? ਨਹੀਂ ਮੈਂ ਕਿਹਾ ਤੁਸੀਂ ਕੀ ਕੀਤਾ ਜਾਂ ਤੁਹਾਡਾ ਜਿਹੜੀ ਮੈਂ ਗੱਲ ਨਹੀਂ, ਜਿਹੜੀ ਮੈਂ ਸ਼ੁਰੂ ਵੀ ਕੀਤੀ ਜਿਹਨੇ ਕੁਝ ਸਾਰਿਆਂ ਦੀ ਮੈਂ ਗੱਲ ਕਰਦਾ ਉਹ 'ਚ ਇਕੱਲੇ ਤੁਸੀਂ ਆਪਦਾ ਇਕੱਲਾ ਜਵਾਬ ਦੇਣਾ ਇਕੱਲਾ ਵੀ ਦੇ ਸਕਦੇ ਹੋ। ਮੈਂ ਤਾਂ ਸਾਰੀ ਕਮਿਊਨਿਸਟ ਮੂਵਮੈਂਟ ਦੇ ਵਿਆਪ ਤੇ ਗੱਲ ਕਰ ਰਿਹਾ। ਨਹੀਂ ਮੈਂ ਤਾਂ ਕਹਿ ਰਿਹਾ, ਮੈਂ ਇਹੀ ਕਹਿ ਰਿਹਾ ਹੈਗਾ ਕਿ ਫਿਰ ਇਹ ਸਵਾਲ ਕਿਉਂ ਨਹੀਂ ਹੋਊਗਾ ਵੀ ਬਾਈ ਜੀ ਤੁਹਾਡਾ ਇੱਕ ਕਲੇਮ ਸੀਗਾ 100 ਸਾਲ ਪਹਿਲਾਂ ਦਾ ਇੱਕ ਕਲੇਮ ਆ ਜਾਂ ਇੱਥੇ ਵੀ ਕਲੇਮ ਸੀਗਾ, ਉਹ ਕਲੇਮ ਸਿਰੇ ਕਿਉਂ ਨਹੀਂ ਚੜੇ? ਤੁਸੀਂ ਪਾਰਟੀ ਤੇ ਆ ਰਹੇ ਹੋ ਕਿ ਇੱਕ ਪਾਰਟੀ ਹੋ ਜੇ, ਇਹ ਕਿਹਾ ਤੁਸੀਂ? ਨਾ ਮੈਂ ਤਾਂ ਬਿਲਕੁਲ ਤੁਸੀਂ ਇਹ ਕਿਹਾ ਨਾ, ਤੁਸੀਂ ਯੂਨਾਈਟਡ ਦੀ ਗੱਲ ਨਹੀਂ, ਯੂਨਾਈਟਡ ਮੰਚ ਦੀ ਗੱਲ ਨਹੀਂ ਕਰ ਰਹੇ, ਤੁਸੀਂ ਇਹ ਕਿਹਾ ਕਿ ਜੇ ਇੱਕ ਪਾਰਟੀ ਦੀ ਹੋਵੇ, ਜੇ ਕਮਿਊਨਿਸਟ ਪਾਰਟੀ ਹੋ ਜੇ ਤਾਂ ਇੱਥੇ ਰੈਵੋਲੂਸ਼ਨ ਹੋਣਾ ਕੋਈ ਵੱਡੀ ਗੱਲ ਨਹੀਂ ਹੋਊਗਾ। ਮੈਂ ਤਾਂ ਕਹਿ ਰਿਹਾ ਪਾਰਟੀ ਉਹ ਮੰਚ ਆ। ਨਹੀਂ ਤੁਸੀਂ ਮੰਚ ਦਾ ਹਵਾਲਾ ਦਿੱਤਾ, ਮੰਚ ਦੀ ਗੱਲ ਤਾਂ ਪਰ ਤੁਸੀਂ ਕਿਸਾਨ ਸੰਘਰਸ਼ ਨੂੰ ਵਧੀਆ ਮੌਕਾ ਸੀ ਨਾ ਕਿ ਪਾਰਟੀਆਂ ਇਕੱਠੀ ਕਰੋਗੜ ਪਾਰਟੀ ਇੱਕ ਬਣ ਜਾਂਦੀ ਕਮਿਊਨਿਸਟਾਂ ਦੀ। ਅਸੀਂ ਹੋ ਮੈਂ ਤੁਹਾਡੀ ਤੇ ਜਿਵੇਂ ਲਲਕਾਰ ਵਾਲੇ ਹਨਾ, ਉਹਨਾਂ ਦੀ ਬੜੀ ਪ੍ਰਿੰਸੀਪਲ ਲੋਚਨਾ ਉਹਨਾਂ ਦੀ ਧਿਰਾਂ ਬਾਰੇ ਹਨਾ, ਮੈਂ ਦੇਖਦਾ ਕਈ ਕਮਿਊਨਿਸਟ ਜਥੇਬੰਦੀਆਂ ਦੀ ਪਾਰਟੀਆਂ ਦੀ ਇੱਕ ਦੂਜੇ ਬਾਰੇ ਬੜੀ ਹੀ ਪ੍ਰਿੰਸੀਪਲ ਉਹ ਆ ਗਈ। ਜਿਵੇਂ ਤੁਹਾਡਾ ਉਸ ਦੌਰ 'ਚ ਲਾਈਨ ਲੈਣਾ ਕਿ ਇਹ ਮਾਰਕੇਬਾਜ਼ੀ ਹੈ, ਇੱਥੇ ਕਈ ਗਰੁੱਪ ਜਿਹੜੇ ਨੇਗੇ ਉਹ ਮਾਰਕੇਬਾਜ਼ੀ ਦੇ ਖਾਤੇ ਪੈਂਦੇ ਨੇ, ਮੈਂ ਨਹੀਂ ਪਾਉਣਾਗਾ, ਤੁਹਾਡੇ ਸ਼ਬਦ ਨਾਲ ਉਹ ਪੈਂਦੇ ਨੇ। ਤਾਂ ਇੰਨੇ ਜ਼ਿਆਦਾ ਪ੍ਰਿੰਸੀਪਲ ਤਿੱਖੇ ਮਤਭੇਦ ਹੋਣ ਤਾਂ ਮੈਨੂੰ ਲੱਗਦਾਗਾ ਹੋਰ ਮੇਰੀ ਤਾਂ ਮੈਂ ਤਾਂ ਸ਼ੁਭ ਸ਼ਾਮਾਂ ਦੀ ਤੁਸੀਂ ਇਕੱਠੇ ਹੋ ਜਾਓ, ਕੱਲ ਹੀ ਹੋ ਜਾਓ। ਹਾਂ ਮੈਂ ਤਾਂ ਕਹਿਣਾਗਾ ਜਦੋਂ ਲਲਕਾਰ ਦੀ ਡਿਬੇਟ ਉਹਨਾਂ ਦੀ ਡਿਬੇਟ ਦੇਖਦੇ ਆ ਤੁਹਾਡੇ ਨਾਲ, ਉਹ ਕਿਸ ਲੈਵਲ ਦੇ ਉੱਤੇ ਜਾ ਕੇ ਕ੍ਰਿਟਿਸਿਜ਼ਮ ਕਰਦੇ ਨੇ NDR ਆਈਡੀਆ ਦਾ, ਨਿਊ ਡੈਮੋਕ੍ਰੈਟਿਕ ਰੈਵੋਲੂਸ਼ਨ। ਅਸੀਂ ਜਿਹੜਾ ਸ਼ਬਦ ਵਰਤਿਆ ਜਿਸ ਲਹਿਰ ਬਾਰੇ ਸਿੱਖ ਬੁਨਿਆਦ ਪ੍ਰਸਤ, ਉਸ ਬਾਰੇ ਇੱਕ ਧਿਰ ਜਿਹੜੀ ਦਾ ਬੜਾ ਵੱਡਾ ਕਲੇਮ ਆ ਇੰਡੀਆ ਦੇ ਅੰਦਰ ਵੀ ਪੰਜਾਬ ਦੇ ਅੰਦਰ ਵੀ, ਉਹ ਕਹਿੰਦੇ ਉਹ ਉਸ ਦੇ ਉੱਤੇ ਉਹਨਾਂ ਨੂੰ ਕਹਿੰਦੀ ਹੈ ਕਿ ਸਾਨੂੰ ਇਹਨਾਂ ਨਾਲ ਕੋਈ ਇਤਰਾਜ਼ ਨਹੀਂ, ਇਹਨਾਂ ਦੀ ਲਹਿਰ ਹੋਊਗੀ ਅਸੀਂ ਇਹਨਾਂ ਨੂੰ ਵੀ ਸਪੋਰਟ ਕਰ ਦਾਂਗੇ, ਅਸੀਂ ਬੈਕ ਪਿੱਛੇ ਹਟ ਜਾਵਾਂਗੇ। ਤੁਸੀਂ ਸਮਝ ਰਹੇ ਹੋਵੋਗੇ ਮੈਂ ਕਿਹਨਾਂ ਦੀ ਗੱਲ ਕਰ ਰਿਹਾ, ਜੇ ਕਹੂੰ ਤਾਂ ਮੈਂ ਨਾਂ ਵੀ ਲੈ ਦਿੰਦਾ। ਕਿਹੜੀ ਧਿਰ ਬਾਰੇ ਕਹਿੰਦੇ ਤੁਸੀਂ? BKU ਕ੍ਰਾਂਤੀਕਾਰੀ ਵਾਲੀ ਜਿਹੜੀ ਧਿਰ ਆ ਸੀ ਉਹ ਮੰਨਦੀ ਹੈਗੀ ਕਿ ਸਾਨੂੰ ਉਹ ਇਸ ਗੱਲ ਦੇ ਉੱਤੇ ਬਹੁਤ ਘੋਰ ਇਤਰਾਜ਼ ਨੇ ਸਿੱਖ ਬੁਨਿਆਦ ਪ੍ਰਸਤ ਸ਼ਬਦ ਤੇ ਵੀ, ਉਸ ਨੈਸ਼ਨਲਿਟੀ ਮੂਵਮੈਂਟ ਦੇ ਨੂੰ ਲੈ ਕੇ ਉਹਨਾਂ ਦਾ ਬਿਲਕੁਲ ਡਿਫਰੈਂਟ ਤਰ੍ਹਾਂ ਦਾ ਵਿਊ ਹੈਗਾ, ਤੁਹਾਡੇ ਵਾਲਾ ਨਹੀਂ ਹੈਗਾ। ਉਹਦੇ ਤੇ ਦੇਖੋ ਗੱਲ ਇਹ ਹੈ ਵੀ ਨਾ ਸਿਰਫ ਮੈਂ ਇਕੱਲੇ BKU ਕ੍ਰਾਂਤੀਕਾਰੀ ਦੀ ਗੱਲ ਨਹੀਂ, ਬਹੁਤ ਸਾਰੇ ਪੰਜਾਬ ਦੇ ਅੰਦਰ ਇਹਦੇ ਇਸ ਗੱਲ ਬਾਰੇ ਟ੍ਰੈਂਡ ਨੇ, ਵਿਚਾਰ ਨੇ, ਜਿਹੜਾ ਮੈਂ ਪਹਿਲਾਂ ਵਾਰ-ਵਾਰ ਜ਼ੋਰ ਦਿੱਤਾ ਇਸ ਗੱਲ ਤੇ ਵੀ ਕਿਉਂਕਿ ਉੱਥੇ ਕਿਸੇ ਨੂੰ ਕੱਲੇ ਦੇ ਉੱਤੇ ਇਸ ਵੇਲੇ ਗੱਲ ਕਰਨੀ, ਕੱਲੇ ਟ੍ਰੈਂਡ ਬਾਰੇ ਉਹਨਾਂ ਨਾਲ ਬਹੁਤ ਸਾਰੇ ਸਾਂਝੇ ਮੰਚ ਕਰਦੇ ਨੇ, ਉਹਨਾਂ ਦੇ ਪ੍ਰੋਗਰਾਮਾਂ ਜਾਂਦੇ ਨੇ, ਉਹਨਾਂ ਨੂੰ ਹੇਲ ਕਰਦੇ ਨੇ ਕਿ ਹਾਂ ਉਹ ਇੱਥੋਂ ਤੱਕ ਜਾਂਦੇ ਨੇ ਕਿ ਅਗਰ ਇਹਨਾਂ ਦੀ ਕੋਈ ਲਹਿਰ ਬਹੁਤ ਤਕੜੀ ਹੁੰਦੀ ਹੈ, ਮਜ਼ਬੂਤ ਹੁੰਦੀ ਹੈ, ਸਾਨੂੰ ਕੋਈ ਸਮੱਸਿਆ ਨਹੀਂ। ਹਾਂ ਨਹੀਂ ਉਹ ਮੈਂ ਤਾਂ ਇਸ ਪੋਜੀਸ਼ਨ ਨੂੰ ਠੀਕ ਨਹੀਂ ਸਮਝਦਾ, ਇਸ ਗੱਲ ਨੂੰ ਠੀਕ ਨਹੀਂ ਸਮਝਦਾ। ਤਾਂ ਮੈਂ ਕਹਿੰਦਾ ਡਿਫਰੈਂਸ ਤਾਂ ਇੰਨੇ ਡੂੰਘੇ ਨੇ, ਇਹ ਬਹੁਤ ਬਰੀਕ ਸਵਾਲ ਹੈਗਾ, ਇਹ ਬਹੁਤ ਡੂੰਘਾ ਸਵਾਲ ਆ। ਇਸ ਗੱਲ ਦੇ ਉੱਤੇ ਤੁਹਾਡੀ ਏਕਤਾ ਕਿਵੇਂ ਹੋ ਜੂਗੀ? ਤੁਸੀਂ ਦੋ ਵਰਡ ਵਰਤਦੇ ਹੋ, ਬੁਰਜੂਆਜੀ ਤੇ ਪ੍ਰੋਲੇਟੇਰੀਅਨ, ਤੁਹਾਡੇ ਮੈਗਜ਼ੀਨਾਂ 'ਚ ਹੁੰਦੇ ਨੇ ਸਾਰਿਆਂ 'ਚ, ਤੇ ਕੋਈ ਆਮ ਬੰਦਾ ਪੜੂਗਾ, ਆਮ ਮਾਸਸ ਨੂੰ ਸ਼ਬਦ ਸਮਝ ਨਹੀਂ ਆਉਂਦੇ ਹਨਾ। ਮਤਲਬ ਕਈ ਵਾਰ ਐਂ ਲੋਚਨਾ ਲੈਫਟ ਦੀ ਐਂ ਵੀ ਹੁੰਦੀ ਹੈ ਵੀ ਯਾਰ ਇਹ ਆਪਦੀ ਦੁਨੀਆ 'ਚ ਰਹਿੰਦੇ ਨੇਗੇ, ਜਿਹੜਾ ਉਹ ਕਨੈਕਸ਼ਨ ਆਬਜੈਕਟਿਵਿਟੀ ਫੜ ਕੇ ਲੋਕਾਂ ਨੂੰ ਉਸ ਲੈਵਲ ਤੇ ਮਾਸਸ ਚਲਾ ਜਾਣਾ, ਤੁਸੀਂ ਮੰਨਦੇ ਹੋ ਜਾਂ ਲੋਕਾਂ ਨੂੰ ਗਲਤ ਲੱਗਦਾ ਹੈ ਜਾਂ ਜਿਨ੍ਹਾਂ ਨੂੰ ਲੱਗਦਾ ਗਾ? ਨਹੀਂ ਦੇਖੋ ਇਹ ਮੈਂ ਇਕੱਲੇ ਦੋ ਸ਼ਬਦਾਂ ਦੀ ਗੱਲ ਨਹੀਂ ਕਰ ਰਿਹਾ, ਬਹੁਤ ਸਾਰੇ ਤੁਹਾਡੇ ਤਰੀਕਿਆਂ ਤੇ ਤੁਹਾਡੀ ਭਾਸ਼ਾ ਤੇ ਤੁਹਾਡੇ ਅਪਰੋਚ ਕਰਨ ਦੇ ਤਰੀਕੇ ਤੇ ਮਾਸਸ ਨੂੰ ਬਹੁਤੇ ਲੋਕ ਕਹਿੰਦੇ ਵੈਸਟਰਨ ਉਹਨਾਂ ਮਤਲਬ ਉੱਥੋਂ ਵਾਲੇ ਇਨਕਲਾਬਾਂ ਨੂੰ ਕਾਪੀ ਕਰਦੇ ਰਹੇ, ਇੱਥੇ ਹਾਲਤਾਂ ਹੋਰ ਸੀਗੀਆਂ ਤਮਾਮ ਤਰ੍ਹਾਂ ਦੇ। ਕਿਸਾਨੀ ਵਾਲੀ ਗੱਲ ਕਹੀ, ਕਿਸਾਨੀ ਮੂਵਮੈਂਟ ਚਾਹੇ ਤੁਹਾਡੀ ਹੋਵੇ ਚਾਹੇ ਹੋਰ ਗਰੁੱਪ ਵੀ ਪੰਜਾਬ 'ਚ ਕਿਸਾਨ ਜਥੇਬੰਦੀਆਂ 'ਚ ਹੈਗੇ ਨੇ ਲੈਫਟ ਦੇ, ਉਹਨਾਂ ਬਾਰੇ ਅਕਸਰ ਇਹ ਸਵਾਲ ਹੁੰਦੀ ਹੈ ਕਿ ਉਹ ਇੱਕ ਇਕੋਨਮਿਜ਼ਮ ਆ, ਉਹ ਇੱਕ ਆਰਥਿਕਤਾਵਾਦ ਆ। ਉਸ ਆਰਥਿਕਤਾਵਾਦ 'ਚ ਇਹ ਵੀ ਤੁਹਾਡੇ ਰੈਵੋਲੂਸ਼ਨ 'ਚ ਬਹੁਤ ਵੱਡਾ ਡਿੱਕਾ ਕਿ ਤੁਸੀਂ ਲੋਕਾਂ ਨੂੰ ਇਕੋਨਮਿਜ਼ਮ 'ਚ ਫਸਾਤਾ, ਉਹ ਇਕੋਨਮਿਜ਼ਮ 'ਚੋਂ ਤੱਕ ਮਹਿਦੂਦ ਕਰਤਾ, ਚਾਹੇ ਤੁਹਾਡੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ, ਚਾਹੇ ਤੁਹਾਡੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ, ਚਾਹੇ ਤੁਹਾਡੀਆਂ ਕਿਸਾਨੀ ਦੀਆਂ ਜਥੇਬੰਦੀਆਂ ਨੇ, ਇਹ ਵੀ ਤੁਹਾਡਾ ਕ੍ਰਿਟੀਕ ਹੈ। ਹਾਂ ਦੇਖੋ ਉਹ ਤਾਂ ਮੈਂ ਕਹੂੰਗਾ ਇਸੇ ਕਰਕੇ ਤੁਸੀਂ ਉਹ ਜਿਹੜਾ ਐਡਾ ਗ੍ਰੇਟ ਆਈਡੀਆ ਜਿਸ 'ਚ ਤੁਸੀਂ ਰੈਵੋਲੂਸ਼ਨ ਕਰੋ ਨਹੀਂ ਹੋ ਰਿਹਾ ਕਿਉਂਕਿ ਤੁਸੀਂ ਇਕੋਨਮਿਜ਼ਮ ਤੇ ਅਟਕੇ ਪਏ। ਦੇਖੋ ਐਜ਼ ਅ ਰੈਵੋਲੂਸ਼ਨਰੀ ਜਰਨਲਿਸਟ ਤਾਂ ਮੈਂ ਇਹ ਕਹੂੰਗਾ ਵੀ ਜਿਹੜੇ ਇੰਡੀਆ ਦੀ ਕਮਿਊਨਿਸਟ ਮੂਵਮੈਂਟ ਆ ਉਹਦੇ ਵਿੱਚ ਇਕੋਨਮਿਜ਼ਮ ਇੱਕ ਪ੍ਰੋਬਲਮ ਹੈਗੀ ਹੈ। ਰਸ਼ੀਆ ਦੇ ਅੰਦਰ 1905 'ਚ ਰੈਵੋਲੂਸ਼ਨ ਫੇਲ ਹੋ ਜਾਂਦਾ, 17 'ਚ ਆ ਕੇ ਉੱਥੇ ਸਭ ਕੁਝ ਹੋ ਜਾਂਦਾ। ਜਿਹੜੇ ਟਾਈਮ ਸਪੈਨ ਨੇ ਚਾਈਨਾ ਦਾ ਜਾਂ ਤੁਸੀਂ ਦੁਨੀਆ ਦੇ ਹੋਰ ਮੁਲਕਾਂ ਜਿੱਥੇ ਵੀ ਟਾਈਮ ਸਪੈਨ ਦੇਖੋਗੇ ਬਹੁਤ ਛੋਟੇ ਨੇ। ਇੰਡੀਆ ਦਾ ਟਾਈਮ ਸਪੈਨ 100 ਸਾਲ ਦਾ ਤਾਂ ਹੋ ਗਿਆ। ਮੈਂ ਇਹ ਗੱਲ ਨੂੰ ਕਦੇ ਤੁਸੀਂ ਰਿਵਿਊ ਕਰਦੇ ਹੋਗੇ ਵੀ ਉਹ ਕਦੇ ਉਹ ਤੁਹਾਡੇ ਇਕਨੋਮਿਕ, ਮੈਂ ਨਹੀਂ ਕਹਿੰਦਾ ਇਕੋਨਮਿਜ਼ਮ ਤੋਂ ਕੋਈ ਸ਼ੁਰੂ ਨਹੀਂ ਹੁੰਦਾ, ਸ਼ੁਰੂ ਤਾਂ ਆਬਵੀਅਸਲੀ ਇਕੋਨਮਿਜ਼ਮ ਤੋਂ ਹੀ ਹੋਊਗਾ। ਉਹ ਕਦੇ ਸ਼ੇਪ ਕਿਉਂ ਨਹੀਂ ਲੈ ਪਾਉਂਦੇ ਤੁਹਾਡੇ ਕਿਸੇ ਵੱਡੇ ਪੋਲੀਟੀਕਲ ਆਈਡੀਆ ਜਾਂ ਵੱਡੇ ਪੋਲੀਟੀਕਲ ਕੁਐਸਚਨ ਕਿਉਂ ਨਹੀਂ ਬਣ ਪਾਉਂਦੇ ਜਾਂ ਲਾਰਜਰ ਪੋਲੀਟੀਕਲ ਮੂਵਮੈਂਟ ਉਹਨਾਂ ਦੀ ਕਿਉਂ ਨਹੀਂ ਬਣ ਪਾਉਂਦੀ? ਉਹਨਾਂ ਤੇ ਸੁੱਟ ਕੇ ਫਿਰ ਤੁਹਾਡੀ ਪੋਲਿਟਿਕਸ ਕੀ ਹੈਗੀ? ਉਹ ਤਾਂ ਕਰਨਗੇ, ਉਹ ਤਾਂ ਤੁਸੀਂ ਵੀ ਪੋਲਿਟਿਕਸ ਕਰ ਰਹੇ ਹੋ, ਅਗਲੇ ਵੀ ਰਾਜਨੀਤੀ ਕਰ ਰਹੇ ਨੇ। ਮੈਂ ਤਾਂ ਕਹਿ ਰਿਹਾ ਤੁਹਾਡੀ ਕਾਊਂਟਰ ਪੋਲਿਟਿਕਸ ਕੀ ਆ? ਕਾਊਂਟਰ ਪੋਲਿਟਿਕਸ ਮੈਂ ਤਾਂ ਇਹੀ ਕਹਿ ਰਿਹਾ ਵੀ ਵਰਲਡ ਇੰਪੀਰੀਅਲਿਜ਼ਮ ਨੇ ਵੀ ਉਹ ਚੀਜ਼ ਸਿੱਖੀ,
ਉਹਦਾ ਤੋੜ ਇੰਡੀਆ ਦੀ ਕਮਿਊਨਿਸਟ ਮੂਵਮੈਂਟ ਲੱਭ ਰਹੀ ਹੈ, ਉਹਦੇ ਨਾਲ ਭਿੜ ਰਹੀ ਹੈ। ਕੋਈ ਕਹਿ ਸਕਦਾ ਵੀ ਤੁਹਾਨੂੰ 60 ਸਾਲਾਂ 'ਚ ਨਹੀਂ ਲੱਭਿਆ ਗਿਆ? ਹਾਂ, ਨਹੀਂ ਲੱਭਿਆ ਗਿਆ, ਪਰ ਲੱਭਣਾ ਜਾਰੀ ਰੱਖਣਾ। ਤੇ ਤੁਹਾਡਾ ਨਾਂ ਪਵੇਲ ਕਿ ਨਹੀਂ ਰੱਖਿਆ? ਇਹ ਮੇਰੇ ਪਾਪਾ ਨੇ ਰੱਖਿਆ, ਮਾਂ ਨਾਲ ਪੜ ਕੇ। ਤਾਂ ਕਿ ਜਿਹੜਾ ਲਾਂਭਾ ਦਿੱਤਾ ਜਾਂਦਾ ਪੰਜਾਬ ਦੇ ਕਾਮਰੇਡਾਂ ਨੂੰ ਵੀ ਇਹਦਾ ਆਪਦੇ ਜਵਾਕ ਬਾਹਰ ਭੇਜ ਦਿੱਤੇ ਜਾਂਦੇ ਆ, ਮੇਰੇ ਪਾਪਾ ਨੇ ਘੱਟੋ ਘੱਟ ਉਹ ਲਾਂਭਾ ਨਹੀਂ ਦਿੱਤਾ। ਪ੍ਰੋ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਯਾਦਵਿੰਦਰ ਸਿੰਘ। ਪੰਜਾਬ ਦੀ ਧਰਤੀ ਤੇ 1 ਸਦੀ ਪਹਿਲਾਂ ਕ੍ਰਾਂਤੀ ਦਾ ਸੁਪਨਾ ਦੇਖਿਆ ਗਿਆ, ਪਰ ਇਹ ਸੁਪਨਾ ਕਦੇ ਪੂਰਾ ਨਹੀਂ ਹੋਇਆ। ਇਹ ਸੁਪਨਾ ਅਧੂਰਾ ਰਿਹਾ। ਕਾਮਰੇਡਾਂ ਨੇ ਕੋਸ਼ਿਸ਼ਾਂ ਬਹੁਤ ਕੀਤੀਆਂ, ਬਹੁਤ ਸਾਰੇ ਫੇਜ਼ ਨੇ। ਇੱਕ ਦੌਰ ਸਮਾਜਵਾਦੀ ਰਾਜਨੀਤੀ ਦਾ ਸੁਪਨਾ ਭਗਤ ਸਿੰਘ ਦੇਖ ਰਹੇ ਨੇ, ਫਿਰ ਉਸ ਤੋਂ ਬਾਅਦ ਗਦਰੀ ਬਾਬੇ ਦੇਖ ਰਹੇ ਨੇ, ਉਸ ਤੋਂ ਬਾਅਦ ਹੋਰ ਬਹੁਤ ਸਾਰੇ ਲੋਕ ਨੇ, ਬਹੁਤ ਸਾਰੀਆਂ ਧਰਾਵਾਂ ਨੇ, ਨਕਸਲਵਾੜੀ ਮੂਵਮੈਂਟ ਆ, ਬਹੁਤ ਸਾਰੀਆਂ ਪਾਰਟੀਆਂ, CPI CPM ਆ, ਪਰ ਇਹ ਗੱਲ ਪੂਰੀ ਨਹੀਂ ਹੋਈ। ਸਵਾਲ ਇਹ ਹੈਗਾ ਕਿ ਇਹ ਗੱਲ ਜੇ ਪੂਰੀ ਨਹੀਂ ਹੋਈ, ਇਹ 'ਚ ਲੋਕਾਂ ਦਾ ਕਸੂਰ ਸੀ ਜਾਂ ਕਾਮਰੇਡਾਂ ਦਾ ਕਸੂਰ ਸੀ? ਕਿ ਕਾਮਰੇਡ ਪੰਜਾਬ ਦੀ ਆਬਜੈਕਟਿਵ ਰਿਐਲਿਟੀ ਨੂੰ ਉਵੇਂ ਫੜਦੇ ਰਹੇ ਜਿਵੇਂ ਫੜੀ ਜਾਣੀ ਚਾਹੀਦੀ ਸੀ? ਆਈਡੀਆ ਆਫ ਪੰਜਾਬ ਸ਼ੋਅ 'ਚ ਅੱਜ ਗੱਲਬਾਤ ਕਰਾਂਗੇ ਪਵੇਲ ਕੁੱਸਾ ਦੇ ਨਾਲ। ਪਵੇਲ ਕੁੱਸਾ ਸੰਪਾਦਕ ਨੇ ਕਮਿਊਨਿਸਟ ਮੈਗਜ਼ੀਨ ਦੇ, ਔਰ ਨਾਲ ਦੀ ਨਾਲ ਹੀ ਐਕਟਿਵਿਸਟ ਵੀ ਨੇ, ਔਰ ਬਹੁਤ ਸਾਰੇ ਅਖਬਾਰਾਂ 'ਚ ਵੀ ਲਗਾਤਾਰ ਐਜ਼ ਏ ਜਰਨਲਿਸਟ ਲਿਖਦੇ ਨੇ। ਗੱਲਬਾਤ ਕਰਦੇ ਉਹਨਾਂ ਨਾਲ, ਕਹਾਣੀ ਕੀ ਹੈਗੀ ਔਰ ਉਹਨਾਂ ਦਾ ਆਈਡੀਆ ਆਫ ਪੰਜਾਬ ਕੀ ਹੈ। ਸਵਾਗਤ ਹੈ ਬਾਈ ਜੀ, ਬਹੁਤ ਬਹੁਤ ਤੁਹਾਡਾ ਪ੍ਰੋ ਪੰਜਾਬ ਟੀਵੀ ਤੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾ ਸਵਾਲ ਮੇਰਾ ਹੀ, ਆਪਾਂ ਆਈਡੀਆ ਆਫ ਪੰਜਾਬ ਸ਼ੋਅ ਕਰ ਰਹੇ ਹਾਂਗੇ, ਤੁਹਾਡਾ ਆਈਡੀਆ ਆਫ ਪੰਜਾਬ ਕੀ ਹੈਗਾ? ਤੁਹਾਡੇ ਪੁਰਖਿਆਂ ਦਾ ਆਈਡੀਆ ਆਫ ਪੰਜਾਬ ਕੀ ਸੀਗਾ? ਦੇਖੋ, ਇਹ ਗੱਲ ਆਈਡੀਆ ਆਫ ਪੰਜਾਬ ਬਾਰੇ ਗੱਲ ਕਰਨ ਤੋਂ ਪਹਿਲਾਂ ਮੈਂ ਇੱਕ ਗੱਲ ਸਾਫ਼ ਕਰਨੀ ਚਾਹੁੰਦਾ ਵੀ ਜਦੋਂ ਕਾਮਰੇਡ ਲਫ਼ਜ਼ ਵਰਤਿਆ ਜਾਂਦਾ ਹੈ, ਇਹ ਬਹੁਤ ਵੇਗ ਟਰਮ ਹੈ। ਇਹ ਘੱਟੋ ਘੱਟ ਗੱਲ ਨੂੰ ਉਲਝਾਉਂਦੀ ਹੈ। ਕਾਮਰੇਡ ਪੰਜਾਬ 'ਚ 2 ਤਰ੍ਹਾਂ ਦੇ ਨੇ, ਇੰਡੀਆ 'ਚ 2 ਤਰ੍ਹਾਂ ਦੇ ਨੇ। ਬਹੁਤੀ ਵਾਰੀ CPI CPM ਉਹ ਪਾਰਟੀਆਂ ਜਾਂ ਹੋਰ ਵੀ ਕੁਛ ਇਸ ਤਰ੍ਹਾਂ ਦੀਆਂ ਪਾਰਟੀਆਂ, CPI CPM ਮੈਂ ਇਸ ਕਰਕੇ ਕਿਹਾ ਕਿਉਂਕਿ ਉਹ ਟੌਪ ਦੀਆਂ ਐਗਜ਼ਾਮਪਲ ਹੈ। ਐਕਚੁਅਲ ਦੇ ਵਿੱਚ ਉਹ ਰੂਲਿੰਗ ਕਲਾਸ ਪਾਰਟੀਆਂ ਜਿਨ੍ਹਾਂ ਨੇ ਭਾਰਤੀ ਰਾਜ ਦੇ ਵਿੱਚ ਰਾਜ ਕੀਤਾ ਹੋਇਆ, ਉਹਦੇ 'ਚ ਹਿੱਸਾ ਲਿਆ ਹੋਇਆ, ਉਹਨਾਂ ਦੇ ਹਵਾਲੇ ਨਾਲ ਜਦੋਂ ਗੱਲ ਹੁੰਦੀ ਹੈ ਵੀ ਕਾਮਰੇਡ, ਇਹ ਗੱਲ ਮੈਂ ਇਸ ਕਰਕੇ ਕਰ ਰਿਹਾ ਵੀ ਕਿਉਂਕਿ ਜਦੋਂ ਆਪਣੀ ਸਾਰੀ ਮਗਰੋਂ ਦੀ ਗੱਲ ਵੀ ਹੈ ਜਿਹੜੀ, ਜਾਂ ਈਵਨ ਖਾਤੇ ਪਾ ਦਿੱਤੀ ਹਾਂ, ਉਹ ਉਹਦੇ ਖਾਤੇ ਪੈ ਜਾਂਦੀ ਹੈ ਵੀ CPI CPM ਨੇ ਕੀ ਕੀਤਾ। ਠੀਕ ਹੈ, ਕਲੀਅਰ ਹੋ ਗਿਆ। ਹੁਣ ਦੱਸੋ ਤੁਹਾਡਾ ਆਈਡੀਆ ਉਸ ਗੱਲ ਤੇ ਆ ਰਿਹਾ ਮੈਂ ਇਸ ਗੱਲ ਨੂੰ ਸਾਫ਼ ਕਰਦੇ ਹਾਂ। ਜਦੋਂ ਕਾਮਰੇਡ ਤੋਂ ਸਾਡਾ ਭਾਵ ਹੈ ਜਿਹੜਾ, ਐਨ ਸ਼ੁਰੂ 'ਚ ਇਹ ਗੱਲ ਸਾਫ਼ ਹੋ ਜੇ ਵੀ 2 ਧਰਾਵਾਂ ਨੇ। ਜਿਹੜੇ ਉਹ ਕਾਮਰੇਡ ਨੇ, ਅਸੀਂ ਉਹਨਾਂ ਨੂੰ ਹਾਕਮ ਜਮਾਤੀ ਗਿਣਦੇ ਹਾਂ। ਅਸੀਂ ਇਹਦੇ ਵਾਸਤੇ ਟਰਮ ਕਮਿਊਨਿਸਟ ਇਨਕਲਾਬੀ ਵਰਤਦੇ ਹਾਂ। ਇਹ ਦੁਨੀਆ 'ਚ ਵੀ ਵਰਤੀ ਜਾਂਦੀ ਟਰਮ ਹੈ, ਖਾਸ ਕਰਕੇ ਚਾਈਨਾ ਦੇ ਜਾਂ ਜਦੋਂ ਰਸ਼ੀਆ ਦੀ ਗ੍ਰੇਟ ਡਿਬੇਟ ਤੋਂ ਬਾਅਦ ਜਿਹੜੀ ਟਰਮ ਵਰਤੀ ਜਾਂਦੀ ਹੈ, ਕਿਉਂਕਿ ਕਮਿਊਨਿਸਟ ਉਹਨਾਂ ਨੂੰ ਵੀ ਕਹਿ ਦਿੱਤਾ ਜਾਂਦਾ ਰਿਹਾ, ਖਰੋਸ਼ਚੋਵ ਵੀ ਸਾਰੇ ਕਮਿਊਨਿਸਟ ਹੀ ਕਹਾਏ, ਉਹ ਕਲੇਮ ਵੀ ਕਮਿਊਨਿਸਟ ਹੋਣ ਦਾ ਕਰਦੇ ਰਹੇ। ਅਸੀਂ ਉਹਦੇ ਵਾਸਤੇ ਟਰਮ ਕਮਿਊਨਿਸਟ ਰੈਵੋਲੂਸ਼ਨਰੀ ਵਰਤਦੇ ਹਾਂ, ਕਮਿਊਨਿਸਟ ਇਨਕਲਾਬੀ। ਇਸ ਕਰਕੇ ਜਦੋਂ ਹੁਣ ਮੈਂ ਗੱਲ ਕਰੂੰਗਾ, ਜਦੋਂ ਵੀ ਮੈਂ ਆਪਣੀ ਪੋਜੀਸ਼ਨ, ਉਹ ਪੋਜੀਸ਼ਨ ਹੋਊਗੀ ਅਸਲ 'ਚ ਕਮਿਊਨਿਸਟ ਇਨਕਲਾਬੀਆਂ ਦੀ ਪੋਜੀਸ਼ਨ, ਨਾ ਕਿ ਜਿਨ੍ਹਾਂ ਨੂੰ ਅਸੀਂ ਸੋਧਵਾਦੀ ਸੁਧਾਰਵਾਦੀ ਭਾਰਤੀ ਰਾਜ 'ਚ ਹਿੱਸੇਦਾਰ ਅਖੌਤੀ ਕਾਮਰੇਡ ਜਿਨ੍ਹਾਂ ਵਾਸਤੇ ਅਸੀਂ ਕਹਿੰਦੇ ਹਾਂ, ਉਹਨਾਂ ਵਾਸਤੇ ਨਹੀਂ ਹੋਊਗੀ। ਜਿੱਥੋਂ ਤੱਕ ਹੈ ਜਦੋਂ ਆਈਡੀਆ ਆਫ ਪੰਜਾਬ ਦੀ ਗੱਲ ਆ, ਤਾਂ ਆਈਡੀਆ ਆਫ ਪੰਜਾਬ ਵੀ ਕਮਿਊਨਿਸਟ ਰੈਵੋਲੂਸ਼ਨਰੀਆਂ ਦੀ ਨਜ਼ਰ 'ਚ ਆਈਡੀਆ ਆਫ ਪੰਜਾਬ ਕੀ ਹੈ, ਤਾਂ ਮੈਂ ਇਹਨੂੰ ਡਿਫਾਈਨ ਕਰਨਾ ਚਾਹੂੰਗਾ। ਸਾਡੇ ਵਾਸਤੇ ਆਈਡੀਆ ਆਫ ਪੰਜਾਬ ਤਾਂ ਇਹ ਹੈ ਵੀ ਇੱਕ ਭੂਗੋਲਿਕ ਖਿੱਤਾ ਜਿੱਥੇ ਪੰਜਾਬੀ ਕੌਮੀਅਤ ਵਸਦੀ ਹੈ, ਉਹ ਪੰਜਾਬੀ ਕੌਮੀਅਤ ਜਿਹੜੀ ਵੰਡੀ ਹੋਈ ਹੈ, ਅੱਧੀ ਉਹ ਪਾਕਿਸਤਾਨ 'ਚ ਰਹਿ ਗਈ, ਇਹ ਪੰਜਾਬ ਵੀ ਪ੍ਰੋਪਰ ਇਹਦੇ ਆਲੇ ਦੁਆਲੇ ਵੀ ਪੰਜਾਬੀ ਕੌਮੀਅਤ ਖਿੰਡੀ ਹੋਈ ਹੈ। ਹਰਿਆਣੇ 'ਚ ਉਹਦੇ ਕੁਛ ਇਲਾਕੇ ਨੇ, ਕੁਛ ਰਾਜਸਥਾਨ ਹਿਮਾਚਲ ਤੱਕ ਨੇ। ਉਹ ਪੰਜਾਬੀ ਕੌਮੀਅਤ ਜਿਹਨੂੰ ਸਾਮਰਾਜ ਨੇ ਵੰਡਿਆ ਅਤੇ ਜਿਹੜੀ ਹੁਣ ਵੀ ਸਾਮਰਾਜੀ ਦਾਬੇ ਅਤੇ ਗੁਲਾਮੀ ਦਾ ਸ਼ਿਕਾਰ ਹੈ। ਅਤੇ 2 ਇਹਦੀਆਂ ਪ੍ਰੋਬਲਮਾਂ ਨੇ, ਇੱਕ ਸਾਮਰਾਜੀ ਦਾਬਾ ਅਤੇ ਗੁਲਾਮੀ, ਅਤੇ ਦੂਜੀ ਇਸ ਕੌਮੀਅਤ ਦੇ ਅੰਦਰ ਜਗੀਰੂ ਲੁੱਟ ਖਸੁੱਟ। ਇਹ 2 ਚੀਜ਼ਾਂ ਜਿਹਨੇ ਇਸ ਪੰਜਾਬੀ ਕੌਮੀਅਤ ਦਾ ਵਿਕਾਸ ਰੋਕਿਆ ਹੋਇਆ। ਇਸ ਪੰਜਾਬੀ ਕੌਮੀਅਤ ਦੇ ਦੁੱਖ ਦਰਦ, ਇਹਦੀਆਂ ਤਕਲੀਫਾਂ ਜਿਹੜੀਆਂ, ਉਹ ਇਹਨਾਂ 2 ਗੱਲਾਂ 'ਚ ਪਈਆਂ। ਇਸ ਕਰਕੇ ਮੈਂ ਇਹਨੂੰ ਇਉਂ ਕਹਿਣਾ ਚਾਹੂੰਗਾ ਵੀ ਪੰਜਾਬ ਦੇ ਇਸ ਧਰਤੀ 'ਤੇ ਵਸਦੀ ਪੰਜਾਬੀ ਕੌਮੀਅਤ ਜਿਹੜੀ ਸਾਮਰਾਜ ਅਤੇ ਜਗੀਰੂ ਲੁੱਟ ਖਸੁੱਟ ਦਾ ਸ਼ਿਕਾਰ ਆ ਅਤੇ ਉਹਦੇ ਦਾਬੇ ਦਾ ਸ਼ਿਕਾਰ ਹੈ, ਅਤੇ ਜਿਹਦੇ ਸਾਹਮਣੇ ਇਹ ਤੋਂ ਮੁਕਤੀ ਪਾ ਕੇ, ਇਸ ਦੋਵੇਂ ਤਰ੍ਹਾਂ ਦੀ ਲੁੱਟ ਤੋਂ ਮੁਕਤੀ ਪਾ ਕੇ ਆਪਦੀ ਹੋਣੀ, ਆਪਦੀ ਜਾਣੀ ਕਿ ਜ਼ਿੰਦਗੀ ਨੂੰ ਬਿਹਤਰ ਬਣਾਉਣ ਦਾ ਅਤੇ ਕੌਮੀਅਤ ਦੇ ਤੌਰ 'ਤੇ ਵਿਕਾਸ ਕਰਨ ਦੀਆਂ ਜਿਹਦੇ ਕੋਲੇ ਸੰਭਾਵਨਾਵਾਂ, ਇਹ ਪੰਜਾਬੀ ਕੌਮੀਅਤ ਆ ਅਤੇ ਇਹੀ ਪੰਜਾਬ ਹੈ। ਤੁਸੀਂ ਕੌਮੀਅਤ ਦੀ ਗੱਲ ਛੇੜਤੀ, ਮੈਂ ਇੱਥੋਂ ਹੀ ਗੱਲ ਸ਼ੁਰੂ ਕਰ ਲੈਂਦਾ ਗਾ।
ਕੌਮੀਅਤ ਦੇ ਟਾਈਮ ਹੀ ਤੁਹਾਡੀ ਮੂਵਮੈਂਟ 'ਚੋਂ ਲੋਕ ਤੁਹਾਡੇ 'ਤੇ ਸਵਾਲ ਖੜੇ ਕਰਕੇ ਤੁਹਾਡੇ ਤੋਂ ਦੂਰ ਹੋ ਗਏ। ਪਹਿਲਾਂ ਉਹ ਪੰਜਾਬੀ ਕੌਮ ਦੇ ਸਵਾਲ 'ਤੇ ਗਏ, ਸ਼ਾਇਦ ਉਹਨਾਂ ਨੂੰ ਲੱਗਿਆ ਤੁਹਾਡੀ ਮੂਵਮੈਂਟ 'ਚ ਪੰਜਾਬੀ ਕੌਮ ਦੀ ਗੱਲ ਨਹੀਂ ਹੋ ਰਹੀ ਉਦੋਂ, ਜਾਂ ਹੋ ਰਹੀ ਸੀ ਉਹ ਤੁਸੀਂ ਦੱਸੋ। ਫਿਰ ਉਹ ਸਿੱਖ ਨੈਸ਼ਨਲਿਜ਼ਮ ਤੱਕ ਚਲੇ ਗਏ। ਇਹ ਤੁਹਾਡਾ ਕਸੂਰ ਸੀ ਜਾਂ ਉਹਨਾਂ ਦਾ ਕਸੂਰ ਆ? ਦੇਖੋ, ਇੱਕ ਗੱਲ ਤਾਂ ਇਹ ਵੀ ਜਿਹੜੇ ਇਹ ਉਹ ਗੱਲਾਂ ਜਿਹੜੀਆਂ ਆਮ ਤੌਰ ਤੇ ਡਿਸਟਾਰਟ ਹੋ ਕੇ ਪੇਸ਼ ਹੋਈਆਂ ਤੇ ਜਿਨ੍ਹਾਂ ਬਾਰੇ ਅਸਲ ਗੱਲ ਸਾਹਮਣੇ ਨਹੀਂ ਆਉਂਦੀ। ਉਹਦਾ ਰੀਜ਼ਨ ਕੀ ਹੈ? ਉਹਦਾ ਰੀਜ਼ਨ ਇਹ ਵੀ ਮੇਨ ਜਿਹੜਾ ਰੂਲਿੰਗ ਕਲਾਸ ਮੀਡੀਆ ਜਾਂ ਜਿਹਨੂੰ ਮੇਨ ਸਟ੍ਰੀਮ ਮੀਡੀਆ ਕਹਿ ਲਓ, ਉਹਦੇ ਉੱਤੇ ਆਮ ਕਰਕੇ ਜਿਹੜੀਆਂ ਪੰਜਾਬ ਦੀਆਂ ਜਿਹਨਾਂ ਫੋਰਸਸ ਦਾ ਕਬਜ਼ਾ ਹੈ, ਉਹ ਇਸ ਨੈਰੇਟਿਵ ਨੂੰ ਐਂ ਬਣਾਉਂਦੀਆਂ ਕਿਹੜੀ ਭਲਾ ਇੱਕ 82 ਦੇ ਵਿੱਚ ਇੱਕ ਵੱਡਾ ਘਟਨਾਕ੍ਰਮ ਵਾਪਰਿਆ ਪੰਜਾਬ ਦੇ ਵਿੱਚ। ਕਾਂਸਟ ਰੈਵੋਲੂਸ਼ਨ ਦੀ ਇੱਕ ਆਰਗੇਨਾਈਜੇਸ਼ਨ ਆ, ਮੰਨ ਲਓ, ਉਹਦੇ ਵਿੱਚ ਸਪਲਿਟ ਹੋ ਗਈ। ਉਹ ਜਿਹੜੇ ਗਏ ਸੀ ਉਹ ਨਾ ਤਾਂ ਪੰਜਾਬੀ ਨੈਸ਼ਨੈਲਿਟੀ ਦੇ ਸਵਾਲ ਤੇ ਗਏ, ਇਹ ਇੰਟਰਸਟਿੰਗ ਗੱਲ ਹੈ, ਨਾ ਉਹ ਕਿਸੇ ਸਿੱਖ ਕੁਐਸਚਨ ਤੇ ਗਏ। ਉਹ ਤਾਂ ਉਸ ਵੇਲੇ ਜੇ ਕੋਈ ਪੜ੍ਹੇ ਕੋਈ ਜਾਣੇ ਵੀ ਉਹ ਕੀ ਕਹਿ ਕੇ ਗਏ, ਉਹ ਇਹ ਕਹਿ ਕੇ ਗਏ ਬੌਬ ਵੇਕੀਅਨ ਦੀ ਲਾਈਨ ਲਾਗੂ ਕਰ ਰਹੇ ਸੀ। ਉਹ ਤਾਂ ਕਹਿੰਦੇ ਸੀ ਦੁਨੀਆ ਦਾ ਇੱਕ ਖਿੱਤਾ ਜਿਹਦਾ ਨਾਂ ਭਾਰਤ ਹੈ। ਉਹ ਤਾਂ ਇੰਟਰਨੈਸ਼ਨਲਿਸਟ ਹੋ ਕੇ ਗਏ ਸੀ। ਉਹ ਕਹਿੰਦੇ ਸੀ ਭਾਰਤ ਵੀ ਨਹੀਂ, ਪੰਜਾਬ ਤਾਂ ਛੱਡੋ, ਉਹ ਕਹਿੰਦੇ ਸੀ ਭਾਰਤ ਵੀ ਨਹੀਂ, ਸਾਰੀ ਸੰਸਾਰ ਦੁਨੀਆ ਇੱਕ ਆ, ਤੇ ਇਸ ਤਾਂ ਸਾਰੀ ਦੁਨੀਆ 'ਚ ਰੈਵੋਲੂਸ਼ਨ ਕਰ ਰਹੇ ਆ। ਜੋ ਟ੍ਰੋਟਸਕੀ ਕਹਿੰਦਾ ਸੀਗਾ, ਉਸ ਵੇਲੇ ਉਹਨੂੰ ਬੌਬ ਕਹਿੰਦਾ ਸੀ। ਇਹ ਤਾਂ ਟ੍ਰੋਟਸਕੀ ਵੀ ਕਹਿੰਦਾ ਰਿਹਾ ਇੰਟਰਨੈਸ਼ਨਲਿਜ਼ਮ ਦੀ ਗੱਲ ਤੇ ਡਿਫਰੈਂਸ ਹੈ। ਇਹ ਇੰਟਰਸਟਿੰਗ ਗੱਲ ਇਹ ਵੀ ਉਸ ਵੇਲੇ ਉਹ 2 ਸਾਲਾਂ ਦੇ ਵਿੱਚ ਉੱਥੋਂ ਮੁੜ ਕੇ ਭਾਰਤ ਆਏ, ਫਿਰ ਉਹ ਪੰਜਾਬ ਤੇ ਆਏ, ਪੰਜਾਬ ਤੋਂ ਫਿਰ ਉਹ ਸਿੱਖ ਫਿਰਕਾ ਪ੍ਰਸਤੀ ਤੇ ਆਏ। ਇਸ ਕਰਕੇ ਉਹਨਾਂ ਦੇ ਹਵਾਲੇ ਨਾਲ ਗੱਲ ਕਰਨੀ ਵੀ ਉਹ ਚਲੇ ਗਏ, ਉਹਨਾਂ ਦਾ ਜਾਣਾ ਪਹਿਲੀ ਗੱਲ ਇਸ ਇਸ਼ੂ ਤੇ ਨਹੀਂ ਸੀ, ਉਹ ਇਸ ਲਹਿਰ ਦੇ ਵਿੱਚ। ਚਲੋ, ਜੇ ਤੁਹਾਡੇ ਕੋਲ ਰਹੇ ਵੀ ਉਹ, ਤੁਹਾਡੀ ਟ੍ਰੇਨਿੰਗ ਦੇ ਹੁੰਦਿਆਂ ਹੋਇਆਂ ਉਹ ਉਸ ਆਈਡੀਆ ਚਲੇ ਗਏ, ਇਹਦਾ ਕੋਈ ਰੀਜ਼ਨ ਤਾਂ ਹੋਊਗਾ। ਮਤਲਬ ਕੀ ਤੁਹਾਡੀ ਟ੍ਰੇਨਿੰਗ 'ਚ ਘੱਟ ਰਹੀ ਜਾਂ ਉਹਨਾਂ ਦਾ ਕੋਈ ਮਨ ਬਦਲ ਗਿਆ? ਦੇਖੋ, ਉਹ ਤਾਂ ਟ੍ਰੇਨਿੰਗ ਹੁੰਦੀ ਹੈ ਨਾ, ਤੁਸੀਂ ਟ੍ਰੇਨਿੰਗ ਦਿੱਤੀ ਹੋਈ ਸੀ ਉਹਨਾਂ ਸਾਰਿਆਂ ਨੂੰ। ਨਹੀਂ, ਦੇਖੋ, ਉਹ ਤਾਂ ਉਸ ਲਹਿਰ ਦੀਆਂ ਜਿਹੜੀਆਂ ਕਿ ਪੰਜਾਬ ਦੀ ਕਾਂਸਟ ਰੈਵੋਲੂਸ਼ਨ ਦੀ ਲਹਿਰ ਹੈ, ਉਸ ਲਹਿਰ ਦੀਆਂ ਇਹੋ ਜਿਹੀਆਂ ਬਹੁਤ ਸਾਰੀਆਂ ਉਲਝਣਾਂ, ਸਮੱਸਿਆਵਾਂ, ਉਹਦੀਆਂ ਪ੍ਰੋਬਲਮਾਂ ਨੇ। ਉਹਦੇ ਵਿੱਚ ਬਹੁਤ ਸਾਰੇ ਹਿੱਸੇ ਆਏ, ਬਹੁਤ ਸਾਰੇ ਹਿੱਸੇ ਤਿਲਕ ਕੇ, ਕੋਈ ਈਵਨ ਕਿ ਉਹਦੇ ਵਿੱਚ ਲੀਡਰਸ਼ਿਪਾਂ ਵੀ ਸੋਧਵਾਦੀ ਹੋ ਗਈਆਂ। ਮੈਂ ਕਹਿੰਦਾ ਪੰਜਾਬ ਦੇ ਤਾਂ ਛੱਡੋ, ਸਤਿਆ ਨਾਰਾਇਣ ਵਰਗੇ ਲੀਡਰ ਜਿਹੜੇ ਮੁੜ ਕੇ ਪਾਰਲੀਮੈਂਟ ਦੀ ਦਲਦਲ 'ਚ ਗਏ, ਹੋਰ ਕਿੰਨੇ ਲੀਡਰ ਟੌਪ ਦੇ, ਈਵਨ ਕਿ ਮਿਸ਼ਰੇ ਹੋਰੀ, ਹੋਰ ਕਿੰਨੇ ਜਿਹੜੇ ਉਹ ਨਹੀਂ ਮੁੜ ਕੇ ਕਾਮਿਊਨਿਸਟ ਰੈਵੋਲੂਸ਼ਨ ਦੀ ਲਹਿਰ 'ਚ ਉਹਨਾਂ ਪੈਂਤੜਿਆਂ ਤੇ ਖੜ੍ਹ ਸਕੇ। ਸ਼ਰਾਫ ਵਰਗੇ, ਹਾਂ, ਸ਼ਰਾਫ ਉਹ ਮਾਰਕਸਿਜ਼ਮ ਲੈਨਿਜ਼ਮ ਅਥਾਰਟੀ ਛੱਡ ਗਏ। ਇਸ ਕਰਕੇ ਇਹ ਤਾਂ ਬਾਹਲਾ ਵੱਡਾ ਕੁਐਸਚਨ ਹੈ ਦੁਨੀਆ ਦੇ ਵਿੱਚ, ਕੌਣ ਇਸ ਸਿਧਾਂਤ ਤੇ ਖੜ ਸਕਿਆ ਤੇ ਕੌਣ ਇਸ ਸਿਧਾਂਤ ਤੋਂ ਥਿੜਕ ਗਿਆ। ਇਹਨਾਂ ਗੱਲਾਂ ਦੇ ਜਵਾਬ ਹੈ ਜਿਹੜੇ ਉਹ ਅੱਜ ਬੈਠ ਕੇ ਕਿਸੇ ਇਹੋ ਜਿਹੇ ਮੌਕੇ ਉਹ ਦੇਣੇ ਤਾਂ ਮੁਸ਼ਕਿਲ ਨੇ। ਉਹ ਤੁਸੀਂ ਕਹਿ ਨਹੀਂ ਸਕਦੇ ਵੀ ਅਗਲਾ, ਇਹਦਾ ਮਤਲਬ ਕਿ ਬਹੁਤ ਵਾਰੀ ਬੰਦੇ 20-20 ਸਾਲ ਮੂਵਮੈਂਟ 'ਚ ਤੁਰੇ ਫਿਰਦੇ ਹੁੰਦੇ ਨੇ, ਅੰਦਰ ਉਹਨਾਂ ਦਾ ਤਬਦੀਲ ਨਹੀਂ ਹੋਇਆ ਹੁੰਦਾ। ਤੇ ਜਦੋਂ ਅੰਦਰ ਨਹੀਂ ਤਬਦੀਲ ਹੋਇਆ ਹੁੰਦਾ, ਜਦੋਂ ਸਿਚੁਏਸ਼ਨ ਥੋੜ੍ਹੀ ਜਿਹੀ ਬਦਲ ਕੇ ਆਉਂਦੀ ਹੈ, ਤਾਂ ਉਹ ਆਪਦੀ ਉਸ ਲਾਈਨ ਨੂੰ, ਉਸ ਗੱਲ ਨੂੰ ਉੱਥੇ ਇੰਪਲੀਮੈਂਟ ਨਹੀਂ ਕਰ ਪਾਉਂਦੇ। ਇਹ ਤਾਂ ਪੰਜਾਬ ਦੀ ਮੂਵਮੈਂਟ ਦਾ ਇਹਦਾ ਪੈਰਾਮੀਟਰ ਕੀ ਹੋਊਗਾ, ਅੰਦਰ ਚੇਂਜ ਹੋ ਗਿਆ ਜਾਂ ਨਹੀਂ ਹੋਇਆ? ਹਾਂ, ਇਹਦਾ ਪੈਰਾਮੀਟਰ ਹੁੰਦਾ ਵੀ ਅਗਲੇ ਦਾ ਉਹਨਾਂ ਸਟਰਗਲਾਂ ਦੇ ਵਿੱਚ, ਉਹਨਾਂ ਸਿਚੁਏਸ਼ਨਾਂ ਦੇ ਵਿੱਚ ਨਿਭਾ ਕਿਵੇਂ ਆ। ਪੈਰਾਮੀਟਰ ਤਾਂ ਮੈਂ ਤੁਹਾਨੂੰ ਇਦੋਂ ਵੱਡਾ ਕਹਿਣਾ। ਜੇ ਮੈਂ ਕਹਿੰਦਾ ਇਹਨਾਂ ਦੇ ਨਿਭਾ ਨਹੀਂ ਸੀ ਫਿਰ? ਹਾਂ, ਇਹਨਾਂ ਦੇ ਨਿਭਾ ਜਦੋਂ ਉਹ ਸਿਚੁਏਸ਼ਨਾਂ ਸੀਗੀਆਂ, ਸਿਚੁਏਸ਼ਨਾਂ ਨਹੀਂ ਉਦੋਂ ਪਹਿਲਾਂ ਦੇ ਨਿਭਾ ਰਹੇ, ਇਹਨਾਂ ਦੇ ਰਹੇ ਤੁਹਾਡੀ ਪਾਰਟੀ 'ਚ ਜਾਂ ਤੁਹਾਡੇ ਮੂਵਮੈਂਟ ਦੇ ਅੰਦਰ? ਨਹੀਂ, ਦੇਖੋ, ਨਿਭਾ ਦਾ ਪੀਰੀਅਡ ਹੁੰਦਾ ਨਾ। ਮੈਂ ਤੁਹਾਨੂੰ ਉਹੀ ਐਗਜ਼ਾਮਪਲ ਦੇਣ ਲੱਗਿਆ। ਕੋਈ ਇਦੋਂ ਵੀ ਵੱਡਾ ਕੁਐਸਚਨ ਹੈ, ਜਿਹੜੇ ਲੀਡਰ ਮਾਓ ਦੇ ਨਾਲ ਰਹੇ ਸੀ। ਮੈਂ ਕਹਿੰਦਾ ਇਹ ਪੰਜਾਬ ਦੀ ਕਮਿਊਨਿਸਟ ਮੂਵਮੈਂਟ ਜਾਂ ਇੰਡੀਆ ਦੀ ਕਮਿਊਨਿਸਟ ਮੂਵਮੈਂਟ ਤੋਂ ਉਹਦੇ ਮੁਕਾਬਲੇ ਗੱਲ ਕੀ ਆ? ਜੇ ਮਾਓ ਦੇ ਨਾਲ ਰਹੇ ਲੀਡਰ 3 ਵਰਲਡ ਥਿਊਰੀ ਤੇ ਚਲੇ ਗਏ, ਮਾਓ ਦੇ ਨਾਲ ਹੀ ਰਹੇ ਸੀ ਨਾ, 3 ਵਰਲਡ ਥਿਊਰੀ ਆਈ, ਉਹ ਟੋਟਲੀ ਜਿਹੜੀ ਰਿਫਾਰਮਿਸਟ ਥਿਊਰੀ ਸੀ, ਉਹ ਦੁਨੀਆ ਦੇ ਅੰਦਰ ਇੰਪੀਰੀਅਲਿਸਟਾਂ ਦੇ ਨਾਲ ਰਲ ਕੇ, ਤੀਜੀ ਦੁਨੀਆ ਦੇ ਮੁਲਕਾਂ ਦੇ ਹਾਕਮਾਂ ਨੂੰ ਕਹਿੰਦੀ ਸੀ ਵੀ ਤੁਸੀਂ ਹੁਣ ਇੰਪੀਰੀਅਲਿਸਟਾਂ ਨਾਲ ਰਲ ਕੇ, ਇੱਕ ਮੁਲਕ ਨਾਲ ਰਲ ਕੇ, ਤੇ ਜਿਹਦਾ ਮਤਲਬ ਸੀ ਕਮਿਊਨਿਸਟ ਰੈਵੋਲੂਸ਼ਨਰੀ ਜਿਹੜੇ ਇਹਨਾਂ ਮੁਲਕਾਂ ਦੇ ਆਪਦੀ ਸਟਰਗਲ ਤਿਆਗ ਦੇਣ ਤੇ ਹਾਕਮਾਂ ਨਾਲ ਰਲ ਕੇ ਉਹ ਉਹਦੇ 'ਚ ਚਲੇ ਗਏ। ਜੇ ਉਹ ਲੀਡਰ ਨਹੀਂ ਖੜ ਸਕੇ ਉਹਨਾਂ ਸਿਚੁਏਸ਼ਨਾਂ 'ਚ, ਫਿਰ ਪੰਜਾਬ ਦਿਆਂ ਕੋਲੇ ਤਾਂ ਥੋੜ੍ਹਾ ਐਕਸਪੀਰੀਅੰਸ ਸੀ। ਪੰਜਾਬ ਵਾਲਿਆਂ ਤਾਂ ਜਿਹਨਾਂ ਦੀ ਤੁਸੀਂ ਗੱਲ ਕਰ ਰਹੇ ਹੋ ਸਾਰੇ ਤਾਂ, ਕਿਸੇ ਦਾ 10 ਸਾਲ ਦਾ ਪੀਰੀਅਡ ਹੈ, ਕਿਸੇ ਦਾ 5 ਸਾਲ ਦਾ ਪੀਰੀਅਡ ਹੈ, ਕਿਸੇ ਦਾ 8 ਸਾਲ ਦਾ ਪੀਰੀਅਡ ਹੈ। ਇਹਨਾਂ ਪੀਰੀਅਡ ਦੇ ਵਿੱਚ ਯੂਥ ਤੁਰਦਾ ਹੈ, ਬਹੁਤ ਵੱਡਾ ਹਿੱਸਾ ਉਹ ਸੀ ਜਿਹੜਾ ਯੂਥ ਸੀ। ਯੂਥ ਇੰਸਪਾਇਰ ਹੁੰਦਾ ਗੱਲਾਂ ਤੋਂ, ਇੱਕ ਵਾਰੀ ਵੱਡੀਆਂ ਤੋਂ, ਉਹਦੇ ਅੰਦਰ ਆਈਡੀਓਲੋਜੀ ਕਈ ਵਾਰੀ ਉਹ ਪੋਲੀਟਿਕਸ ਨਹੀਂ ਰਚੀ ਹੁੰਦੀ। ਜਦੋਂ ਉਸ ਲੈਵਲ ਤੇ ਨਹੀਂ ਰਚੀ ਹੁੰਦੀ, ਨਵੀਆਂ ਸਿਚੁਏਸ਼ਨਾਂ ਸਾਹਮਣੇ ਆਉਂਦੀਆਂ, ਕਿਉਂਕਿ ਬਹੁਤ ਭਾਵਨਾਤਮਕ ਇਸ਼ੂ ਸੀ। ਮੈਂ ਤਾਂ ਕਹਿ ਰਿਹਾ, ਉਹਨਾਂ ਦਾ ਕਲੇਮ ਇਹ ਹੈ ਕਿ ਅਸੀਂ ਇਹਨਾਂ ਕੁਐਸਚਨਾਂ ਛੱਡ ਕੇ, ਤੁਹਾਡਾ ਕਲੇਮ ਇਹ ਹੈ ਕਿ ਉਹ ਨਹੀਂ ਛੱਡ ਕੇ ਗਏ। ਪੇਪਰਾਂ 'ਚ ਹੋ ਸਕਦਾ, ਪਰ ਉਦੋਂ ਬਾਅਦ ਉਹਨਾਂ ਨੇ ਬਹੁਤ ਇਮੋਸ਼ਨਲ ਪੋਜੀਸ਼ਨਾਂ ਲਈਆਂ, ਇੱਕ ਇਮੋਸ਼ਨਲ ਦੌਰ ਸੀਗਾ। ਹਾਂ, ਤਾਂ ਇਹ ਮੰਨਿਆ ਜਾਵੇ ਕਿ ਕਈ ਵਾਰ ਜਿਹੜੀਆਂ ਪਾਰਟੀਆਂ ਹੁੰਦੀਆਂ ਜਾਂ ਮੂਵਮੈਂਟ ਹੁੰਦੀ ਹੈ, ਉਹ ਪੋਜੀਸ਼ਨ ਜਿਹੜੀ ਪੋਜੀਸ਼ਨ ਲੈਣੀ ਚਾਹੀਦੀ ਹੈ, ਕਈ ਵਾਰ ਨਹੀਂ ਲੈ ਪਾਉਂਦੀ, ਜਿਹਦੇ 'ਚ ਇੱਕ ਹਿੱਸਾ ਐਂ ਹੋ ਜਾਂਦਾ। ਮੈਂ ਤੁਹਾਡੇ ਇਕੱਲਿਆਂ ਦੀ ਗੱਲ ਨਹੀਂ ਕਰ ਰਿਹਾ, ਬਹੁਤ ਸਾਰੀਆਂ ਥਾਵਾਂ 'ਤੇ ਡਿਵੀਜ਼ਨਾਂ ਹੋਈਆਂ ਨੇ। ਨਹੀਂ, ਦੇਖੋ,
ਮੈਂ ਇਹਨੂੰ ਮੈਂ ਇੱਕ ਸਵਾਲ ਦੀ ਗੱਲ ਵੀ ਨਹੀਂ ਕਰ ਰਿਹਾ ਜਿਹੜੀ ਉਹ 84 ਦੇ ਦੌਰ 'ਚ ਹੋਇਆ, ਹੋਰ ਬਹੁਤ ਸਾਰੇ ਮੌਕਿਆਂ ਤੇ ਇੰਡੀਆ ਦੇ ਅੰਦਰ ਬਹੁਤ ਸਾਰੀਆਂ ਥਾਵਾਂ ਤੇ ਸਪਲਿਟ ਹੋਏ। ਨਹੀਂ, ਹਾਂ, ਬਹੁਤ ਥਾਵਾਂ ਤੇ ਸਪਲਿਟਾਂ ਹੋਈਆਂ। ਪੰਜਾਬ, ਮੈਂ ਕਹਿੰਦਾ ਇੰਡੀਆ ਦੀ ਕਮਿਊਨਿਸਟ ਮੂਵਮੈਂਟ ਦੀ ਸਪਲਿਟਾਂ ਦੀ ਕਹਾਣੀ ਦੀ ਚਰਚਾ ਕਰਨੀ ਕਾਫੀ ਮੁਸ਼ਕਲ ਕੰਮ ਹੈ, ਕਿਉਂਕਿ ਇੰਨੇ ਪਰਮੂਟੇਸ਼ਨ ਕੰਬੀਨੇਸ਼ਨ ਨੇ, ਇੰਨਾ ਕੁਝ ਵਾਪਰਿਆ ਹੋਇਆ ਇਹਨਾਂ 50 ਸਾਲਾਂ 'ਚ, ਅੱਡ-ਅੱਡ ਇਸ਼ੂ ਬਣੇ ਨੇ। ਮੈਂ ਕਹਿੰਦਾ ਸਪਲਿਟਾਂ ਦੀ ਗੱਲ ਕਰਨੀ ਹੈ, ਇੰਡੀਆ ਦੇ ਵਿੱਚ ਸਪਲਿਟ ਤਾਂ ਹੋਈ ਜਦੋਂ ਨਕਸਲਾਈਟ ਮੂਵਮੈਂਟ ਚੱਲੀ, ਤਾਂ ਨਕਸਲਾਈਟ ਮੂਵਮੈਂਟ ਚੱਲਣ ਵੇਲੇ ਐਨ ਸ਼ੁਰੂ 'ਚ ਸਪਲਿਟ ਹੋ ਗਈ। ਕਿਉਂ? ਇੱਕ ਜਿਹਨੂੰ ਜਮਾਤੀ ਦੁਸ਼ਮਣ ਦੇ ਸਫਾਏ ਦੀ ਲਾਈਨ ਕਹਿੰਦੇ ਸੀ, ਇੱਕ ਟ੍ਰੈਂਡ ਉਹ ਹੋ ਗਿਆ। ਦੂਜਾ ਟ੍ਰੈਂਡ ਕਹਿੰਦਾ ਸੀ ਜਿਹੜਾ ਰੈਵੋਲੂਸ਼ਨਰੀ ਮਾਸ ਲਾਈਨ ਲਾਗੂ ਕਰੋ, ਲੋਕਾਂ ਨੂੰ ਤਿਆਰ ਕਰੋ, ਅੰਸ਼ਕ ਤੇ ਆਰਥਿਕ ਮੁੱਦਿਆਂ ਤੇ ਘੋਲ ਆ ਜਿਹੜੇ ਉਹਨਾਂ ਦੇ ਵਿੱਚ ਦੀ ਲੰਘਾਓ ਲੋਕਾਂ ਨੂੰ। ਕਿਉਂਕਿ ਤੁਸੀਂ ਜਿਹੜੇ ਜਮਾਤੀ ਦੁਸ਼ਮਣ ਦੇ ਸਫਾਏ ਵਾਲੇ ਸੀ, ਉਹ ਅਸਲ ਦੇ ਵਿੱਚ ਜਿਹੜੀ ਨਕਸਲਵਾੜੀ 'ਚ ਬਗਾਵਤ ਹੋਈ, ਉਸ ਬਗਾਵਤ ਦੇ ਵਿੱਚ ਜਿਹੜਾ ਇਹ ਕੁਐਸਚਨ ਸੀ ਵੀ ਜ਼ਮੀਨ ਦਾ ਸਵਾਲ ਤੇ ਸੱਤਾ ਦਾ ਸਵਾਲ, ਇਹਨੂੰ ਬਹੁਤ ਇਫੈਕਟਿਵਲੀ ਗੁੰਦਿਆ ਗਿਆ ਸੀ। ਐਕਚੁਅਲ 'ਚ ਉਹਦੇ ਕੰਟੈਂਟ ਨੂੰ ਫੜਨ ਤੋਂ ਅਸਮਰੱਥ ਰਹੇ। ਜਿਹੜੇ ਕਹਿਣ ਲੱਗ ਗਏ ਵੀ ਜ਼ਮੀਨ ਛੱਡੋ, ਜ਼ਮੀਨ ਦੀ ਗੱਲ ਬਾਅਦ 'ਚ, ਇੱਕ ਜਗੀਰਦਾਰ ਜਾਂ ਪੁਲਿਸ ਵਾਲਾ ਉਹਨੂੰ ਸ਼ੂਟ ਕਰੋ ਤੇ ਇਹਦੇ ਨਾਲ ਲੋਕਾਂ 'ਚ ਉਭਾਰ ਆਊਗਾ। ਜਿਹਨੂੰ ਅਸੀਂ ਅੱਜ ਵੀ ਜਿਹਨੂੰ ਕਹਿੰਦੇ ਵੀ ਉਹ ਅਲਟਰਾ ਲੈਫਟ ਹੈ, ਜਿਹੜੀ ਉਹ ਮਾਰਕੇਬਾਜ਼ ਕਾਰਵਾਈ ਸੀ ਤੇ ਉਹਨੇ ਲਹਿਰ ਦਾ ਨੁਕਸਾਨ ਹੋਇਆ। ਇੱਕ ਉਸੇ ਉਹ ਸੀ ਜਿਨ੍ਹਾਂ ਨੇ ਇਹਦੇ ਰੀਅਲ ਕੰਟੈਂਟ ਨੂੰ ਫੜਿਆ, ਉੱਥੇ ਸਪਲਿਟ ਹੋਈ। ਉਦੋਂ ਬਾਅਦ ਦੇ ਵਿੱਚ ਇੱਕ ਸਪਲਿਟ ਫਿਰ 74 'ਚ ਹੋਈ ਜੇਪੀ ਦੀ ਮੂਵਮੈਂਟ ਵੇਲੇ। ਜੇਪੀ ਦੀ ਮੂਵਮੈਂਟ ਹੈ ਜਿਹੜੀ ਉਹ ਰਾਈਟਿਸਟ ਜਿਹਨੂੰ ਟ੍ਰੈਂਡ ਕਿਹਾ ਗਿਆ, ਉਹ ਜੇਪੀ ਨਾਲ ਰਲ ਕੇ ਕਈ ਕਮਿਊਨਿਸਟ ਰੈਵੋਲੂਸ਼ਨਰੀਆਂ ਨੇ ਸੋਚਿਆ ਵੀ ਇੰਦਰਾ ਗਾਂਧੀ ਦੇ ਖਿਲਾਫ ਲਹਿਰ ਹੈ, ਆਪਾਂ ਜੇਪੀ ਦੇ ਨਾਲ ਰਲ ਕੇ ਹੁਣ ਖਿੱਚ ਦਿਆਂਗੇ ਕੰਮ, ਰੈਵੋਲੂਸ਼ਨ ਕਰਾਂਗੇ ਕਿਉਂਕਿ ਹੁਣ ਲੋਕਾਂ 'ਚ ਉਭਾਰ ਹੈ। ਉਹਨੂੰ ਰਾਈਟਿਸਟ ਕਹਿੰਦੇ ਅਸੀਂ, ਉਹ ਟ੍ਰੈਂਡ, ਉਹ ਸਪਲਿਟ ਹੋਈ। ਇਸ ਕਰਕੇ ਕਦੇ ਸਪਲਿਟ ਲੈਫਟ ਲਾਈਨ ਦੇ ਐਂਗਲ ਤੋਂ ਹੈ, ਕਦੇ ਰਾਈਟ ਦੇ ਐਂਗਲ ਤੋਂ ਆ, ਕਦੇ ਸਪਲਿਟ ਇੰਟਰਨੈਸ਼ਨਲ ਲਾਈਨ ਦੇ ਪ੍ਰਸੰਗ 'ਚ ਹੈ ਵੀ 3 ਵਰਲਡ ਥਿਊਰੀ ਕੀ ਕਹਿੰਦੀ ਹੈ। ਇੱਕ ਮਿੰਟ, ਕਦੇ ਸਪਲਿਟ ਹੈ ਜਿਹੜੀ ਉਹ ਕਿਸੇ ਇੱਕ ਸਟਰਗਲ ਦੇ ਉੱਤੇ ਹੈ, ਕਦੇ ਸਪਲਿਟ ਇਲੈਕਸ਼ਨਾਂ 'ਚ ਜਾਣ ਨੂੰ ਲੈ ਕੇ ਹੈ ਵੀ ਪਾਰਲੀਮੈਂਟ ਰਾਹ ਹੈਗਾ ਕਿ ਨਹੀਂ, ਠੀਕ ਆ ਕਿ ਗਲਤ ਹੈ, ਪਾਰਲੀਮੈਂਟ ਦੀ ਵਰਤੋਂ ਹੋ ਸਕਦੀ ਹੈ ਨਹੀਂ ਹੋ ਸਕਦੀ। ਇਸ ਕਰਕੇ ਸਪਲਿਟ ਜਿੰਨੀਆਂ ਹੋਈਆਂ ਉਹਨਾਂ ਦੇ ਉੱਤੇ ਚਰਚਾ ਕਰਨੀ ਜਾਂ ਉਹਨਾਂ ਦੇ ਸਾਰੇ ਰੀਜ਼ਨ 'ਚ ਜਾਣਾ ਇਸ ਵੇਲੇ। ਜੇ ਮੈਂ ਇੱਕ ਸਪੈਸੀਫਿਕ ਗੱਲ ਪੁੱਛਦਾ, ਕੀ ਤੁਹਾਨੂੰ ਲੱਗਦਾ ਜਿਹੜੀਆਂ ਤੁਹਾਡੀਆਂ ਪੀਸ਼ਨਾਂ ਰਹੀਆਂ, ਜਿੰਨਾ ਪੀਸ਼ਨਾਂ ਕਰਕੇ ਉਹ ਛੱਡ ਕੇ ਗਏ, ਜਿਸ 'ਚੋਂ 84 ਦਾ ਦੌਰ ਇੱਕ ਅਹਿਮ ਸੀਗਾ, ਤੁਸੀਂ ਕਦੇ ਉਹਨਾਂ ਨੂੰ ਰੀਥਿੰਕ ਕੀਤਾ ਜਾਂ ਤੁਹਾਨੂੰ ਲੱਗਦਾ ਬਿਲਕੁਲ ਕਰੈਕਟ ਪੋਜੀਸ਼ਨਾਂ ਸੀ ਉਹ? ਨਹੀਂ, ਦੇਖੋ, ਮੈਂ ਇਹ ਕਹਿਣਾ ਚਾਹੂੰਗਾ ਵੀ ਜਿਹੜੀ ਇੰਡੀਆ ਦੀ ਕਮਿਊਨਿਸਟ ਮੂਵਮੈਂਟ ਦੀ ਹਿਸਟਰੀ ਦੇ ਕੰਟੈਕਸਟ ਜਦੋਂ ਆਪਾਂ ਗੱਲ ਕਰਦੇ ਨਾ ਵੀ ਇੱਥੇ ਇੱਕ ਸਪੈਸੀਫਿਕ ਦੀ ਗੱਲ ਕਰਨੀ ਸੰਭਵ ਨਹੀਂ, ਕੌਣ ਕਦੋਂ ਛੱਡ ਕੇ ਗਿਆ। ਪੁਆਇੰਟ ਕੀ ਹੈ, ਮੈਂ ਕਹਿ ਰਿਹਾ ਪੰਜਾਬ, ਜੇ ਮੰਨ ਲਓ, ਵੈਸੇ ਤਾਂ ਮੈਂ ਕਹਿ ਰਿਹਾ ਵੀ ਇਹ ਫੇਕ ਗੱਲ ਹੈ। ਉਹ ਜਿਹੜੀ ਸਪਲਿਟ ਦੀ ਜਾਂ ਜਿਹੜੇ ਫੇਜ਼ ਦੀ ਤੁਸੀਂ ਗੱਲ ਕਰ ਰਹੇ ਹੋ, ਜੇ 80s ਦੇ ਫੇਜ਼ ਦੇਖੋ, ਮੈਂ ਕਹਿਣਾ ਵੀ ਸਪਲਿਟ ਅੱਡ-ਅੱਡ ਪੱਧਰਾਂ ਤੇ ਅੱਡ-ਅੱਡ ਵੇਲਿਆਂ 'ਚ ਹੋਈ, ਅੱਡ-ਅੱਡ ਇਸ਼ੂਆਂ ਤੇ ਹੋਈ। ਐਕਚੁਅਲ ਦੇ ਵਿੱਚ ਇਹੋ ਜਿਹੀ ਕੋਈ ਸਪਲਿਟ ਨਹੀਂ ਜਿਹੜੀ ਕੋਈ ਪੰਜਾਬੀ ਨੈਸ਼ਨੈਲਿਟੀ ਦੇ ਮਸਲੇ ਜਿਹੜੇ ਕਮਿਊਨਿਸਟ ਰੈਵੋਲੂਸ਼ਨਰੀ ਹਲਕੇ ਨੇ ਉਹਨਾਂ ਦੀ ਪੋਜੀਸ਼ਨ ਜਿਹੜੀ, ਜਿੱਥੋਂ ਤੱਕ ਤਾਂ 80s ਦੀ ਗੱਲ ਹੈ, ਨਾ ਸਿਰਫ 80s ਦੀ, ਉਹ ਅੱਜ ਵੀ ਸਭ ਤੋਂ ਵੱਡੀ ਗੱਲ ਹੈ ਵੀ ਜਿਵੇਂ ਸਾਡਾ ਇਹ ਕਲੇਮ ਹੈ ਵੀ ਪੰਜਾਬੀ ਨੈਸ਼ਨੈਲਿਟੀ ਦੇ ਸਭ ਤੋਂ ਵੱਡੇ ਮਦਈ ਅਸੀਂ ਹੈ। ਕਿਉਂਕਿ ਪੰਜਾਬੀ ਨੈਸ਼ਨੈਲਿਟੀ ਦੇ ਅਸਲ ਕੁਐਸਚਨ ਨੂੰ ਜਦੋਂ ਸੰਬੋਧਿਤ ਹੋਣ ਦਾ ਮਸਲਾ ਆਉਂਦਾ, ਉਹ ਤਾਂ ਇਹ ਵੀ ਪੰਜਾਬੀ ਨੈਸ਼ਨੈਲਿਟੀ ਦੇ ਵਿਕਾਸ ਨੂੰ ਕਿਹਨੇ ਰੋਕਿਆ ਹੋਇਆ। ਪੰਜਾਬੀ ਨੈਸ਼ਨੈਲਿਟੀ ਦੀ ਜਿਹਨੂੰ ਗੁਲਾਮੀ ਲਫ਼ਜ਼ ਵਰਤਿਆ ਜਾਂਦਾ, ਇਹ ਤਾਂ ਸਾਰੀਆਂ ਵੇਗ ਗੱਲਾਂ ਹੁੰਦੀਆਂ ਵੀ ਇੰਡੀਆ ਵਰਸਸ ਪੰਜਾਬ। ਨਾ ਤਾਂ ਪੰਜਾਬ ਦੇ ਅੰਦਰਲੀਆਂ ਕਲਾਸਾਂ ਦੀ ਗੱਲ ਕੀਤੀ ਜਾਂਦੀ ਹੈ ਵੀ ਪੰਜਾਬ ਇੱਕ ਚੀਜ਼ ਹੈ, ਪੰਜਾਬ ਦੇ ਅੰਦਰ ਖੇਤ ਮਜ਼ਦੂਰ ਨੇ, ਪੰਜਾਬ ਦੇ ਅੰਦਰ ਔਰਤਾਂ ਨੇ, ਦਲਿਤ ਨੇ, ਪੰਜਾਬ ਦੇ ਅੰਦਰ ਗਰੀਬ ਲੋਕ ਨੇ, ਪੰਜਾਬ ਦੇ ਅੰਦਰ ਜਗੀਰਦਾਰ ਨੇ, ਸਰਮਾਏਦਾਰ ਨੇ। ਇਹ ਇਦੋਂ ਗਾਹਾਂ ਜਿੱਥੋਂ ਤੱਕ ਹੈਗਾ ਕੁਐਸਚਨ ਪੰਜਾਬ ਦੀ ਨੈਸ਼ਨੈਲਿਟੀ ਦਾ, ਪੰਜਾਬ ਦੀ ਨੈਸ਼ਨੈਲਿਟੀ ਦੇ ਉੱਤੇ ਸਾਮਰਾਜ ਦਾ ਦਬ ਹੈ ਜਿਹੜਾ ਇੰਡੀਅਨ ਸਟੇਟ ਦੇ ਰਾਹੀਂ ਹੈ। ਇਸ ਕਰਕੇ ਕਮਿਊਨਿਸਟ ਰੈਵੋਲੂਸ਼ਨਰੀ ਹੈ ਜਿਹੜੇ ਇਹ ਕਹਿੰਦੇ ਆ ਵੀ ਪੰਜਾਬੀ ਨੈਸ਼ਨੈਲਿਟੀ ਦਾ ਅਸਲ ਵਿਕਾਸ ਇਸ ਗੱਲ ਨਾਲ ਹੋਣਾ ਵੀ ਇਹ ਦਾਬਾ ਜਿਹੜਾ ਸਾਮਰਾਜ ਦਾ, ਜਿਹਨੂੰ ਨਵਬਸਤੀਵਾਦ ਅਸੀਂ ਕਹਿੰਦੇ ਆ, ਉਹ ਖਤਮ ਹੋਵੇ, ਸਾਮਰਾਜੀ ਦਾਬਾ ਤੇ ਗੁਲਾਮੀ ਖਤਮ ਹੋਵੇ, ਪੰਜਾਬ ਦੇ ਅੰਦਰੋਂ ਜਗੀਰਦਾਰੀ ਖਤਮ ਹੋਵੇ, ਇੱਥੇ ਰੈਵੋਲੂਸ਼ਨ ਹੋਵੇ। ਉਹ ਰੈਵੋਲੂਸ਼ਨ ਜਿਹੜਾ ਇੱਥੋਂ ਦੀਆਂ ਸਾਰੀਆਂ ਨੈਸ਼ਨੈਲਿਟੀਆਂ ਨੂੰ ਵੱਖ ਹੋਣ ਦਾ ਅਧਿਕਾਰ ਵੀ ਦਿੰਦਾ ਹੋਵੇ। ਜਿਵੇਂ ਕਸ਼ਮੀਰੀ ਨੈਸ਼ਨੈਲਿਟੀ ਦੀ ਸਟਰਗਲ ਹੈ, ਜਿਵੇਂ ਨਾਰਥ ਈਸਟ ਦੀਆਂ ਨੈਸ਼ਨੈਲਿਟੀ ਦੀ ਸਟਰਗਲ ਹੈ, ਮੈਂ ਇਹਨੂੰ ਪੂਰਾ ਕਰਦਾ ਪੁਆਇੰਟ ਨੂੰ। ਉਹ ਰੈਵੋਲੂਸ਼ਨ ਹੈ ਜਿਹੜਾ ਪੰਜਾਬੀ ਨੈਸ਼ਨੈਲਿਟੀ ਦੇ ਵਿਕਾਸ ਦੇ ਰਾਹ ਖੋਲ੍ਹ ਸਕਦਾ ਹੈ। ਜਿਹੜੇ ਹੁਣ ਕਹਿੰਦੇ ਨੇ ਵੀ ਪਹਿਲੀ ਗੱਲ ਤਾਂ ਪੰਜਾਬ ਦੇ ਅੰਦਰ ਨੈਸ਼ਨਲ ਮੂਵਮੈਂਟ ਨਹੀਂ ਹੈ, ਪੰਜਾਬ ਕੌਮ ਕਹਿੰਦੇ ਨੇ, ਮੈਂ ਇਸੇ ਤੇ ਆ ਰਿਹਾਗਾ, ਤੁਸੀਂ ਸਿੱਖ ਫੰਡਾਮੈਂਟਲ ਦੇ ਸ਼ਬਦ ਵਰਤਿਆ। ਹਾਂ, ਮੈਂ ਸਿੱਖ ਬੁਨਿਆਦ ਪ੍ਰਸਤ ਸ਼ਬਦ ਵਰਤਿਆ। ਉਹ ਕਹਿੰਦੇ ਸਿੱਖ ਕੌਮ ਦਾ ਸੰਘਰਸ਼ ਹੈ, ਇਹ ਸਿੱਖ ਕੌਮ ਆ ਜਿਹੜੀ ਉਹੀ ਪੰਜਾਬ ਨੂੰ ਮੁਕਤੀ ਦਿਵਾ ਸਕਦੀ, ਔਰ ਸਾਡਾ ਉਰੇ ਬੜਾ ਹਿਸਟੋਰੀਕਲ ਦਾਅਵਾ ਹੈਗਾ। ਕੌਮਾਂ ਨੂੰ ਇਹ ਨਹੀਂ ਦੇਖਣਾ ਚਾਹੀਦਾ ਕਿ ਕੌਮਾਂ ਭਾਸ਼ਾ ਆਧਾਰਿਤ ਹੀ ਹੋ ਸਕਦੀਆਂ ਨੇ, ਕੌਮਾਂ ਧਰਮ ਆਧਾਰਿਤ ਵੀ ਹੋ ਸਕਦੀਆਂ ਨੇ। ਹਾਂ, ਕੌਮਾਂ ਇੱਥੇ ਤਾਂ ਫਰਕ ਇਹ ਉਹਨਾਂ ਦਾ ਲੌਜਿਕ ਆ, ਤੁਸੀਂ ਜਾਣਦੇ ਹੋ। ਲੌਜਿਕ ਜਿਹੜਾ ਇਹੀ ਗੱਲ, ਇਸੇ ਨੂੰ ਹੀ ਮੈਂ ਕਹਿਣਾ ਨਾ ਵੀ ਇਹ ਗਲਤ ਲੌਜਿਕ ਹੈ। ਇਹ ਤਾਂ ਪੰਜਾਬੀ ਨੈਸ਼ਨੈਲਿਟੀ ਦੇ ਜੜ੍ਹਾਂ 'ਚ ਤੇਲ ਦੇਣ ਵਾਲੀ ਗੱਲ ਹੈ। ਇਹ ਪੰਜਾਬੀ ਨੈਸ਼ਨੈਲਿਟੀ ਦਾ ਵਿਰੋਧੀ ਨੈਰੇਟਿਵ ਆ। ਕਿਉਂ? ਪੰਜਾਬ ਦੇ ਅੰਦਰ ਹਿੰਦੂ ਨਹੀਂ ਵਸਦੇ, ਪੰਜਾਬ ਦੇ ਅੰਦਰ ਹੋਰ ਧਰਮਾਂ ਦੇ ਲੋਕ ਨਹੀਂ ਵਸਦੇ, ਅਤੇ ਪੰਜਾਬੀ ਨੈਸ਼ਨੈਲਿਟੀ ਹੈ ਜਿਹੜੀ, ਜਦੋਂ ਹੀ ਉਹ ਰਾਜ ਬਣਾਉਣ ਦਾ ਦਾਅਵਾ ਕੀਤਾ ਜਾਂਦਾ, ਧਰਮ ਆਧਾਰਿਤ ਰਾਜ ਬਿਲਕੁਲ ਹੋਰ ਵੱਖਰੀ ਗੱਲ ਹੈ। ਧਰਮ ਆਧਾਰਿਤ ਰਾਜ ਪੰਜਾਬੀ ਨੈਸ਼ਨੈਲਿਟੀ ਦਾ ਵਿਕਾਸ ਨਹੀਂ ਕਰ ਸਕਦਾ, ਇਹਨੂੰ ਵੰਡਦਾ ਹੈ। ਕੀ ਧਰਮ ਦੇ ਆਧਾਰ 'ਤੇ ਪੰਜਾਬ ਪਹਿਲਾਂ ਨਹੀਂ ਵੰਡਿਆ ਗਿਆ?
ਜਦੋਂ 1947 ਦੇ ਵਿੱਚ ਸਾਮਰਾਜੀਆਂ ਨੇ ਵੰਡਿਆ, ਉਹ ਧਰਮ ਦੇ ਆਧਾਰ ਤੇ ਹੀ ਪੰਜਾਬ ਨੂੰ ਵੰਡਿਆ। ਉਹ ਪੰਜਾਬੀ ਨੈਸ਼ਨੈਲਿਟੀ ਦਾ ਨੁਕਸਾਨ ਨਹੀਂ ਸੀ ਕੀ। ਪੰਜਾਬੀ ਨੈਸ਼ਨੈਲਿਟੀ ਨੂੰ ਹੁਣ ਵੀ ਜਦੋਂ ਕੋਈ ਗੱਲ ਕਰੂਗਾ, ਉਦੋਂ ਗਾਹਾਂ ਜਦੋਂ ਪੰਜਾਬੀ ਨੈਸ਼ਨੈਲਿਟੀ ਦੇ ਦਾਅਵੇਦਾਰ ਨੇ ਜਿਹੜੇ, ਉਹ ਪੰਜਾਬੀ ਨੈਸ਼ਨੈਲਿਟੀ ਦੀ ਗੱਲ ਨੂੰ ਸਾਮਰਾਜ ਨਾਲ ਕਦੇ ਵੀ ਟਕਰਾ 'ਚ ਕਿਉਂ ਨਹੀਂ ਲਿਆਉਂਦੇ। ਇੰਡੀਅਨ ਸਟੇਟ ਸਾਮਰਾਜ ਦਾ ਇੱਕ ਟੂਲ ਹੈ ਇੱਥੇ ਰਾਜ ਕਰਨ ਵਾਸਤੇ, ਨਾ ਕਦੇ ਪੰਜਾਬੀ ਨੈਸ਼ਨੈਲਿਟੀ ਦਾ ਜਿਹੜਾ ਰੌਲਾ ਹੈ, ਇਹਦੇ ਵਿਕਾਸ ਦਾ ਰੌਲਾ ਇਸ ਗੱਲ ਨਾਲ ਹੈ। ਨੈਸ਼ਨੈਲਿਟੀ ਕੀ ਹੁੰਦੀ ਹੈ? ਨੈਸ਼ਨੈਲਿਟੀ ਮੈਂ ਥੋੜਾ ਇੱਕ ਵਿੱਚ ਤੁਸੀਂ ਬੋਲਦੇ ਜਾਇਓ, ਕੋਈ ਗੱਲ ਨਹੀਂ। ਫਿਰ ਪੰਜਾਬੀ ਨੈਸ਼ਨੈਲਿਟੀ ਦਾ ਕੁਐਸਚਨ ਕਿਉਂ ਨਹੀਂ ਬਣਿਆ ਪੰਜਾਬ 'ਚ? ਸਿੱਖ ਨੈਸ਼ਨੈਲਿਟੀ ਦਾ ਕੁਐਸਚਨ ਕਿਉਂ ਬਣ ਗਿਆ? ਜਾਂ ਸਿੱਖ ਨੈਸ਼ਨਲਿਜ਼ਮ ਦਾ ਕੁਐਸਚਨ ਕਿਉਂ ਬਣ ਗਿਆ? ਨਹੀਂ ਦੇਖੋ, ਸਿੱਖ ਨੈਸ਼ਨਲਿਜ਼ਮ, ਪੰਜਾਬੀ ਨੈਸ਼ਨਲਿਜ਼ਮ ਦੀ ਤਾਂ ਗੱਲ ਚੱਲ ਸਕਦੀ, ਉਹ ਕਿਉਂ ਨਹੀਂ ਚੱਲੀ? ਫਿਰ ਸਿੱਖ ਨੈਸ਼ਨਲ, ਮੈਂ ਦੱਸਦਾ, ਸਿੱਖ ਨੈਸ਼ਨਲਿਜ਼ਮ ਕੋਈ ਚੀਜ਼ ਨਹੀਂ। ਸਿੱਖਾਂ ਦੇ ਅੰਦਰ ਇੱਕ ਫਿਰਕੂ ਲਹਿਰ ਖੜੀ ਕੀਤੀ ਗਈ, ਜਿਵੇਂ ਦੇਸ਼ ਦੇ ਅੰਦਰ RSS ਨੇ 47 ਤੋਂ ਲਾ ਕੇ ਇੱਕ ਹਿੰਦੂ ਸ਼ਾਵਨਵਾਦ ਖੜਾ ਕੀਤਾ, ਆਈ ਪੰਜਾਬ ਦੇ ਅੰਦਰ ਇੱਕ ਸਿੱਖ ਫਿਰਕੂ ਲਹਿਰ ਖੜੀ ਕੀਤੀ ਗਈ। ਜਿਵੇਂ 47 ਤੋਂ ਪਹਿਲਾਂ ਦੇਸ਼ ਦੇ ਅੰਦਰ ਇੱਕ ਮੁਸਲਮਾਨਾਂ ਦੀ ਫਿਰਕੂ ਲਹਿਰ ਖੜੀ ਕੀਤੀ ਗਈ। ਇਹ ਰੂਲਿੰਗ ਕਲਾਸਾਂ ਦੀ ਇੱਕ ਗੇਮ ਸੀ। ਉਸ ਰੂਲਿੰਗ ਕਲਾਸਾਂ ਦੀ ਗੇਮ ਨੇ ਇਹਨੂੰ, ਜਿਹੜਾ ਪੰਜਾਬੀ ਨੈਸ਼ਨੈਲਿਟੀ ਦੇ ਕੁਝ ਇਸ਼ੂ ਸੀਗੇ, ਜਿਹੜੇ ਇਸ਼ੂਆਂ ਨੂੰ ਫਿਰਕੂ ਰੰਗਤ ਦਿੱਤੀ ਗਈ। ਹੁਣ ਜਿਵੇਂ ਤੁਸੀਂ ਕਹਿੰਦੇ ਹੋ, ਮੈਂ ਇਹੀ ਪੁੱਛ ਰਿਹਾ, ਮੇਰਾ ਇੱਕ ਸਵਾਲ ਤਾਂ ਸੁਣ ਲਓ, ਇਹ ਟਰਨ ਕਿਉਂ ਹੋ? ਮੈਨੂੰ ਇਹ ਥੋੜਾ ਤੁਸੀਂ ਨੂੰ ਅੰਡਰਸਟੈਂਡ ਕਰ ਦਿਓਗੇ ਕਿ ਕਿਉਂ ਪੰਜਾਬੀ ਨੈਸ਼ਨੈਲਿਟੀ ਦਾ ਕੁਐਸਚਨ ਪੰਜਾਬੀ ਨੈਸ਼ਨੈਲਿਟੀ ਤੇ ਖੜਾ ਨਹੀਂ ਰਿਹਾ? ਉਹ ਤਿਲਕ ਕੇ ਉੱਥੇ ਚਲਾ ਗਿਆ, ਜਾਂ ਉੱਥੇ ਸੀਗਾ ਉਹ, ਜਦੋਂ ਐਪਿਕ ਸੈਂਟਰੀ ਉਹ ਸੀਗਾ? ਨਹੀਂ, ਪੰਜਾਬੀ ਨੈਸ਼ਨੈਲਿਟੀ ਦੇ ਜਿਹੜੇ ਇਸ਼ੂ ਸੀਗੇ, ਉਹ ਇਸ ਕਰਕੇ ਤਿਲਕ ਕੇ ਉੱਥੇ ਗਿਆ, ਜਾਂ ਐਂ ਕਹ ਲਓ ਵੀ ਤਿਲਕ ਕੇ ਜਾਣ ਦਾ, ਕਿਉਂਕਿ ਅਗਲਿਆਂ ਦਾ ਕਲੇਮ ਹੈ ਐਪਿਕ ਸੈਂਟਰ ਉਹ ਸੀਗਾ। ਨਹੀਂ, ਸਿੱਖ ਹੀ ਉਹਦਾ ਐਪਿਕ ਸੈਂਟਰ ਨੇ, ਉਹ ਕਹਿੰਦੇ ਆ। ਨਹੀਂ ਦੇਖੋ, ਪੰਜਾਬੀ ਨੈਸ਼ਨੈਲਿਟੀ ਦਾ ਜਿਹੜਾ ਕੁਐਸਚਨ ਹੈ, ਉਹ ਅਸਲ 'ਚ ਫਿਰ ਉਹਦੇ ਤਾਂ ਸਾਰੀ ਬੈਕਗਰਾਊਂਡ 'ਚੋਂ ਗੱਲ ਆ ਜਾਂਦੀ ਹੈ ਵੀ ਜਿਹੜੇ 78 ਤੋਂ ਜੋ ਘਟਨਾਕ੍ਰਮ ਪੰਜਾਬ 'ਚ ਵਾਪਰਿਆ, ਜੋ ਨਿਰੰਕਾਰੀ ਸਿੱਖ ਟਕਰਾਅ ਹੋਇਆ, ਮਤਲਬ ਉਹ ਸਾਰਾ ਜਿਹੜਾ ਪ੍ਰੋਸੈਸ ਹੈ, ਉਹ ਪੰਜਾਬੀ ਨੈਸ਼ਨੈਲਿਟੀ ਦਾ ਇਸ਼ੂ ਨਹੀਂ ਹੈ। ਉਹ ਇੱਕ ਧਾਰਮਿਕ ਲਹਿਰ ਹੈ। ਅਨੰਦਪੁਰ ਦਾ ਮਤਾ, ਅਨੰਦਪੁਰ ਦੇ ਮਤੇ ਦਾ ਕੋਈ ਸੰਬੰਧ ਨਹੀਂ ਪੰਜਾਬੀ ਨੈਸ਼ਨੈਲਿਟੀ ਨਾਲ। ਅਨੰਦਪੁਰ ਦਾ ਮਤਾ ਇੱਕ ਧਾਰਮਿਕ ਮੁੱਦਿਆਂ ਦੇ ਉੱਤੇ, ਇੱਕ ਧਾਰਮਿਕ ਬਹੁ ਗਿਣਤੀ ਜਿਹੜੀ ਇੱਥੇ ਵਸਦੀ ਹੈ, ਉਹਦੇ ਵਾਸਤੇ ਕੁਝ ਵਿਸ਼ੇਸ਼ ਰਿਆਇਤਾਂ ਲੈਣ ਦਾ ਮਸਲਾ ਹੈ। ਅਨੰਦਪੁਰ ਦੇ ਮਤੇ ਦਾ ਪੰਜਾਬੀ ਨੈਸ਼ਨੈਲਿਟੀ ਨਾਲ ਕੋਈ ਸੰਬੰਧ ਨਹੀਂ। ਪਾਣੀਆਂ ਦਾ ਮਸਲਾ, ਜਿਵੇਂ ਉਹਦੇ 'ਚ ਪਾਣੀਆਂ ਦਾ ਮਸਲਾ, ਜਿਹੜਾ ਏਰੀਆਜ਼ ਦਾ ਮਸਲਾ ਗਾ, ਉਹ ਤਾਂ ਪੰਜਾਬੀ ਨਹੀਂ, ਕਮਿਊਨਿਟੀ ਦੇ ਮੈਂ ਉਹੀ ਦੱਸਣ ਲੱਗਿਆ। ਪੰਜਾਬੀ ਨੈਸ਼ਨਲ ਧਾਰਮਿਕ ਮੰਗਾਂ ਤਾਂ ਥੋੜੀਆਂ ਹੋਣਗੀਆਂ, ਸਾਰੀਆਂ ਤਾਂ ਨਹੀਂ ਸੀ। ਨਹੀਂ, ਧਾਰਮਿਕ ਮੁੱਖ ਤੌਰ ਤੇ ਉਹਦੇ 'ਚ ਧਾਰਮਿਕ ਮੰਗਾਂ ਨੇ, ਪਰ ਜਿੱਥੋਂ ਤੱਕ ਪੰਜਾਬੀ ਨੈਸ਼ਨੈਲਿਟੀ ਦੇ ਮੁੱਦਿਆਂ ਦੀ ਗੱਲ ਆ, ਮੈਂ ਇਹ ਕਹਿਣਾ ਵੀ ਇਸ ਗੱਲ ਨਾਲੋਂ ਵੱਧ ਵੀ ਕਿਸੇ ਨੇ ਕੀ ਕਿਹਾ ਜੋ ਅਸੀਂ ਸਮਝਦੇ ਹਾਂ ਪੰਜਾਬੀ ਨੈਸ਼ਨੈਲਿਟੀ ਦੀ ਗੱਲ ਨੂੰ, ਮੈਂ ਉਹਦੇ ਤੇ ਜ਼ੋਰ ਦੇਣਾ ਚਾਹੁੰਦਾ, ਕਿਉਂਕਿ ਬਹੁਤ ਟ੍ਰੈਂਡ ਨੇ। ਇੱਕ ਟ੍ਰੈਂਡ ਥੋੜਾ ਪੰਜਾਬੀ ਨੈਸ਼ਨੈਲਿਟੀ ਬਾਰੇ ਕਿੰਨੇ ਲੋਕ, ਮੈਂ ਇਹੀ ਕਹਿਣਾ, ਇਹਦੀ ਵਿਆਖਿਆ ਕਿ ਮੈਂ ਉਹੀ ਗੱਲ ਮੇਰੀ ਇੱਕ ਗੱਲ ਸੁਣੋ, ਮੰਨ ਲਓ ਇੱਕ ਵਿਆਖਿਆ ਤੁਹਾਡੀ ਆ, ਹਾਂ, ਇੱਕ ਵਿਆਖਿਆ ਕੋਈ ਸਿੱਖ ਨੈਸ਼ਨਲਿਜ਼ਮ ਨੂੰ ਮੰਨਣ ਵਾਲਾ ਬੰਦਾ, ਉਹਦੀ ਵਿਆਖਿਆ ਹੈਗੀ। ਇੱਕ ਕੋਈ ਸੈਂਟਰ ਵਾਲਾ ਬੰਦਾ ਹੋ ਸਕਦਾ, ਉਹਦੀ ਵਿਆਖਿਆ ਹੋ ਸਕਦੀ ਹੈ। ਇੱਕ ਕੋਈ ਹੋਰ ਨਿਰਪੱਖ ਬੰਦਾ, ਕਿਹਦੀ ਵਿਆਖਿਆ ਅੰਤਮ ਹੈ, ਇਹ ਤੈਅ ਕਿਵੇਂ ਹੋਊਗਾ? ਕਿਉਂਕਿ ਜੋ ਤੁਸੀਂ ਕਰਦੇ ਹੋ, ਇਹ ਗੱਲ ਬਹੁਤ ਚੱਲਦੀ ਰਹੀ ਹੈ, ਡਿਬੇਟ ਤੁਹਾਨੂੰ ਪਤਾ, ਕਿਤਾਬਾਂ ਲਿਖੀਆਂ ਗਈਆਂ ਤੇ ਪੰਜਾਬ 'ਚ, ਇਹਦੇ ਪੰਜਾਬ 'ਚ ਮੋਲਕ ਸਿੰਘ ਹੋਰਾਂ ਨੇ ਇੱਕ ਪੂਰੀ ਕਿਤਾਬ, ਤੁਹਾਡੇ ਯਾਦ ਹੋਊਗਾ, ਡਿਬੇਟ ਹੋਈ ਇਸ ਗੱਲ ਦੇ ਉੱਤੇ, ਬਹੁਤ ਡਿਸਕਸ਼ਨ ਹੋਈ, ਜਿਸ 'ਚ ਬਹੁਤ ਸਾਰੇ ਆਰਟੀਕਲ ਉਧਰੋਂ ਲਿਖੇ ਗਏ, ਬਹੁਤ ਸਾਰੇ ਆਰਟੀਕਲ ਇੱਧਰ ਪੰਜਾਬ ਟਾਈਮ 'ਚ ਡਿਬੇਟ ਚੱਲੀ, ਤੁਹਾਡੇ ਡਿਬੇਟ ਦਾ ਤਾਂ ਉਹਦੇ 'ਚ ਫਿਰ ਮੈਂ ਉਹੀ ਗੱਲ ਕਰ ਰਿਹਾ ਤਾਂ ਨਹੀਂ, ਮੈਂ ਕਹਿੰਦਾ ਡਿਬੇਟ ਇਹ ਕੌਣ ਦੱਸੂਗਾ ਕਿ ਨੈਸ਼ਨੈਲਿਟੀ ਕੀ ਹੁੰਦੀ ਹੈ? ਕਿਉਂਕਿ ਤੁਹਾਡੀ ਨੈਸ਼ਨੈਲਿਟੀ ਦੀ ਡੈਫੀਨੇਸ਼ਨ ਹੋਰ ਸਕਦੀ, ਉਹਨਾਂ ਦੀ ਹੋਰ ਹੈ। ਇਸ ਡਿਬੇਟ ਦਾ ਅੰਤਮ ਨਿਪਟਾਰਾ ਤਾਂ ਕਿਸੇ ਨੇ ਨਹੀਂ ਦੱਸਣਾ। ਅੰਤਮ ਨਿਪਟਾਰਾ ਤਾਂ ਪ੍ਰੈਕਟਿਸ 'ਚ ਹੀ ਹੋਣਾ, ਲੋਕਾਂ 'ਚ ਹੀ ਹੋਣਾ। ਪੰਜਾਬੀ ਨੈਸ਼ਨੈਲਿਟੀ ਦੀ ਲੜਾਈ ਸਾਡੇ ਹਿਸਾਬ ਨਾਲ, ਦੇਖੋ, ਪੰਜਾਬੀ ਨੈਸ਼ਨੈਲਿਟੀ ਦੇ ਮੈਂ ਮੂਲ ਮੁੱਦਿਆਂ ਦੀ ਗੱਲ ਪਹਿਲਾਂ ਕੀਤੀ ਹੈ। ਪੰਜਾਬੀ ਨੈਸ਼ਨੈਲਿਟੀ ਦਾ ਵਿਕਾਸ ਸਾਮਰਾਜ ਨੇ ਰੋਕਿਆ ਹੋਇਆ, ਅਧਰੰਗਿਆ ਹੋਇਆ, ਉਹਦਾ ਦਾਬਾ ਇੱਥੋਂ ਚੱਕਿਆ ਜਾਣਾ ਚਾਹੀਦਾ। ਤੇ ਇਹਦੇ ਅੰਦਰੋਂ ਜਗੀਰੂ ਰਿਸ਼ਤੇ ਆ, ਜਿਹੜੀ ਅਸੀਂ ਜਗੀਰੂ ਲੁੱਟ-ਖਸੁੱਟ ਕਹਿੰਦੇ ਆ, ਜਗੀਰਦਾਰਾਂ ਦਾ ਗਲਬ ਹੈ ਜਿਹੜਾ, ਉਹ ਖਤਮ ਹੋਣਾ ਚਾਹੀਦਾ। ਇਹ ਦੋ ਗੱਲਾਂ ਖਤਮ ਹੋਣ ਦਾ ਸੰਬੰਧ ਹੈ ਪੰਜਾਬੀ ਨੈਸ਼ਨੈਲਿਟੀ ਦੇ ਅੰਤਮ ਵਿਕਾਸ ਨਾਲ, ਜਿਹਨੂੰ ਅਸੀਂ ਫੁੱਲ ਫਲੈਜ ਵਿਕਾਸ ਕਵਾਂਗੇ, ਇਹਦੀ ਕਾਇਆ ਪਲਟੀ ਨਾਲ। ਇਸ ਸਟੇਟ ਦੇ ਵਿਦਨ, ਇੰਡੀਅਨ ਸਟੇਟ ਦੇ ਵਿੱਚ ਜਦੋਂ ਪੰਜਾਬੀ ਨੈਸ਼ਨੈਲਿਟੀ ਦੇ ਮੁੱਦੇ ਆਉਂਦੇ ਨੇ, ਉਹ ਮੁੱਦੇ ਹੈਗੇ ਨੇ। ਪਾਣੀਆਂ ਦਾ ਮੰਨ ਲਓ ਮੁੱਦਾ, ਐਂ ਨਹੀਂ ਵੀ ਉਹ ਕੋਈ ਮੁੱਦਾ ਨਹੀਂ, ਮੁੱਦਾ ਹੈਗਾ, ਉਹਨੂੰ ਡਿਸਟੋਰਟ ਕਰਕੇ, ਉਹਨੂੰ ਜਿਹੜੀ ਰੰਗਤ ਹੈ, ਉਹ ਲੋਕ ਵਿਰੋਧੀ ਰੰਗਤ ਬਣਾ ਕੇ ਲੋਕਾਂ ਨੂੰ ਲੜਾਉਣ ਦੀ ਪੱਧਰ ਤੇ ਲਿਆਇਆ ਜਾਂਦਾ, ਉਹ ਗੱਲ ਵੱਖਰੀ ਹੈ, ਉਹ ਇਸ਼ੂ ਹੈਗਾ। ਪੰਜਾਬੀ ਬੋਲਦੇ ਇਲਾਕਿਆਂ ਦਾ ਇਸ਼ੂ ਹੈਗਾ, ਪਰ ਪੰਜਾਬੀ ਬੋਲਦੇ ਇਲਾਕਿਆਂ ਦਾ ਇਸ਼ੂ ਜਿਹੜੇ ਦਾਅਵਾ ਕਰਦੇ ਨੇ ਅਸੀਂ ਚੱਕਦੇ ਹਾਂ, ਜਿਹੜੇ ਅਕਾਲੀ ਵੀ ਦਾਅਵਾ ਕਰਦੇ ਰਹੇ ਨੇ, ਉਹ ਪੰਜਾਬੀ ਬੋਲਦੇ ਇਲਾਕਿਆਂ ਦਾ ਇਸ਼ੂ ਥੋੜ੍ਹਾ ਚੱਕਦੇ ਨੇ। ਉਹ ਤਾਂ ਪੰਜਾਬ ਦੇ ਰਾਜਿਆਂ ਵਜੋਂ ਸੈਂਟਰ ਗਵਰਨਮੈਂਟ ਨਾਲ ਲੈ ਦੇ ਕਰਦੇ ਨੇ, ਜਿਵੇਂ ਰਿਆਸਤ ਦੇ ਅੰਦਰ ਇਲਾਕੇ ਨਹੀਂ ਵੰਡੇ ਜਾਂਦੇ ਹੁੰਦੇ ਵੀ ਤੁਸੀਂ ਇੰਨੇ ਹਿੰਦੀ ਵਾਲੇ ਰੱਖ ਲਓ, ਤੁਸੀਂ ਇੱਧਰਲੇ ਸਾਨੂੰ ਪੰਜਾਬੀ ਵਾਲੇ ਦੇ ਦਿਓ, ਸਾਡੇ 'ਚੋਂ ਆਹ ਲੈ ਜਾਓ, ਅਸੀਂ ਆਹ ਏਰੀਆ ਛੱਡ ਦਿੰਦੇ ਹਾਂ। ਜੇ ਉਹਦੀ ਮੈਂ ਡਿਟੇਲ 'ਚ ਜਾਵਾਂ, ਉਹ ਲੰਬਾ ਚੱਕਰ ਹੈ। ਜਦੋਂ ਇਹ ਜਿਹੜਾ 80s ਦਾ ਪੀਰੀਅਡ ਹੈ, ਜਦੋਂ ਕਮਿਸ਼ਨ ਬਣਦੇ ਰਹੇ ਆ, ਮੰਨ ਲਓ ਚੰਡੀਗੜ੍ਹ ਦੇ ਮਸਲੇ ਦੇ ਉੱਤੇ, ਹਾਂ, ਕਈ ਕਮਿਸ਼ਨ ਨੇ, ਉਹਨਾਂ ਕਮਿਸ਼ਨਾਂ ਦੇ ਵਿੱਚ ਅਕਾਲੀ ਸੌਦੇਬਾਜ਼ੀਆਂ ਇਸ ਹੱਦ ਤੱਕ ਕਰਨ ਤੱਕ ਜਾਂਦੇ ਰਹੇ ਆ ਵੀ ਉਹਦੇ ਬਦਲੇ 'ਚ ਅਸੀਂ ਆਹ ਛੱਡ ਦਿੰਦੇ ਹਾਂ। ਇਹ ਭਲਾ ਪੰਜਾਬੀ ਨੈਸ਼ਨੈਲਿਟੀ ਦਾ ਇਸ਼ੂ ਕਿਵੇਂ ਹੋ ਗਿਆ? ਪੰਜਾਬੀ ਨੈਸ਼ਨੈਲਿਟੀ ਤਾਂ ਯੂਨਾਈਟ ਹੋਣਾ ਚਾਹੂਗੀ। ਜਿਹੜੇ ਵੀ ਏਰੀਏ ਰਹਿੰਦੇ ਨੇ, ਉਹ ਇਹ ਲੈ ਦੇ ਕੌਣ ਕਰਦੇ ਹੁੰਦੇ ਸੀ? ਲੈ ਦੇ ਤਾਂ ਤਲਵਾਰ ਦੇ ਜ਼ੋਰ ਤੇ ਹੱਦਾਂ ਮਿੱਥਣ ਵਾਲੇ ਰਾਜੇ ਕਰਦੇ ਹੁੰਦੇ ਸੀ। ਪੰਜਾਬੀ ਨੈਸ਼ਨੈਲਿਟੀ ਤਾਂ ਨਹੀਂ ਦਾ ਇਸ਼ੂ ਤਾਂ ਨਹੀਂ ਇਹ।
ਉਹ ਚੰਡੀਗੜ੍ਹ ਨੂੰ ਕਿਵੇਂ ਨਜਿੱਠਦੇ ਨੇ? ਜਦੋਂ ਚੰਡੀਗੜ੍ਹ ਕਹਿੰਦੇ ਆ, ਉਹ ਚੰਡੀਗੜ੍ਹ ਆਏ ਨਹੀਂ ਕਹਿੰਦੇ ਵੀ ਪੰਜਾਬੀ ਬੋਲਦੇ ਇਲਾਕੇ ਸੀ ਉਹ ਪੰਜਾਬ ਦੇ, ਇਸ ਕਰਕੇ ਉਹ ਪੰਜਾਬ ਨਾਲ ਜੁੜਨੇ ਚਾਹੀਦੇ ਨੇ। ਬਹੁਤ ਫਰਕ ਹੈ ਇਸ ਗੱਲ 'ਚ। ਅਸੀਂ ਵੀ ਕਹਿੰਦੇ ਹਾਂ ਵੀ ਚੰਡੀਗੜ੍ਹ ਪੰਜਾਬ ਨੂੰ ਮਿਲਣਾ ਚਾਹੀਦਾ। ਅਸੀਂ ਐਂ ਨਹੀਂ ਕਹਿੰਦੇ ਵੀ SYL ਪੰਜਾਬ ਨੂੰ ਮਿਲਣੀ ਚਾਹੀਦੀ ਹੈ, SYL ਨਹੀਂ ਨਿਕਲਣੀ ਚਾਹੀਦੀ। ਇੱਕ ਮਿੰਟ, ਮੈਂ SYL ਤੇ ਆਉਣਾ। ਅਸੀਂ ਕਹਿੰਦੇ ਵੀ ਚੰਡੀਗੜ੍ਹ ਹੈ ਜਿਹੜਾ ਪੰਜਾਬ ਨੂੰ ਮਿਲਣਾ ਚਾਹੀਦਾ, ਇਸ ਕਰਕੇ ਨਹੀਂ ਵੀ ਉਹ ਰਾਜਧਾਨੀ ਹੈ। ਬਾਹਲਾ ਫਰਕ ਹੈ ਇਸ ਗੱਲ 'ਚ। ਇਹ ਤਾਂ ਉਹ ਕਹਿੰਦੇ ਨੇ ਜਿਹੜੇ ਰਾਜੇ ਨੇ, ਜਿਹੜੇ ਇੱਥੋਂ ਦੇ ਹੁਕਮਰਾਨ ਬਣਨਾ ਚਾਹੁੰਦੇ, ਉਹਨਾਂ ਨੂੰ ਚੰਡੀਗੜ੍ਹ ਦੀਆਂ ਆਲੀਸ਼ਾਨ ਇਮਾਰਤਾਂ ਚਾਹੀਦੀਆਂ। ਇਹਦੇ ਬਦਲੇ 'ਚ ਉਹ ਪਿੰਡ ਛੱਡ ਸਕਦੇ ਨੇ ਪੰਜਾਬ ਨਾਲੋਂ। ਜਿਹੜੇ ਪਿੰਡ ਭਾਵੇਂ ਪੰਜਾਬੀ ਬੋਲਦੇ ਹੋਣ, ਉਹ ਚੰਡੀਗੜ੍ਹ ਦੇ ਬਦਲੇ 'ਚ ਉਹ ਪਿੰਡ ਕਹਿ ਦੇਣਗੇ ਤੁਸੀਂ ਹਰਿਆਣੇ 'ਚ ਜਾਓ। ਇਹ ਪੰਜਾਬੀ ਨੈਸ਼ਨੈਲਿਟੀ ਨਾਲ ਧੱਕਾ ਨਹੀਂ ਹੋਇਆ? ਜਦੋਂ ਅਸੀਂ ਕਹਿੰਦੇ ਹਾਂ ਚੰਡੀਗੜ੍ਹ, ਅਸੀਂ ਉਹਦੀਆਂ ਇਮਾਰਤਾਂ ਕਰਕੇ, ਉਹਦੀ ਰਾਜਧਾਨੀ ਕਰਕੇ ਨਹੀਂ ਕਹਿੰਦੇ। ਅਸੀਂ ਕਹਿੰਦੇ ਹਾਂ ਕਿਉਂਕਿ ਉਹ ਇਲਾਕਾ ਉਹ ਸੀ ਜਿੱਥੇ ਸਾਨੂੰ ਲੰਗੜਾ ਸੂਬਾ ਦਿੱਤਾ ਗਿਆ। ਇਸ ਗੱਲ 'ਚੋਂ ਆਉਂਦੀ ਹੈ ਵੀ ਅਸੀਂ ਵਿਕਟਮ ਆ, ਸਾਨੂੰ ਲੰਗੜਾ ਸੂਬਾ ਦਿੱਤਾ ਗਿਆ। ਸਾਡਾ ਲੌਂਗੋਵਾਲ, ਰਾਜੀਵ ਲੌਂਗੋਵਾਲ ਸਮਝੌਤਾ ਵੀ ਤੋੜ ਦਿੱਤਾ ਗਿਆ। ਸਾਨੂੰ ਚੰਡੀਗੜ੍ਹ ਕਮਿਟ ਕੀਤਾ ਗਿਆ, ਹਨਾ। ਸਾਡੇ ਨਾਲ ਅਸੀਂ ਵਿਕਟਮ ਆ। ਉਹ ਇਹ ਮੰਨਦੇ ਆ ਨਾ ਕਿ ਪੂਰੇ ਫੇਜ਼ ਦੇ ਅੰਦਰ ਸਿੰਪਲ ਗੱਲ ਨਹੀਂ, ਤੁਸੀਂ ਮੇਰੀ ਗੱਲ ਸੁਣੋ ਨਾ। ਜਦੋਂ ਉਹਨਾਂ ਨਾਲ ਗੱਲ ਹੁੰਦੀ ਆ, ਉਹ ਪੂਰੇ ਫੇਜ਼ 'ਚ ਇਹ ਕਹਿੰਦੇ ਆ ਕਿ ਵਿਕਟਮ ਕੌਣ ਆ ਦੱਸੋ, ਅਸੀਂ ਆ ਜਾਂ ਇੰਡੀਅਨ ਸਟੇਟ ਹੈਗਾ? ਅਸੀਂ ਵਿਕਟਮ ਆ ਕਹਿੰਦੇ। ਨਹੀਂ, ਇੰਡੀਅਨ ਸਟੇਟ ਨੂੰ ਤਾਂ ਕੋਈ ਵਿਕਟਮ ਨਹੀਂ ਕਹਿੰਦਾ। ਵਿਕਟਮ ਪੰਜਾਬੀ ਨੈਸ਼ਨੈਲਿਟੀ ਆ। ਇੱਥੋਂ ਦੇ ਹੁਕਮਰਾਨ ਜਗੀਰਦਾਰ ਨਹੀਂ ਗੇ ਵਿਕਟਮ। ਇਸ ਗੱਲ 'ਚ ਹਮੇਸ਼ਾ ਫਰਕ ਰਹੂਗਾ। ਨਹੀਂ, ਚੰਡੀਗੜ੍ਹ ਮੰਗਣ ਦੀ ਗੱਲ ਆਉਂਦੀ ਜਦੋਂ ਮੈਂ ਚੰਡੀਗੜ੍ਹ, ਮੈਂ ਤਾਂ ਆਪ ਕਹਿੰਦਾ ਵੀ ਅਸੀਂ ਕਹਿੰਦੇ ਵੀ ਚੰਡੀਗੜ੍ਹ ਮਿਲਣਾ ਚਾਹੀਦਾ। ਮੈਂ ਕਹਿੰਦਾ ਵੀ ਉਹ ਇਸ ਕਰਕੇ ਮੰਗਦੇ ਆ ਵੀ ਕਿਉਂਕਿ ਸਾਨੂੰ ਰਾਜਧਾਨੀ ਨਹੀਂ ਦਿੱਤੀ ਗਈ ਪੂਰੀ ਕੋਈ। ਮੈਂ ਕਿਹਾ ਜੀ ਇਹੀ ਫਰਕ ਹੈ। ਚੰਡੀਗੜ੍ਹ ਉਹਨਾਂ ਨੂੰ ਰਾਜਧਾਨੀ ਦੇ ਰੂਪ 'ਚ ਚਾਹੀਦਾ। ਅਸੀਂ ਕੌਣ ਹੁੰਦੇ ਆ ਰਾਜਧਾਨੀ ਵਾਲੇ? ਪੰਜਾਬ ਦੇ ਕਿਸਾਨ ਮਜ਼ਦੂਰ ਦਾ ਚੰਡੀਗੜ੍ਹ ਕੀ ਲੱਗਦਾ? ਕੋਈ ਰਾਜਧਾਨੀ ਨਹੀਂ। ਕੁਐਸਚਨ ਹੈ ਉਹ ਇਲਾਕਾ ਪੰਜਾਬੀ ਬੋਲਦਾ ਸੀ, ਉਸ ਇਲਾਕੇ 'ਚ ਪੰਜਾਬੀ ਬੋਲਦੇ ਪਿੰਡ ਵਸਦੇ ਸੀ। ਜਾਂ ਤਾਂ ਉਹਦਾ ਦੁਬਾਰਾ ਹੁਣ ਸਰਵੇ ਕਰ ਲੈਣ ਵੀ ਉਹ ਹਿੰਦੀ ਬੋਲਦੇ ਕਿ ਪੰਜਾਬੀ ਬੋਲਦਾ, ਗੱਲ ਅੱਡ ਹੈ। ਜਦੋਂ ਪੰਜਾਬ ਦੇ ਹੁਕਮਰਾਨ ਚੰਡੀਗੜ੍ਹ ਮੰਗਦੇ ਆ, ਉਹ ਮੰਗਦੇ ਆ ਚੰਡੀਗੜ੍ਹ ਦੀਆਂ ਇਮਾਰਤਾਂ, ਰਾਜਿਆਂ ਦਾ ਰਾਜ ਮਹਿਲ ਮੰਗਦੇ ਆ। ਉਹ ਪੰਜਾਬ ਦੇ ਮਜ਼ਦੂਰਾਂ ਕਿਸਾਨਾਂ ਨੂੰ ਰਾਜ ਮਹਿਲ ਦਾ ਕੁਐਸਚਨ। ਰਾਜਧਾਨੀ ਦਾ ਇੱਕ ਰੋਲ ਤਾਂ ਹੁੰਦਾ। ਰਾਜਧਾਨੀ ਕਹਿੰਦੇ ਜਿੱਥੇ ਹੁੰਦੀ ਆ ਉਹਦੇ ਆਲੇ ਦੁਆਲੇ, ਜਿਵੇਂ ਪੰਜਾਬ ਦੀ ਰਾਜਧਾਨੀ ਲਾਹੌਰ ਸੀ, ਸਭ ਤੋਂ ਵੱਧ ਰਿਚਨੈਸ ਉੱਥੇ ਆਈ। ਕਲਚਰ, ਲਿਟਰੇਚਰ, ਆਰਟ, ਹਰ ਚੀਜ਼ ਡਿਵੈਲਪ ਤਾਂ ਹੁੰਦੀ ਹੈ ਰਾਜਧਾਨੀ 'ਚ, ਚਾਹੇ ਉਹ ਐਲੀਟ ਕੋਲ ਹੀ ਹੋਵੇ। ਹਾਂ, ਫਿਰ ਪਰ ਡਿਵੈਲਪ ਤਾਂ ਹੁੰਦੀ ਹੈ ਨਾ। ਮਤਲਬ ਕਿਸੇ ਵੀ ਕੌਮ ਦੀ ਧਰੋਹਰ ਨੂੰ ਤੁਸੀਂ ਬੁਰਜੂਆਜੀ ਜਾਂ ਪ੍ਰੋਲੇਟੇਰੀਅਨ 'ਚ ਥੋੜੀ ਕੌਮ ਦੀ ਧਰੋਹਰ ਤਾਂ ਹੀ ਹੁੰਦੀ ਹੈ ਨਾ। ਉਸ ਤਾਂ ਐਲੀਟ ਦੀ ਡਿਵੈਲਪਮੈਂਟ ਨਾਲ ਜੋੜ ਲੈਣਾ ਚਾਹੀਦਾ ਪੰਜਾਬ ਦੇ ਕਿਰਤੀਆਂ ਕਿਸਾਨਾਂ ਨੂੰ, ਆਪਦੀ ਹੋਣੀ ਨੂੰ। ਵੀ ਜੇ ਐਲੀਟ ਦੀ ਡਿਵੈਲਪਮੈਂਟ ਹੋਊਗੀ, ਥੋੜੀ ਬਹੁਤ ਤਾਂ ਟ੍ਰਿਕਲ ਡਾਊਨ ਹੋ ਕੇ ਰਿਸਕ ਸਾਡੇ ਤੱਕ ਵੀ ਆਊਗੀ। ਅਸੀਂ ਇਸ ਫਰੇਮ 'ਚ ਨਹੀਂ ਰਹਿੰਦੇ। ਅਸੀਂ ਕਹਿੰਦੇ ਆ ਟ੍ਰਿਕਲ ਡਾਊਨ ਵਾਲੀ ਡਿਵੈਲਪਮੈਂਟ ਨਹੀਂ, ਰੀਅਲ ਡਿਵੈਲਪਮੈਂਟ। ਪੰਜਾਬੀ ਨੈਸ਼ਨੈਲਿਟੀ ਦੀ ਰੀਅਲ ਡਿਵੈਲਪਮੈਂਟ ਇੰਪੀਰੀਅਲਿਜ਼ਮ ਦੇ ਦਾਅਵੇ ਨਾਲ ਖਤਮ ਹੋਣੀ ਹੈ। ਪੰਜਾਬੀ ਬੋਲੀ ਦਾ ਮਸਲਾ ਖਤਮ ਹੋਊਗੀ ਜਿਵੇਂ ਤੁਹਾਡੇ। ਮੈਂ ਕਹਿੰਦਾ ਪੰਜਾਬੀ ਬੋਲੀ ਦਾ ਮਸਲਾ। ਪਹਿਲੀ ਗੱਲ ਤਾਂ ਪੰਜਾਬ ਦੇ ਅੰਦਰੋਂ ਜਿਹੜੀ ਐਕਸਪਲਾਈਟੇਸ਼ਨ ਹੈ, ਦੋ ਤਰ੍ਹਾਂ ਦੀ ਐਕਸਪਲਾਈਟੇਸ਼ਨ ਹੈ। ਪੰਜਾਬ ਦੀ ਗੱਲ ਕੀਤੀ ਜਾਂਦੀ ਹੈ। ਪੰਜਾਬ ਵਰਸਸ ਕਦੇ ਇੰਡੀਆ ਕਰ ਲਿਆ, ਕਦੇ ਪੰਜਾਬ ਵਰਸਸ ਕੋਈ ਹੋਰ ਕਰ ਲਿਆ। ਕੁਐਸਚਨ ਕੀ ਹੈ? ਪੰਜਾਬ ਦੇ ਅੰਦਰ ਇੱਕ ਇੰਪੀਰੀਅਲਿਸਟਾਂ ਦੀ ਐਕਸਪਲਾਈਟੇਸ਼ਨ, ਸਾਮਰਾਜੀ ਲੁੱਟ ਹੈ, ਤੇ ਦੂਜੀ ਜ਼ਗੀਰਦਾਰੀ ਲੁੱਟ ਹੈ। ਪੰਜਾਬ ਦੇ ਅੰਦਰੋਂ ਕਿੰਨਾ ਪੈਸਾ ਮਲਟੀਨੈਸ਼ਨਲ ਕੰਪਨੀਆਂ ਲੁੱਟ ਕੇ ਲਿਜਾ ਰਹੀਆਂ, ਇਹਦੇ ਕੋਈ ਜੇ ਫਿਗਰਾਂ ਚੱਕੇ, ਜੇ ਇਹਦੀ ਕੋਈ ਗੱਲ ਕਰੇ, ਇਹ ਸਭ ਤੋਂ ਵੱਡਾ ਪੰਜਾਬੀ ਕੌਮੀਅਤ ਦਾ ਉਹਦੇ ਨਾਲ ਧਰੋਹ ਆ, ਜਾਂ ਉਹਦੇ ਤੇ ਦਾਬਾ, ਉਹਦੀ ਗੁਲਾਮੀ ਦਾ ਸੱਟਾ ਹੈ। ਇਹਦੇ ਖਿਲਾਫ ਜਿਹੜੇ ਪੰਜਾਬੀ ਕੌਮੀਅਤ ਦੇ ਦਾਅਵੇਦਾਰ ਬਣਦੇ ਹੁੰਦੇ ਆ, ਜਿਹੜੇ ਚੰਡੀਗੜ੍ਹ ਮੰਗਦੇ ਹੁੰਦੇ ਆ, ਜਾਂ ਜਿਹੜੇ ਆ ਸਾਰੇ ਪੰਜਾਬੀ ਬੋਲਦੇ ਇਲਾਕੇ, ਜਿਹੜੇ ਸਮਝੌਤੇ, ਜਿਹੜੇ ਐਕਚੁਅਲ 'ਚ ਉਹ ਪੰਜਾਬੀ ਕੌਮੀਅਤ ਦੇ ਨਾਂ ਦੇ ਉੱਤੇ ਦਿੱਲੀ ਦੇ ਤਖਤ ਨਾਲ ਸੌਦੇ ਕਰ ਰਹੇ ਹੁੰਦੇ ਆ। ਇਹ ਇਸ਼ੂ ਹੈ। ਇਸ ਕਰਕੇ ਉਹ ਲਹਿਰ ਵੀ ਸਾਰੀ ਲਹਿਰ ਦਿੱਲੀ ਦੇ ਤਖਤ ਨਾਲ ਸੌਦੇਬਾਜ਼ੀ ਦੀ ਲਹਿਰ ਹੀ ਹੈ। ਜਿਹੜੀ ਦਾਅਵਾ ਕਰਦੀ ਰਹੀ ਹੈ, ਉਹ ਤਾਂ ਸੌਦੇਬਾਜ਼ੀ ਹੁੰਦੀ ਤਾਂ ਉਦੋਂ ਵੋਟਾਂ 'ਚ ਚਲੀ ਜਾਂਦੀ ਹੈ ਗੱਲ, ਉਦੋਂ ਉਹ ਇੱਕ ਧਰਮ ਨਾਲ ਜੁੜ ਜਾਂਦੀ ਹੈ। ਮੈਂ ਤਾਂ ਬਾਰ-ਬਾਰ ਕਹਿ ਰਿਹਾ, ਇੱਕ ਧਰਮ ਦੀਆਂ ਗੱਲਾਂ ਕਰਕੇ ਪੰਜਾਬੀ ਕੌਮ ਦਾ ਨੁਕਸਾਨ ਕੀਤਾ ਗਿਆ। ਪੰਜਾਬੀ ਕੌਮੀਅਤ ਹੈ ਜਿਹੜੀ, ਉਹਦੀ ਅਸਲ 'ਚ ਜਿਹੜੀ ਲਹਿਰ ਬਣਦੀ ਹੈ। ਹੁਣ ਮੈਂ ਇੱਕ ਹੋਰ ਕੁਐਸਚਨ, ਜਿਹੜਾ ਤੁਸੀਂ ਪਹਿਲਾਂ ਕਿਹਾ ਸੀ, ਤੁਸੀਂ ਕਿਹਾ ਵੀ ਪੰਜਾਬੀ ਨੈਸ਼ਨੈਲਿਟੀ 'ਚ ਉਹੇ ਜੀ ਪੰਜਾਬੀ ਨੈਸ਼ਨੈਲਿਟੀ ਦੀ ਮੂਵਮੈਂਟ ਕੌਣ ਨਹੀਂ? ਕੋਈ ਐਂ ਕਹਿ ਸਕਦਾ ਵੀ ਕਸ਼ਮੀਰ ਵਰਗੀ ਕਿਉਂ ਨਹੀਂ, ਉੱਤਰ ਪੂਰਬ ਵਰਗੀ ਕਿਉਂ ਨਹੀਂ? ਇਹਦਾ ਜਵਾਬ ਪੰਜਾਬ ਦੇ ਲੋਕ ਦੇਣਗੇ। ਲੋਕ ਇਸ ਕਰਕੇ ਦੇਣਗੇ, ਉਹਦਾ ਰੀਜ਼ਨ ਹੈ ਜਿਹੜੀਆਂ ਉੱਤਰ ਪੂਰਬ ਦੀਆਂ ਨੈਸ਼ਨੈਲਿਟੀਆਂ, ਜਿਹੜੀ ਕਸ਼ਮੀਰ ਦੀ ਨੈਸ਼ਨੈਲਿਟੀ ਹੈ, ਉਹ ਅਸਲ ਦੇ ਵਿੱਚ ਭਾਰਤ ਦੇ ਅੰਦਰ ਐਕਸਟਰਾ ਦਾਅਵੇ ਦਾ ਸ਼ਿਕਾਰ ਨੇ, ਵਿਸ਼ੇਸ਼ ਦਾਅਵੇ ਦਾ ਸ਼ਿਕਾਰ ਨੈਸ਼ਨੈਲਿਟੀਆਂ। ਉਹ ਪੰਜਾਬ ਨਹੀਂ ਸੀ। ਪੰਜਾਬ ਵਿਸ਼ੇਸ਼ ਦਾਅਵੇ ਦਾ ਸ਼ਿਕਾਰ ਨਹੀਂ। ਪੰਜਾਬ ਉਵੇਂ ਹੀ ਹੈ ਜਿਵੇਂ ਕੋਈ ਗੁਜਰਾਤੀ, ਕੋਈ ਮਹਾਰਾਸ਼ਟਰ ਵਾਲੇ, ਬੰਗਾਲੀ ਨੈਸ਼ਨੈਲਿਟੀ, ਆਈ ਨੈਸ਼ਨੈਲਿਟੀਆਂ। ਜਿਹੜਾ ਇੰਡੀਅਨ ਸਟੇਟ ਹੈ, ਇਹ ਇੱਕ ਇੰਡੀਅਨ, ਜਿਹੜਾ ਇੰਡੀਆ ਕੁਛ ਨਹੀਂ ਹੈ ਸਾਡੇ ਹਿਸਾਬ ਨਾਲ। ਇੰਡੀਆ ਇੱਕ ਧੱਕੇ ਨਾਲ ਬਣਾਇਆ ਹੋਇਆ ਰਾਜ ਹੈ। ਸਾਮਰਾਜੀਆਂ ਤੋਂ ਇਹਨਾਂ ਨੇ, ਇੱਥੋਂ ਦੇ ਦਲਾਲ ਸਰਮਾਏਦਾਰਾਂ ਨੇ ਸਾਂਭ ਲਿਆ। ਉਹਦੇ ਵਿੱਚ ਅੱਡ-ਅੱਡ ਕੌਮੀਅਤਾਂ ਵਸਦੀਆਂ ਸੀ, ਅਤੇ ਉਹਨਾਂ ਦਾ ਸਿਰ ਨਰੜ ਕਰਤਾ, ਜੂੜ ਪਾਤਾ ਉਹਨਾਂ ਨੂੰ ਇੱਕ ਦੇਸ਼ 'ਚ ਰੱਖਣ ਵਾਸਤੇ। ਇਹਨਾਂ ਕੌਮੀਅਤਾਂ ਦਾ ਵਿਕਾਸ ਇਹ ਭਾਰਤੀ ਰਾਜ ਰੋਕਦਾ। ਕਿਉਂ? ਕਿਉਂਕਿ ਸਾਮਰਾਜ ਦੀ ਬੈਕ 'ਤੇ ਆ। ਸਾਮਰਾਜ ਨੂੰ ਐਡਾ ਵੱਡਾ ਰਾਜ ਚਾਹੀਦਾ, ਦਲਾਲ ਸਰਮਾਏਦਾਰੀ ਨੂੰ ਐਡਾ ਵੱਡਾ ਰਾਜ ਚਾਹੀਦਾ। ਇਹ ਤਾਂ ਉਦੋਂ ਇਹਨਾਂ ਨੇ ਧੱਕੇ ਨਾਲ ਸਿੱਕਮ ਤੱਕ ਗਏ, ਅਰੁਣਾਚਲ ਪ੍ਰਦੇਸ਼। ਤੁਸੀਂ ਕਹੇ ਪੰਜਾਬੀ ਤਾਂ ਗੁਜਰਾਤੀਆਂ ਵਰਗੇ ਨੇ, ਪੰਜਾਬੀ ਤਾਂ ਮਹਾਰਾਸ਼ਟਰੀਆਂ ਵਰਗੇ ਨੇ, ਪਰ ਪੰਜਾਬ 'ਚ ਮੇਰੀ ਗੱਲ ਤਾਂ ਸੁਣ ਲਓ। ਹੁਣ ICS ਸੀਗਾ ਕਪੂਰ ਸਿੰਘ, ਸਰਦਾਰ ਕਪੂਰ ਸਿੰਘ ਦੀ ਤੁਸੀਂ ਕਿਤਾਬਾਂ ਪੜ੍ਹਦੇ ਹੋ ਜਦੋਂ, ਸਾਚੀ ਸਾਖੀ 'ਚ ਤਮਾਮ ਤਰ੍ਹਾਂ ਦੇ ਜ਼ਿਕਰ ਨੇ, ਹੋਰਾਂ 'ਚ ਵੀ। ਉੱਥੋਂ ਲੈ ਕੇ ਲਗਾਤਾਰ ਜਿਹੜੇ ਸਿੱਖ ਅਫਸਰ ਨੇ, ਵਿਦਵਾਨ ਨੇ, ਬਹੁਤ ਸਾਰੇ ਲੋਕਾਂ ਨੇ ਕਿਹਾ ਅਸੀਂ ਬਹੁਤ ਵੱਡੇ ਵਿਕਟਮ ਆ, ਸਾਡੇ ਨਾਲ ਧੋਖਾ ਹੋ ਗਿਆ।
ਨੈਗੋਸ਼ੀਏਸ਼ਨਾਂ ਸਾਡੇ ਨਾਲ ਚੱਲ ਰਹੀਆਂ ਸੀ, ਮਾਸਟਰ ਤਾਰਾ ਸਿੰਘ ਨੂੰ ਨਹੀਂ ਪਤਾ ਲੱਗਿਆ ਕਹਾਣੀ, ਤਾਂ ਫਿਰ ਇਹ ਤਾਂ ਆਉਂਦਾ ਰਿਹਾ ਨਾ ਬਾਰ-ਬਾਰ, ਇਹ ਤਾਂ ਔਨ ਰਿਕਾਰਡ ਆ ਸਾਰਾ ਕੁਝ। ਜਦੋਂ ਇਹ ਗੱਲ ਚੱਲਦੀ ਹੈ ਤੁਸੀਂ ਕਹਿੰਦੇ ਹੋ ਕਿ ਉਹ ਬਿਲਕੁਲ ਉਹੇ ਜਿਹੇ ਨੇ, ਕੋਈ ਮਸਲਾ ਨਹੀਂ, ਉਹ ਕਹਿੰਦੇ ਅਸੀਂ ਸਭ ਤੋਂ ਵੱਡੇ ਵਿਕਟਮ ਆ, ਇਹ ਤਾਂ ਕਿਹਾ ਨਾ ਉਹਨਾਂ ਨੇ। ਨਹੀਂ ਇੱਕ ਮਿੰਟ, ਬਿਲਕੁਲ ਉਹੇ ਜਿਹਾ ਮੈਂ ਇਹ ਸੈਂਸ 'ਚ ਕਹਿਣਾ ਵੀ ਇੰਡੀਆ ਜਿਹੜਾ ਇੱਕ ਨੈਸ਼ਨੈਲਿਟੀਆਂ ਜਿਹਦੇ ਵਿੱਚ ਵਸਦੀਆਂ, ਜਿਹਦੇ ਵਿੱਚ ਉਹਦੇ 'ਚ ਮੈਂ ਕਹਿ ਰਿਹਾ ਦੋ ਤਰ੍ਹਾਂ ਦੀਆਂ ਨੈਸ਼ਨੈਲਿਟੀਆਂ। ਇੱਕ ਨੈਸ਼ਨੈਲਿਟੀਆਂ ਜਿਹੜੀਆਂ 47 ਵੇਲੇ ਧੋਖੇ ਨਾਲ ਜਾਂ 47 ਵੇਲੇ ਮਤਲਬ ਕੋਈ ਨਾ ਕੋਈ ਦਬਾਅ ਪਾ ਕੇ ਅੱਡ ਢੰਗਾਂ ਨਾਲ ਇੰਡੀਆ 'ਚ ਸ਼ਾਮਲ ਕੀਤੀਆਂ ਗਈਆਂ। ਪੰਜਾਬ ਇਹੋ ਜਿਹਾ ਕੇਸ ਨਹੀਂ ਸੀ। ਪੰਜਾਬ ਜਿਵੇਂ ਇੱਥੇ ਹੋਰ ਨੈਸ਼ਨੈਲਿਟੀਆਂ ਵਸਦੀਆਂ, ਮੈਂ ਨਹੀਂ ਕਹਿੰਦਾ ਪੰਜਾਬ ਦਾਬੇ ਦਾ ਸ਼ਿਕਾਰ ਨਹੀਂ, ਪੰਜਾਬ ਦਾਬੇ ਦਾ ਸ਼ਿਕਾਰ ਹੈ ਜਿਵੇਂ ਹੋਰ ਨੈਸ਼ਨੈਲਿਟੀਆਂ ਵੀ। ਹੁਣ ਕੋਈ ਕਹਿ ਸਕਦਾ ਕਿ ਬੰਗਾਲ ਦਾਬੇ ਦਾ ਸ਼ਿਕਾਰ ਨਹੀਂ, ਇੰਡੀਅਨ ਸਟੇਟ ਸਾਰੀਆਂ ਨੈਸ਼ਨੈਲਿਟੀਆਂ ਨੂੰ ਦਬਾਉਂਦੀ ਹੈ, ਉਵੇਂ ਹੀ ਪੰਜਾਬੀਆਂ ਨੂੰ ਦਬਾਉਂਦੀ ਹੈ। ਉਹਦਾ ਰੀਜ਼ਨ ਮੈਂ ਉਸ ਗੱਲ ਤੇ ਇਹ ਸਿਰਫ ਫੈਡਰਲਿਜ਼ਮ ਦਾ ਸਵਾਲ ਸੀ? ਫੈਡਰਲਿਜ਼ਮ ਇੰਡੀਆ 'ਚ ਕੋਈ ਫੈਡਰਲਿਜ਼ਮ ਨਹੀਂ, ਫੈਡਰਲਿਜ਼ਮ ਦੀ ਲੜਾਈ ਦਾ ਸਵਾਲ ਸੀ ਸਿਰਫ ਇਹ? ਕਿਹੜਾ? ਕੋਈ ਜਦੋਂ ਕਿਸੇ ਕੌਮ ਨੂੰ ਵੀ ਜਿਹੜਾ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੇ ਜੇ ਸਵਾਲ ਸੀਗੇ, ਪੰਜਾਬ ਦਾ ਉਹ ਸਵਾਲ ਨਹੀਂ ਸੀ ਜਿਹੜਾ ਬਣਾ ਦਿੱਤਾ ਗਿਆ, ਇਹੀ ਕਹਿਣਾ ਨਾ? ਨਹੀਂ, ਉਹ ਤਾਂ ਉਹ ਜੋ ਬਣਾ ਦਿੱਤਾ ਗਿਆ ਉਹ ਤਾਂ ਮੈਂ ਕਹਿ ਰਿਹਾ ਉਹਨੂੰ ਫਿਰਕੂ ਰੰਗਤ ਦਿੱਤੀ ਗਈ, ਉਹ ਤਾਂ ਗੱਲ ਹੀ ਹੋਰ ਹੈ। ਇਹ ਇੱਕ ਸ਼ਬਦ ਬਾਰੇ ਕਲੀਅਰ ਕਰੋ, ਤੁਸੀਂ ਜਿਹੜਾ ਸ਼ਬਦ ਵਰਤ ਰਹੇ ਹੋ ਸਿੱਖ ਬੁਨਿਆਦ ਪ੍ਰਸਤ, ਇਹਦਾ ਮੀਨਿੰਗ ਤੁਹਾਡੇ ਲਈ ਕੀ ਹੈ? ਸਿੱਖ ਬੁਨਿਆਦ ਪ੍ਰਸਤ ਤਾਂ ਉਹਨਾਂ ਵਾਸਤੇ ਸ਼ਬਦ ਵਰਤਦੇ ਆ, ਉਹ ਹਿੰਦੂ ਬੁਨਿਆਦ ਪ੍ਰਸਤ ਵੀ ਹੋ ਸਕਦੇ ਆ, ਉਹ ਕੋਈ ਈਸਾਈ ਬੁਨਿਆਦ ਪ੍ਰਸਤ ਵੀ ਹੋ ਸਕਦੇ ਆ। ਧਰਮ ਦੇ ਵਿਚਲੇ ਉਹ ਹਿੱਸੇ ਜਿਹੜੇ ਅਸਲ ਦੇ ਵਿੱਚ ਜਿਵੇਂ ਕਹਿ ਲਓ ਵੀ ਜੋ ਪੁਰਾਣਾ ਸਮਾਜ ਹੁੰਦਾ ਸੀ ਧਰਮ ਆਧਾਰਿਤ, ਜਿਹੜਾ ਉਹਨੂੰ ਉਵੇਂ ਬਣਾਉਣਾ ਚਾਹੁੰਦੇ ਆ, ਜਦੋਂ ਕਿ ਦੁਨੀਆ ਬਹੁਤ ਗਾਂਹ ਲੰਘ ਚੁੱਕੀ ਹੁੰਦੀ ਹੈ। ਜਿਹੜੇ ਉਹੇ ਜਿਹੇ ਉਹਦੀ ਗੱਲ ਕਰਦੇ ਆ ਪੁਰਾਣੇ, ਮਤਲਬ ਜਿਹੜਾ ਐਂ ਕਹਿ ਲਓ ਵੀ ਸਦੀਆਂ ਪਹਿਲਾਂ ਜਿਵੇਂ ਸਮਾਜ ਚੱਲਦੇ ਸੀ, ਜਿਹੜੇ ਉਹ ਬਣਾਉਣਾ ਚਾਹੁੰਦੇ ਨੇ। ਬੁਨਿਆਦ ਪ੍ਰਸਤ ਦਾ ਲਫ਼ਜ਼ ਉਹਨਾਂ ਵਾਸਤੇ ਵਰਤਿਆ ਜਾਂਦਾ। ਤੁਸੀਂ ਇਹਨੂੰ ਫਿਰਕੂ, ਮੈਂ ਕਿਹਾ ਇਹਨੂੰ ਫਿਰਕੂ ਟਰਮ ਕਹਿ ਸਕਦੇ ਆ ਵੀ ਜਿਹੜੇ ਵੀ ਹਿੱਸੇ ਅੱਡ-ਅੱਡ ਧਰਮਾਂ ਦੇ ਵਿੱਚ ਫਿਰਕਿਆਂ ਤੇ ਆਧਾਰਿਤ ਰਾਜ ਬਣਾਉਣ ਦੀ ਗੱਲ ਕਰਦੇ ਨੇ, ਉਹਨਾਂ ਨੂੰ ਅਸੀਂ ਫਿਰਕੂ ਹਿੱਸਿਆਂ ਦੇ ਵਿੱਚ ਗਿਣਦੇ ਹਾਂ। ਤਾਂ ਤੁਸੀਂ 1984 ਦੀ ਲਹਿਰ ਨੂੰ ਸਿੱਖ ਬੁਨਿਆਦ ਪ੍ਰਸਤ ਲਹਿਰ ਮੰਨਦੇ ਹੋ? ਹਾਂ, ਜਿਹੜੇ ਉਹ ਹਿੱਸੇ ਨੇ ਉਹਨੂੰ ਇਹੀ ਲਹਿਰ ਗਿਣਾਂਗੇ ਅਸੀਂ। ਮੈਂ ਉਸ ਗੱਲ ਤੇ ਆਉਣਾ ਜਿਹੜੀ ਮੈਂ ਨੈਸ਼ਨੈਲਿਟੀ ਵਾਲੀ ਗੱਲ ਕਰ ਰਿਹਾ ਸੀ। ਇਸ ਥਾਂ ਦੇ ਉੱਤੇ ਦੇਖੋ ਫਰਕ ਇਹ ਹੈ ਵੀ ਪੰਜਾਬੀ ਨੈਸ਼ਨੈਲਿਟੀ ਦੀ ਮੂਵਮੈਂਟ ਹੈ, ਇਉਂ ਨਹੀਂ ਹੈ ਨਹੀਂ ਹੈ। ਪੰਜਾਬੀ ਨੈਸ਼ਨੈਲਿਟੀ ਦੇ ਇਸ਼ੂ ਹੈਗੇ ਨੇ ਜਿਹੜੇ, ਇਹ ਤਾਂ ਗੱਲ ਅੱਡ ਹੈ। ਹੁਣ ਤੁਸੀਂ ਕਹਿ ਸਕਦੇ ਹੋ ਪੰਜਾਬੀ ਨੈਸ਼ਨੈਲਿਟੀ ਦੀ ਇਸ਼ੂਆਂ ਨੂੰ ਪੰਜਾਬੀ ਬੋਲਦੇ ਇਲਾਕਿਆਂ ਦੇ ਜਾਂ ਇਹਦੀ ਰਾਜਧਾਨੀ ਦਾ ਕਹਿ ਲਓ, ਜਿੰਨੇ ਵੀ ਜਿਹੜੇ ਇਹਦੇ ਇਸ਼ੂ ਨੇ ਰਾਜਧਾਨੀ ਇਸ ਸੈਂਸ 'ਚ ਵੀ ਉਹ ਵੀ ਪੰਜਾਬੀ ਬੋਲਦੇ ਇਲਾਕਾ ਸੀ, ਅਤੇ ਇਹਦੇ ਪਾਣੀਆਂ ਦਾ ਇਸ਼ੂ ਹੈ ਉਹ ਜਿਹਦੇ 'ਚ ਰਿਲੇਟਿਵਲੀ ਵਿਤਕਰੇ ਦਾ ਇਸ਼ੂ ਹੈਗਾ, ਇਸ਼ੂ ਹੈਗੇ ਨੇ। ਇਹਨਾਂ ਇਸ਼ੂਆਂ ਨੂੰ ਅਸਲ 'ਚ ਹਾਈਜੈਕ ਕੀਤਾ ਰੂਲਿੰਗ ਕਲਾਸਾਂ ਦੇ ਸੈਕਸ਼ਨਸ ਨੇ। ਕਿਉਂਕਿ ਇਹ ਇੰਨੇ ਜ਼ੋਰਦਾਰ ਇਸ਼ੂ ਨਹੀਂ ਸੀਗੇ। ਇਸ ਥਾਂ 'ਤੇ ਸਾਨੂੰ ਹਮੇਸ਼ਾ ਫਰਕ ਦਿਖੂਗਾ। ਜਿਹੜਾ ਕਸ਼ਮੀਰ ਦੇ ਅੰਦਰ ਮੂਵਮੈਂਟ ਆ, ਜਿਹੜੀ ਨਾਰਥ ਈਸਟ ਦੇ ਵਿੱਚ ਮੂਵਮੈਂਟ ਆ, ਉੱਥੇ ਇੱਕ ਨੈਸ਼ਨਲ ਜਿਹੜੀ ਧਾਰਮਿਕ ਲਹਿਰਾਂ ਨਾਲ ਉਹ ਅਸਲ 'ਚ ਨੈਸ਼ਨਲ ਮੂਵਮੈਂਟ ਆ ਉਹਨਾਂ ਦੀਆਂ, ਜਿਹੜੀ ਇੰਡੀਅਨ ਸਟੇਟ ਨਾਲ ਭੇਟ 'ਚ ਆਈਆਂ। ਇੱਥੇ ਇਹ ਜਿਹੜੇ ਇਹਦੇ ਦਾਅਵੇਦਾਰ ਨੇ ਉਹ ਅਕਾਲੀ ਲੀਡਰਸ਼ਿਪ ਬਣੀ। ਇਹ ਤਾਂ ਹੁਣ ਪੰਜਾਬੀ ਨੈਸ਼ਨੈਲਿਟੀ ਦੀ ਪ੍ਰੋਬਲਮ ਆ ਵੀ 80s ਆਪਣੇ 60s ਦੇ ਵਿੱਚ ਜਦੋਂ ਪੰਜਾਬੀ ਨੈਸ਼ਨੈਲਿਟੀ ਦੀ ਈਵਨ ਕਿ ਪੰਜਾਬੀ ਸੂਬੇ ਦੀ ਲੜਾਈ ਸੀ। ਪੰਜਾਬੀ ਸੂਬੇ ਦੀ ਲੜਾਈ ਵੈਸੇ ਪੋਜ਼ਿਟਿਵ ਲੜਾਈ ਹੈ। ਸੂਬਾ ਬਣਨਾ, ਭਾਸ਼ਾ ਆਧਾਰਿਤ ਸੂਬੇ ਬਣਨੇ ਚਾਹੀਦੇ ਸੀ ਇਸ ਰਾਜ ਦੇ ਵਿੱਚ ਬਣੇ ਵੀ। ਉਸ ਕਾਂਗਰਸ ਨਹੀਂ ਸੀ ਬਣਾਉਣਾ ਚਾਹੁੰਦੇ ਅਤੇ ਸਾਰੇ ਥਾਵਾਂ 'ਤੇ ਲੋਕ ਲੜੇ, ਤਾਮਿਲਨਾਡੂ 'ਚ ਲੜੇ, ਮਹਾਰਾਸ਼ਟਰ 'ਚ, ਸਾਰੇ ਥਾਵਾਂ 'ਤੇ ਐਂ ਹੀ ਪੰਜਾਬੀ ਸੂਬੇ ਦੀ ਲੜਾਈ ਹੋਈ। ਪੰਜਾਬੀ ਨੈਸ਼ਨੈਲਿਟੀ ਦੀ ਕਮਜ਼ੋਰੀ ਇਹ ਰਹੀ ਵੀ ਉਹਨਾਂ ਨੇ ਪੰਜਾਬੀ ਸੂਬੇ ਦੇ ਲੜਾਈ ਵਾਸਤੇ ਜਿਹਨੂੰ ਕਹਿੰਦੇ ਆ ਜੈਨੂਅਨ ਡੈਮੋਕ੍ਰੈਟਿਕ ਲੀਡਰਸ਼ਿਪ ਨਹੀਂ ਉੱਭਰੀ। ਇਹ ਤਾਂ ਹੁਣ ਹਿਸਟੋਰਿਕ ਰੀਜ਼ਨ ਨੇ। ਕੋਈ ਕਹਿੰਦੇ ਕਿਉਂ ਨਹੀਂ ਉੱਭਰੀ, ਇਹਦਾ ਜਵਾਬ ਤਾਂ ਕੋਈ ਨਹੀਂ ਹੁਣ ਦੇ ਸਕਦਾ। ਇਹ ਤਾਂ ਕੋਈ ਕਹੂਗਾ ਵੀ 60ਵਿਆਂ ਦਾ ਪੰਜਾਬ ਕੀ ਸੀ, ਉਦੋਂ ਪ੍ਰੋਗਰੈਸਿਵ ਲੋਕ ਕੌਣ ਸੀ, ਠੀਕ ਸੋਚਣ ਵਾਲੇ ਕੌਣ ਸੀ, ਉਹ ਕਿਵੇਂ ਸੋਚਦੇ ਸੀ, ਉਹਨਾਂ ਦੀਆਂ ਪ੍ਰੋਬਲਮਾਂ ਕੀ ਸੀ। ਇਹਦੇ ਦਾ ਜਵਾਬ ਇਹੋ ਜਿਹੇ ਹੋ ਸਕਦੇ ਨੇ। ਪਰ ਉਹ ਜੈਨੂਅਨ ਡੈਮੋਕ੍ਰੈਟਿਕ ਲੀਡਰਸ਼ਿਪ ਨਹੀਂ ਉੱਭਰੀ ਜਿਹੜੀ ਇਹਨੂੰ ਪੰਜਾਬੀ ਨੈਸ਼ਨੈਲਿਟੀ ਦੀ ਮੂਵਮੈਂਟ ਬਣਾਉਂਦੀ। ਇਹਦੀ ਥਾਂ 'ਤੇ ਜਿਹੜੀ ਅਕਾਲੀ ਲੀਡਰਸ਼ਿਪ ਸੀ ਉਹਨੇ ਪੰਜਾਬੀ ਨੈਸ਼ਨੈਲਿਟੀ ਦੇ ਇਸ ਇਸ਼ੂ ਨੂੰ ਹਾਈਜੈਕ ਕੀਤਾ। ਉਹਦੇ ਜ਼ੋਰ 'ਤੇ ਉਹ ਲੀਡਰਸ਼ਿਪ ਵੀ ਬਣੀ ਇਹਦੀ, ਸੰਤ ਫਤਿਹ ਸਿੰਘ ਹੋਰੀ ਹੋਰ ਸਾਰੇ ਜਿਹੜੇ ਉਹ ਅਕਾਲੀ ਲੀਡਰਸ਼ਿਪ ਸੀਗੀ, ਉਹਦੇ ਆਧਾਰ 'ਤੇ ਪੰਜਾਬੀ ਸੂਬਾ ਬਣ ਗਿਆ। ਪੰਜਾਬੀ ਸੂਬਾ ਉਦੋਂ ਵੀ ਡਿਸਟੋਰਟ, ਮਤਲਬ ਜਿਵੇਂ ਕਹਿ ਲਓ ਵੀ ਅਧੂਰਾ ਬਣਿਆ। ਉਹਦੇ ਵਿੱਚ ਕੁਛ ਜਿਹੜੇ ਇਲਾਕੇ ਉਹ ਹਰਿਆਣੇ 'ਚ ਰਹਿ ਗਏ, ਕੁਛ ਇਲਾਕੇ ਜਿਹੜੇ ਆਪਣੇ ਇਹਦੇ ਵਿੱਚ ਹਿਮਾਚਲ 'ਚ ਰਹਿ ਗਏ, ਜਾਂ ਕੁਛ ਰਾਜਸਥਾਨ ਨਾਲ ਲੱਗਦੇ ਨੇ, ਉਹ ਪੂਰਾ ਨਹੀਂ ਬਣ ਸਕਿਆ। ਇਸ ਕਰਕੇ ਪੰਜਾਬੀ ਨੈਸ਼ਨੈਲਿਟੀ ਦੇ ਮੁੱਦੇ ਹੈਗੇ ਨੇ, ਉਹ ਮੁੱਦੇ ਹਾਲੇ ਵੀ ਖੜੇ ਨੇ। ਪਰ ਇਸ ਥਾਂ 'ਤੇ ਫਰਕ ਕਰੋ, ਇਹ ਉਹ ਮੁੱਦੇ ਨਹੀਂ ਜਿਹਦੇ ਨਾਲ ਪੰਜਾਬ ਦੇ ਲੋਕਾਂ ਦੀ ਮੁਕੰਮਲ ਹੋਣੀ ਬਦਲ ਜੂ, ਉਹਨਾਂ ਦੀ ਜ਼ਿੰਦਗੀ ਬਦਲ ਜੂ। ਤਾਂ ਤੁਹਾਡਾ ਪੂਰਾ ਨੈਰੇਟਿਵ ਇਹ ਹੈ ਕਿ ਇਹਨਾਂ ਗੱਲਾਂ ਨੇ ਇਹ ਗੱਲਾਂ ਨੂੰ ਸ਼ੇਪ ਦੇਤੀ, ਔਰ ਇਹ 'ਚ ਰੂਲਿੰਗ ਕਲਾਸ ਔਰ ਜਿਹੜੀ ਇੱਕ ਜੈਨੂਅਨ ਡੈਮੋਕ੍ਰੈਟਿਕ ਲੀਡਰਸ਼ਿਪ ਪੈਦਾ ਨਹੀਂ ਹੋਈ। ਹਾਂ, ਉਹ ਡਿਵੈਲਪ। ਜੇ ਮੈਂ ਪੁੱਛਾਂ, ਹੁਣ ਤੁਸੀਂ ਜਿਹੜੀ ਗੱਲ ਕਹਿ ਰਹੇ ਹੋ ਪ੍ਰੋਗਰੈਸਿਵ ਨੂੰ ਆਪਾਂ ਛੱਡ ਦੇਣਾ, ਜਿਹੜੇ ਉਦੋਂ ਦੇ ਪ੍ਰੋਗਰੈਸਿਵ ਘੇਰੇ ਹੋਣਗੇ, ਜਿਹੜੇ ਡੈਮੋਕ੍ਰੈਟਿਕ ਪ੍ਰੋਗਰੈਸਿਵ ਘੇਰਿਆਂ ਨੂੰ ਛੱਡ ਦਿਓ, ਦੂਜੇ ਪਾਸੇ ਲੈਫਟ ਸੀਗਾ, ਹੈ ਨਾ। ਉਦੋਂ ਤੱਕ ਤੇ ਲੈਫਟ 'ਚ ਸਾਰੇ ਨਕਸਲਵਾੜੀ ਦੀਆਂ ਗੱਲਾਂ ਵੀ ਹੋ ਚੁੱਕੀਆਂ ਸੀ, ਸਾਰਾ ਕੁਝ ਹੀ ਹੋ ਚੁੱਕਿਆ ਸੀਗਾ। ਪੰਜਾਬੀ ਸੂਬੇ ਫਿਰ ਕਿਉਂ ਮਤਲਬ ਇਹ ਸਪੇਸ ਦੇ ਅੰਦਰ ਉਹ ਆ ਕੇ ਬਹਿ ਗਏ? ਕੋਈ ਸਪੇਸ ਕਿਤੇ ਖਾਲੀ ਹੁੰਦਾ ਤਾਂ ਹੀ ਕੋਈ ਬੰਦਾ ਨਾ। ਦੂਜੇ ਉਹ ਸਪੇਸ ਦੇ ਅੰਦਰ ਉਹ ਲੋਕ ਕਿੱਥੇ ਸੀਗੇ ਜਿਹੜੇ ਇਹ ਗੱਲਾਂ ਦੀ ਲੀਡਰਸ਼ਿਪ ਨੂੰ ਸਹੀ ਸ਼ੇਪ ਦੇ ਸਕਦੇ ਸੀਗੇ? ਜਾਂ ਇਹ ਹੈਗਾ ਕਿ ਕਮਿਊਨਿਸਟ ਲੜਾਈਆਂ ਨਹੀਂ ਲੜਨਗੇ? ਨਹੀਂ, ਇਹ ਗੱਲ ਜਾਂ ਕਮਿਊਨਿਸਟਾਂ ਨੇ ਇਹਦੇ 'ਚ ਇੰਟਰਵੈਂਸ਼ਨ ਨਹੀਂ ਕਰਨੀ ਗੀ?
ਨਹੀਂ ਨਹੀਂ, ਇਹ ਇਸ਼ੂ ਨਹੀਂ ਹੈ। ਪੰਜਾਬੀ ਨੈਸ਼ਨੈਲਿਟੀ, ਮੈਂ ਪੰਜਾਬੀ ਨੈਸ਼ਨੈਲਿਟੀ ਕਿਉਂ ਕਹਿਣਾ, ਮੈਂ ਟੋਟਲ ਕਹਿਣਾ, ਜੇ ਇਹਦੇ ਵਿੱਚ ਇੰਟਰਵੈਂਸ਼ਨ ਨਾ ਕਰਨੀ ਹੋਵੇ ਤਾਂ ਪੰਜਾਬ ਦੇ ਕਮਿਊਨਿਸਟ ਰੈਵੋਲੂਸ਼ਨਰੀ ਸਭ ਤੋਂ ਵੱਧ ਕਸ਼ਮੀਰ ਵਾਲਿਆਂ ਦੀ ਸਪੋਰਟ ਕਰਦੇ ਨੇ। ਉਹ ਕਿਉਂ ਕਰਦੇ ਨੇ? ਨਹੀਂ ਨਾਰਥ, ਇੱਕ ਮਿੰਟ ਮੈਂ ਦੱਸਦਾ, ਨਾਰਥ ਹੀ ਮੈਂ ਇਹ ਕਹਿਣਾਗਾ ਕਿ ਮੇਰੀ ਗੱਲ ਨਹੀਂ ਸਮਝੇ। ਇੱਕ ਲੀਡਰਸ਼ਿਪ ਆ ਗਈ ਜਿਹੜੀ ਤੁਸੀਂ ਕਹਿੰਦੇ ਹੋ ਡੈਮੋਕ੍ਰੇਟ, ਜੈਨੂਇਨਲੀ ਡੈਮੋਕ੍ਰੇਟਿਕ ਜਾਂ ਲੀਡਰ ਜਿਹੜੀ ਨਹੀਂ ਸ਼ਿਪ ਨਹੀਂ ਸੀ, ਹਾਂ ਨਹੀਂ ਬਣੀ। ਇਹ ਲੜਾਈ ਲੜੀ ਜਾਣੀ ਚਾਹੀਦੀ ਹੈ, ਸਹੀ ਇਸ਼ੂ ਦੀ ਡਾਇਰੈਕਸ਼ਨ ਸਹੀ ਹੋਣੀ ਚਾਹੀਦੀ। ਇਹਨੂੰ ਗਲਤ ਡਾਇਰੈਕਸ਼ਨ ਦੇ ਦਿੱਤੀ ਗਈ। ਤੁਸੀਂ ਕਿੱਥੇ ਸੀਗੇ? ਦੇਖੋ, ਅਸੀਂ ਤੋਂ ਭਾਵ ਹੈ ਵੀ ਕਮਿਊਨਿਸਟ ਰੈਵੋਲੂਸ਼ਨਰੀ ਕਿੱਥੇ ਸੀ, ਉਹੀ ਪੁੱਛ ਰਿਹਾ ਮੈਂ ਤਾਂ ਇਹ ਕਹਿ ਰਿਹਾ ਵੀ ਜੇ ਕਮਿਊਨਿਸਟ ਜੇ ਤੁਸੀਂ ਹੁੰਦੇ ਫਿਰ ਮਤਲਬ ਜੇ ਹੁਣ ਸਾਰੀਆਂ ਗੱਲਾਂ ਆਪਾਂ ਸਿੱਧੀ ਥੋੜੀ ਜਾਵਾਂਗੇ ਦੂਜੇ ਤੇ। ਜੇ ਤੁਸੀਂ ਸੈਂਟਰ 'ਚ ਹੁੰਦੇ ਸ਼ਾਇਦ ਫਿਰ ਜੇ ਤੁਹਾਡਾ ਕਲੇਮ ਆ ਕਿ ਲੜਾਈ ਐਂਟੀ ਇੰਪੀਰੀਅਲਿਸਟ ਹੋਣੀ ਚਾਹੀਦੀ ਹੈ, ਲੜਾਈ ਸੈਮੀ ਫਿਊਡਲ ਸੈਮੀ ਕਲੋਨੀਅਲ। ਸਮਝ ਗਿਆ, ਇਹਦਾ ਤਾਂ ਬਹੁਤ ਸਿੰਪਲ ਜਵਾਬ ਹੈ। ਇਹਦਾ ਤਾਂ ਬਹੁਤ ਸਿੰਪਲ ਜਵਾਬ ਹੈ ਵੀ ਕਮਿਊਨਿਸਟ ਰੈਵੋਲੂਸ਼ਨਰੀ ਉਹ ਲੀਡਰਸ਼ਿਪ ਮੁਹੱਈਆ ਨਹੀਂ ਕਰਾ ਸਕੇ। ਜੇ ਉਹ ਕਰਵਾ ਦਿੰਦੇ ਤਾਂ ਪੰਜਾਬੀ ਨੈਸ਼ਨੈਲਿਟੀ ਦੀ ਲੜਾਈ ਵੀ ਹੋਰ ਅਗਾਂਹ ਜਾਂਦੀ, ਉਹ ਐਂਟੀ ਇੰਪੀਰੀਅਲਿਸਟ ਬਣਦੀ, ਉਹ ਐਂਟੀ ਫਿਊਡਲ ਬਣਦੀ, ਤੇ ਉਹ ਹੋਰ ਨੈਸ਼ਨੈਲਿਟੀਆਂ ਨਾਲ ਰਲ ਕੇ ਇੰਡੀਅਨ ਸਟੇਟ ਖਿਲਾਫ ਰੈਵੋਲੂਸ਼ਨ ਕਰ ਦਿੰਦੇ। ਕਮਿਊਨਿਸਟ ਰੈਵੋਲੂਸ਼ਨਰੀ ਉਹ ਲੀਡਰਸ਼ਿਪ ਪ੍ਰੋਵਾਈਡ ਨਹੀਂ ਕਰਾ ਸਕੇ, ਪਰ ਇਹਦਾ ਮਤਲਬ ਇਹ ਨਹੀਂ ਹੈ ਵੀ ਉਹਨਾਂ ਦੀ ਇਹ ਕਿਉਂ ਨਹੀਂ ਕਰਾ ਸਕੇ। ਇਹਦੀ ਕਿਉਂ ਨਹੀਂ ਕਰਾ ਸਕੇ? ਕਮਿਊਨਿਸਟ ਰੈਵੋਲੂਸ਼ਨਰੀ ਕਿਉਂ ਨਹੀਂ ਕਰਾ ਸਕੇ? ਕਮਿਊਨਿਸਟ ਰੈਵੋਲੂਸ਼ਨਰੀਆਂ ਦੇ ਨੂੰ ਜੋ ਕੁਝ ਉਸ ਵੇਲੇ ਇੱਕ ਆਰਗੇਨਾਈਜੇਸ਼ਨ ਦੇ ਤੌਰ ਤੇ ਕਰਨਾ ਚਾਹੀਦਾ ਸੀ, ਉਹਦਾ ਸਭ ਤੋਂ ਵੱਡਾ ਰੀਜ਼ਨ ਹੈ ਵੀ ਪੰਜਾਬ ਦੇ ਅੰਦਰ ਵੀ ਤੇ ਇੰਡੀਆ ਦੀ ਵੀ ਕਮਿਊਨਿਸਟ ਰੈਵੋਲੂਸ਼ਨਰੀ ਮੂਵਮੈਂਟ ਹੈ ਜਿਹੜੀ ਉਹ ਵੰਡੀ ਰਹੀ ਹੈ, ਉਹ ਪਾਰਟੀ ਹੋਈ ਰਹੀ ਹੈ, ਉਹ ਇੱਕ ਪਾਰਟੀ 'ਚ ਨਹੀਂ ਵੜ ਸਕੀ। ਅੱਜ ਵੀ ਬਹੁਤ ਵੱਡਾ ਕੁਐਸਚਨ ਹੈ ਕਮਿਊਨਿਸਟ ਰੈਵੋਲੂਸ਼ਨਰੀਆਂ ਦੀ ਇੱਕ ਪਾਰਟੀ ਬਣਨ ਦਾ ਇਸ਼ੂ ਹੈ। ਜੇ ਉਹ ਪਾਰਟੀ ਬਣਦੀ ਹੈ ਤਾਂ ਹੀ ਇੰਡੀਅਨ ਰੈਵੋਲੂਸ਼ਨ ਅੱਗੇ ਵੱਧ ਸਕਦਾ ਹੈ, ਨਹੀਂ ਇਹ ਲਹਿਰ ਕਮਜ਼ੋਰ ਰਹੂਗੀ। ਅੱਜ ਵੀ ਇੰਨੇ ਸਾਲਾਂ ਬਾਅਦ ਜੇ ਇਹ ਕੁਐਸਚਨ ਇਸ ਲਾਰਜ ਸੈਂਟਰ ਸਟੇਜ ਤੇ ਆ ਕੇ ਖੜਾ ਹੋ ਜੇ, ਹੁਣ ਫਿਰ ਇਹੀ ਕੁਐਸਚਨ ਜਿਹੜੇ 80s 'ਚ ਖੜੇ ਹੋਏ ਮੰਨ ਲਓ ਸੈਂਟਰ ਸਟੇਜ ਤੇ ਆ ਕੇ ਖੜਾ ਹੋ ਜੇ ਮੰਨ ਲਓ, ਤਾਂ ਫਿਰ ਤੁਹਾਡੇ ਕੋਲ ਕੀ, ਫਿਰ ਅੱਜ ਕੀ ਕਰੋਗੇ ਤੁਸੀਂ? ਨਹੀਂ ਦੇਖੋ, ਜੇ ਸੈਂਟਰ ਕੁਐਸਚਨ ਤਾਂ ਜਿਹੜਾ ਤਾਂ 80s ਦਾ ਕੁਐਸਚਨ ਉਹ ਤਾਂ ਫਿਰ ਉਹ ਹੈ ਵੀ ਮੈਂ ਕਹਿੰਦਾ ਪੰਜਾਬੀ ਨੈਸ਼ਨੈਲਿਟੀ ਦਾ ਕੁਐਸਚਨ ਜਿਵੇਂ ਤੁਸੀਂ ਕਹਿੰਦੇ ਹੋਗੇ ਕਿਉਂ ਸਹੀ ਡਾਇਰੈਕਸ਼ਨ ਨਹੀਂ ਮਿਲੀ, ਹੋਰ ਦਿਸ਼ਾ ਚ ਅਸੀਂ ਉਹਨੂੰ ਬਿਲਕੁਲ ਮੈਂ ਕਹਿਣਾਗਾ ਕਿ ਜੇ ਅੱਜ ਉਹ ਖੜਾ ਹੋ ਜੇ ਫਿਰ ਨਹੀਂ ਮੈਂ ਕਹਿੰਦਾ ਵੀ ਖੜਾ ਨਾ ਹੋਵੇ, ਅਸੀਂ ਤਾਂ ਹੁਣ ਵੀ ਪੰਜਾਬੀ ਨੈਸ਼ਨੈਲਿਟੀ ਦੀ ਗੱਲ ਨੂੰ ਸਹੀ ਡਾਇਰੈਕਸ਼ਨ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ। ਅਸੀਂ ਤਾਂ ਉਹ ਚੀਜ਼ਾਂ ਲਿਆਉਨੇ ਆ, ਅਸੀਂ ਤਾਂ ਹੁਣ ਜੋ ਸਾਡਾ ਰੋਲ ਹੈ ਅਸੀਂ ਇਹਨਾਂ ਗੱਲਾਂ ਤੇ, ਕਿਉਂਕਿ ਤੁਹਾਡੀ ਤਾਂ ਵਾਰ-ਵਾਰ ਗੱਲ ਆ ਕੇ ਕਲਾਸ ਸਟਰਗਲ ਤੇ ਰੁਕ ਜਾਂਦੀ ਹੈ ਨਾ, ਤੁਸੀਂ ਉਹ ਸਾਰੇ ਕੁਐਸਚਨ ਨੂੰ ਛੱਡਦੇ ਹੋ, ਉਸ ਸਪੇਸ 'ਚ ਕੋਈ ਹੋਰ ਬੈਠਦਾ, ਫਿਰ ਤੁਸੀਂ ਉਹਨਾਂ ਨੂੰ ਤਾਨੇ ਮਾਰਦੇ ਰਹਿੰਦੇ ਹੋ ਵੀ ਇਹਨਾਂ ਨੇ ਗਲਤੀ ਕਰਤੀ, ਇਹਨਾਂ ਨੇ ਐ ਕਰਤਾ, ਇਹ ਸਹੀ ਨਹੀਂ ਸੀ, ਠੀਕ ਨਹੀਂ। ਜੇ ਤੁਸੀਂ ਹੁੰਦੇ ਸ਼ਾਇਦ ਫਿਰ ਅਸੀਂ ਕਿਸੇ ਨੂੰ ਤਾਨੇ ਨਹੀਂ ਮਾਰਦੇ। ਤੁਸੀਂ ਦਾ ਮਤਲਬ ਦੇਖੋ ਤਾਨੇ ਮਾਰਨਾ ਥੋੜਾ ਹੁੰਦਾ ਨਹੀਂ, ਤੁਸੀਂ ਇਸ ਗੱਲ 'ਚ ਫਰਕ ਕਰੋ ਨਾ। ਲੈਫਟ ਮੂਵਮੈਂਟ ਇਹ ਕਹਿੰਦੀ ਆ ਮੈਂ ਕਹਿਣਾ ਹਾਂ ਜੀ ਇਸ ਸਪੇਸ 'ਚ ਬਹਿ ਗਏ, ਕੋਈ ਤੁਹਾਨੂੰ ਪੁੱਛੇ ਬਈ ਇਹ ਸਪੇਸ ਛੱਡਿਆ ਕਿਉਂ ਤੁਸੀਂ? ਮੈਂ ਕਹਿਣਾ ਕੀ ਇਹ ਕੁਐਸਚਨ ਪੰਜਾਬ ਦੇ ਲੋਕਾਂ ਨੂੰ ਨਹੀਂ ਹੋ ਸਕਦਾ? ਕੀ ਇਹ ਲੋਕ ਭਾਰਤ ਦੇ ਲੋਕਾਂ ਨੂੰ ਨਹੀਂ ਹੋ ਸਕਦਾ? ਇਹ ਕੁਐਸਚਨ ਤਾਂ ਭਾਰਤ ਦੇ ਲੋਕਾਂ ਨੂੰ ਕੀ ਕਹੂਗਾ ਵੀ ਮੈਂ ਹੋਰ ਤਰ੍ਹਾਂ ਕੁਐਸਚਨ ਕਰਦਾ ਵੀ ਇੰਡੀਆ ਦੇ ਵਿੱਚ ਬਹੁਤ ਇੱਕ ਥੋੜੀ ਉਹਨੇ ਪੋਲਿਟਿਸਾਈਜ਼ ਹੁੰਦੇ ਨੇ ਲੋਕ, ਥੋੜੀ ਰੁਕੋ ਤਾਂ ਸਹੀ। ਇੰਡੀਆ ਦੇ ਵਿੱਚ ਇਹਦਾ ਮਤਲਬ ਤਾਂ ਇਹ ਹੋ ਗਿਆ ਨਾ ਵੀ ਇੰਡੀਆ ਦੇ ਵਿੱਚ ਇਨਕਲਾਬੀ ਹਾਲਤਾਂ ਬਹੁਤ ਪੱਕੀਆਂ ਹੋਈਆਂ ਨੇ। ਜੇ ਲੋਕਾਂ ਦੀ ਚੇਤਨਾ ਇੰਨੀ ਹੋਵੇ ਤੁਹਾਡੀ ਕੀ ਲੋੜ ਹੈਗੀ? ਨਹੀਂ ਇੱਕ ਮਿੰਟ ਮੇਰੀ ਤਾਂ ਗੱਲ ਸੁਣ ਲਓ ਨਾ। ਲੋਕ ਆ ਜਿਹੜੇ ਇੰਡੀਆ ਦੇ ਵਿੱਚ ਰੈਵੋਲੂਸ਼ਨ ਦੀਆਂ ਹਾਲਤਾਂ ਪੱਕੀਆਂ ਹੋਈਆਂ, ਲੋਕ ਬਹੁਤ ਦੁਖੀ ਨੇ, ਰੈਵੋਲੂਸ਼ਨ ਹੋਇਆ ਨਹੀਂ, ਤੇ ਜਿਹੜੇ RSS ਤੇ ਦੂਜੇ ਨੇ ਉਹ ਸਪੇਸ ਭਰ ਰਹੇ ਨੇ। ਇਹ ਤਾਂ ਸਾਰੇ ਸੰਸਾਰ ਦੀ ਕਮਿਊਨਿਸਟ ਲਹਿਰ ਨੂੰ ਇੱਕ ਅਲਾਂਭਾ ਹੋ ਗਿਆ। ਇਹ ਤਾਂ ਪੰਜਾਬ ਦੇ ਕਮਿਊਨਿਸਟਾਂ ਨੂੰ ਅਲਾਂਭਾ ਹੋ ਗਿਆ ਵੀ ਤੁਸੀਂ ਕੀ ਕਰਦੇ ਰਹੇ ਪੰਜਾਬ ਦੇ। ਇੱਕ ਮਿੰਟ ਤਾਂ ਬੜਾ ਉਧਰਲੇ ਪਾਸੋਂ ਹੀ ਬੜਾ ਜੈਨੂਇਨ ਸਵਾਲ ਆ ਗਿਆ ਕਿ ਅਗਰ ਤੁਸੀਂ ਇਹ ਕਹਿੰਦੇ ਹੋਗੇ 1920-25 ਦੇ ਅੰਦਰ ਸਾਰੀ 28 ਦੇ ਅੰਦਰ CPI ਬਣ ਜਾਂਦੀ, ਉਦੋਂ ਪਹਿਲਾਂ ਇੱਥੇ ਐਜ਼ ਏ ਸੋਸ਼ਲਿਸਟ ਭਗਤ ਸਿੰਘ ਹੋਰੀ ਸਾਰੀ ਚੀਜ਼ਾਂ ਨੂੰ ਬੁਣ ਰਹੇ ਨੇਗੇ। ਉਸੇ ਦੌਰ 'ਚ 1925 'ਚ RSS ਬਣਦੀ ਹੈਗੀ, ਹੈ ਨਾ। RSS ਆਪਣੇ ਤਰੀਕੇ ਨਾਲ ਕੰਮ ਕਰਦੀ ਆ। ਅੱਜ ਉਹਦਾ ਇੱਕ ਕਲੇਮ ਆਗਾ ਕਿ ਮਤਲਬ ਹਿੰਦੂ ਰਾਸ਼ਟਰ ਦੇ ਕਲੇਮ ਤੱਕ ਉਹ ਆਪਦਾ ਗੱਲ ਕਰਦੇ ਨੇ। ਤੁਸੀਂ ਵੀ ਉਸ ਫੇਜ਼ ਕੰਮ ਕਰਦੇ, ਤੁਹਾਨੂੰ ਜੈਨੂਇਨ ਸਵਾਲ ਹੋ ਸਕਦਾ ਹੈਗਾ ਕਿ ਭਾਈ ਕਿੱਥੇ ਸੀਗੇ ਤੁਸੀਂ? ਨਹੀਂ ਮੈਂ ਕਿਹਾ ਤੁਸੀਂ ਕੀ ਕੀਤਾ, ਜਾਂ ਤੁਹਾਡਾ ਜਿਹੜੀ ਮੈਂ ਗੱਲ ਜਿਹੜੀ ਮੈਂ ਸ਼ੁਰੂ ਵੀ ਕੀਤੀ ਜਿਹੜੀ ਪੁੱਛ ਸਾਰਿਆਂ ਦੀ ਮੈਂ ਗੱਲ ਕਰਦਾ ਉਹ 'ਚ ਇਕੱਲੇ ਤੁਸੀਂ ਆਪਦਾ ਇਕੱਲਾ ਜਵਾਬ ਦੇਣਾ, ਇਕੱਲਾ ਵੀ ਦੇ ਸਕਦੇ ਹੋ। ਮੈਂ ਤਾਂ ਸਾਰੀ ਕਮਿਊਨਿਸਟ ਮੂਵਮੈਂਟ ਦੇ ਬਿਹਾਫ ਤੇ ਗੱਲ ਕਰ ਰਿਹਾ। ਨਹੀਂ ਮੈਂ ਤਾਂ ਕਹਿ ਰਿਹਾ, ਮੈਂ ਇਹੀ ਕਹਿ ਰਿਹਾ ਹੈਗਾ ਕਿ ਫਿਰ ਇਹ ਸਵਾਲ ਕਿਉਂ ਨਹੀਂ ਹੋਊਗਾ ਵੀ ਬਾਈ ਜੀ ਤੁਹਾਡਾ ਇੱਕ ਕਲੇਮ ਸੀਗਾ 100 ਸਾਲ ਪਹਿਲਾਂ ਦਾ ਇੱਕ ਕਲੇਮ ਆ, ਜਾਂ ਇੱਥੇ ਵੀ ਕਲੇਮ ਸੀਗਾ, ਉਹ ਕਲੇਮ ਸਿਰੇ ਕਿਉਂ ਨਹੀਂ ਚੜੇ? ਉਹ ਕਲੇਮ ਜਿਹੜੇ ਤੁਸੀਂ ਕੀਤੇ ਜਿਹਦੇ ਆਧਾਰ ਦੇ ਉੱਤੇ ਲੋਕਾਂ ਨੇ ਆਪਣੀਆਂ ਲਾਈਫਾਂ ਤੁਹਾਡੇ ਲਈ ਲਾਈਆਂ, ਤੁਹਾਡੇ ਨਾਲ ਖੜੇ, ਉਹ ਬੰਦਿਆਂ ਦੀ ਕਿਸੇ ਦੀ ਆਜ਼ਾਦੀ ਹੋ ਸਕਦੀ ਹੈ, ਜਾਂ ਤੁਸੀਂ ਵੀ ਲਾਈਆਂ ਹੋਣਗੀਆਂ, ਤੁਹਾਡੇ ਪਰਿਵਾਰਾਂ ਨੇ, ਤੁਹਾਡੇ ਹੋਰ ਬਹੁਤ ਸਾਰੇ ਲੋਕਾਂ ਨੇ। ਤਾਂ ਕੋਈ ਹੁੰਦਾ ਨਾ ਕਿ ਅਸੀਂ ਆ ਮਟੀਰੀਅਲ ਕੰਡੀਸ਼ਨਾਂ ਨੂੰ ਖੜਾ ਕਰਤਾ। ਇੱਕ ਹੁੰਦਾ ਆਈਡੀਆ, ਆਪਾਂ ਆਈਡੀਆ ਦੇ ਉੱਤੇ ਗੱਲ ਕਰਦੇ ਨੇ। ਇੱਕ ਹੈਗਾ ਕਿ ਉਸ ਆਈਡੀਆਜ਼ ਨੂੰ ਅਸੀਂ ਮਟੀਰੀਅਲਾਈਜ਼ ਕਰਤਾ। ਜਿਹੜਾ ਮਟੀਰੀਅਲਾਈਜ਼ ਕਰਤਾ ਦੁਨੀਆ ਉਹਦੀ ਗੱਲ ਕਰਦੀ ਹੈ, ਦੁਨੀਆ ਦੇ ਇਤਿਹਾਸ 'ਚ ਉਹਦੀ ਗੱਲ ਹੁੰਦੀ ਹੈ। ਹਾਂ ਦੁਨੀਆ ਦੇ ਇਤਿਹਾਸ 'ਚ ਦੀ ਗੱਲ ਹੁੰਦੀ ਹੈ। ਦੁਨੀਆ ਦੇ ਇਤਿਹਾਸ 'ਚ ਜੇ ਹੁਣ ਤੱਕ 100 ਸਾਲਾਂ ਦੇ ਵਿੱਚ ਜਿਹੜੀ ਮੈਂ ਗੱਲ ਇਹ ਕਹਿ ਰਿਹਾ ਵੀ ਇਹ ਤਾਂ ਬੜਾ ਸਿੰਪਲ ਸਿੱਧੀ ਗੱਲ ਬਣ ਜਾਂਦੀ ਨੇ ਵੀ ਤੁਸੀਂ ਕਾਮਯਾਬ ਕਿਉਂ ਨਹੀਂ ਹੋਏ। ਮੈਂ ਕਹਿੰਦਾ ਵੀ ਇੰਡੀਆ ਦੀ ਕਮਿਊਨਿਸਟ ਮੂਵਮੈਂਟ ਦਾ ਅਨੈਲਿਸਿਸ, ਉਹਦੀਆਂ ਫੇਲਰਸ ਦਾ, ਉਹਦੀਆਂ ਪ੍ਰਾਪਤੀਆਂ ਦਾ,
ਉਹ ਹੁਣ ਇੱਥੇ ਸੰਭਵ ਨਹੀਂ। ਬਹੁਤ ਸਾਰੇ ਕੁਐਸਚਨ ਨੇ ਜਿਹਦੇ ਚ ਮੈਂ ਇਸ ਇੰਟਰਵਿਊ ਸੰਭਵ ਨਹੀਂ ਹੈ ਵੈਸੇ ਸੰਭਵ ਨਹੀਂ, ਇਸ ਇੰਟਰਵਿਊ ਚ ਸੰਭਵ ਨਹੀਂ। ਤੇ ਵੈਸੇ ਵੀ ਬਹੁਤ ਜ਼ਿਆਦਾ ਟਾਈਮ ਚਾਹੀਦਾ ਉਹਦੇ ਲਈ ਤੁਹਾਨੂੰ ਨਾ ਪਰ ਕੋਈ ਇੱਕ ਲਾਈਨ 'ਚ ਤਾਂ ਕੋਈ ਗੱਲ ਤਾਂ ਦੱਸ ਸਕਦੇ ਹੋ, ਕਿਸੇ ਇੱਕ ਲਾਈਨ 'ਚ ਕੀ ਆ ਸਾਡੇ ਬਲੰਡਰ ਰਹੇ ਨੇ, ਸਾਡੀਆਂ ਗਲਤੀਆਂ ਰਹੀਆਂ। ਮੈਂ ਉਹੀ ਦੱਸ ਰਿਹਾ, ਤੁਸੀਂ ਜੇ ਥੋੜੀ ਸੁਣੋਗੇ ਤਾਂ ਉਹ ਕਰੋ ਨਾ। ਮੈਂ ਦੱਸ ਰਿਹਾ, ਮੈਂ ਬਾਰ-ਬਾਰ ਇਹ ਕਹਿ ਰਿਹਾ ਵੀ ਇੰਡੀਆ ਦੀ ਕਾਮਨਿਸਟ ਰੈਵੋਲੂਸ਼ਨਰੀ ਮੂਵਮੈਂਟ ਇੱਕ ਪਾਰਟੀ 'ਚ ਯੂਨਾਈਟ ਨਹੀਂ ਹੋ ਸਕੀ। ਇਹ ਉਹਦੀ ਪ੍ਰੋਬਲਮ ਆ। ਇਹਦੇ ਨਾਲ ਬਹੁਤ ਸਾਰੇ ਕੁਐਸਚਨ ਜੁੜੇ ਹੋਏ ਆ। ਐ ਹੁੰਦਾ ਹੋਊਗਾ ਇੰਡੀਆ ਦੀ ਕਾਮਨਿਸਟ ਰੈਵੋਲੂਸ਼ਨਰੀ ਮੂਵਮੈਂਟ ਜਿੰਨਾ ਚਿਰ ਇੱਕ ਕਾਮਨਿਸਟ ਪਾਰਟੀ 'ਚ ਜੁਆਇੰਟ ਹੋਊਗੀ, ਜਦੋਂ ਆਰਗੇਨਾਈਜ਼ ਹੋਊਗੀ ਇੱਕ ਪਾਰਟੀ 'ਚ, ਉਹ ਬਹੁਤ ਸਾਰੇ ਸਵਾਲਾਂ ਨੂੰ ਹੱਲ ਕਰ ਸਕੂਗੀ। ਤੇ ਉਹ ਪਰ ਤੁਹਾਡੇ ਡਿਫਰੈਂਸ ਇੰਨੇ ਜ਼ਿਆਦਾ ਨੇ, ਮੈਂ ਤਕਰੀਬਨ ਤੁਹਾਡੇ ਸਾਰੇ ਧੜਿਆਂ ਨੂੰ ਜਾਣਦਾ, ਸਾਰੀਆਂ ਪਾਰਟੀਆਂ ਨੂੰ ਜਾਣਦਾ, ਉਸ ਤੱਕ ਕਿਤੇ ਸੰਭਵ ਹੀ ਨਹੀਂ ਲੱਗਦਾਗਾ ਕਿ ਤੁਸੀਂ ਕਦੇ ਇੱਕ ਫਰੰਟ ਤੇ ਇਕੱਠੇ ਹੋ ਜਾਓਗੇ। ਕਿਸਾਨ ਅੰਦੋਲਨ ਵੇਲੇ ਤੱਕ ਮੈਂ ਉਹ ਗੱਲ ਕਹਾਂ ਸਟੇਜਾਂ ਅਲੱਗ ਲੱਗੀਆਂ। ਪੰਜਾਬ 'ਚ ਪੱਤਰਕਾਰੀ ਕਰਦੇ ਹੋਏ ਸ਼ਾਇਦ ਸੰਭਵ ਨਾ ਲੱਗੇ, ਲੋਕਾਂ ਦੇ ਵਿੱਚ ਕੰਮ ਕਰਦੇ ਹੋਏ ਸੰਭਵ ਲੱਗਦਾ ਹੁੰਦਾ ਹੈ। ਨਹੀਂ, ਪੱਤਰਕਾਰ ਤਾਂ ਚਲੋ ਇੱਕ ਰਾਜਨੀਤੀ ਕਰਨੀ ਤੇ ਪੱਤਰਕਾਰੀ ਕਰਨੀ ਤਾਂ ਉਹਦੀ ਇੰਟੈਂਸਿਟੀ ਗ੍ਰੈਵਿਟੀ ਦਾ 1000 ਗੁਣਾ ਫਰਕ ਹੈ। ਵੀ ਪੱਤਰਕਾਰੀ ਕਰਦੇ ਆ ਸ਼ਾਇਦ ਉਹ ਗ੍ਰੈਵਿਟੀ ਨਹੀਂ ਪਤਾ ਲੱਗਦੀ ਵੀ ਯੂਨਾਈਟ ਮੈਂ ਕਹਿੰਦਾ ਜੇ ਸਭ ਤੋਂ ਵਧੀਆ ਮੌਕਾ ਕਿਸਾਨ ਅੰਦੋਲਨ ਸੀਗਾ, ਜਿਵੇਂ ਹੁਣ ਤੁਹਾਡੇ ਤੇ ਆ ਜਾਣਾ, ਤੁਹਾਡੀ ਕਿਸਾਨ ਜਥੇਬੰਦੀ ਦੀ ਅਲੱਗ ਸਟੇਜ ਸੀ ਤੇ ਕੀ ਬੀਕੇਯੂ ਗ੍ਰਾਹਾਂ ਯੂਨਾਈਟ ਨਹੀਂ ਸੀ ਸਾਰਿਆਂ ਨਾਲ? ਅਲੱਗ ਸਟੇਜ ਹੋਣਾ ਤਾਂ ਵੱਖਰੇ ਹੋਣਾ ਹੀ ਨਹੀਂ ਹੁੰਦਾ। ਕੀ ਕਿਸਾਨ ਸੰਘਰਸ਼ ਦੇ ਤੁਹਾਡੇ ਬੜੇ ਕੋਰ ਡਿਫਰੈਂਸ ਰਹੇ ਬਹੁਤ ਸਾਰੀਆਂ ਗੱਲਾਂ ਤੇ, ਮਤਲਬ ਤੁਸੀਂ ਜਿਹੜੀ ਯੂਨਾਈਟਡ ਹੋਣ ਦਾ ਸਭ ਤੋਂ ਬੈਸਟ ਮੌਕਾ ਸੀ, ਸਭ ਤੋਂ ਵਧੀਆ ਪੋਲੀਟੀਕਲ ਮਟੀਰੀਅਲ ਕੰਡੀਸ਼ਨ ਸੀ, ਦੇਖੋ ਉਹਦਾ ਫਾਇਦਾ ਨਹੀਂ ਉਠਾਇਆ ਤੁਸੀਂ। ਤੁਸੀਂ ਮੈਨੂੰ ਕਹਿ ਰਹੇ ਹੋ ਤੁਹਾਡਾ ਕੰਮ ਉਹ ਕਰਨਾ। ਨਹੀਂ, ਸਾਰਾ ਸੰਯੁਕਤ ਕਿਸਾਨ ਮੋਰਚਾ ਯੂਨਾਈਟ ਸੀ। 3 ਸਟੇਜਾਂ ਸੀ। ਈਵਨ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੀ ਸਟੇਜ ਵੀ ਸੀ। ਨਾ ਸਿਰਫ ਉੱਥੇ 3 ਸਟੇਜਾਂ ਸੀ, ਉੱਥੇ ਵੀ 5 ਥਾਵਾਂ ਸੀ, ਪਲਵਲ ਵੀ ਸੀ, ਹੋਰ ਥਾਵਾਂ ਵੀ ਸੀ। ਇੰਡੀਆ ਦੇ ਵਿੱਚ ਵੀ, ਆਪਣੇ ਪੰਜਾਬ ਦੇ ਵਿੱਚ ਵੀ ਸੈਂਕੜੇ ਥਾਵਾਂ ਸੀ। ਇਹ ਸਾਰੀਆਂ ਥਾਵਾਂ ਦਾ ਵੱਜਵਾਂ ਵਜਨ ਆ ਜਿਹੜਾ ਉਹ ਮੋਦੀ ਸਰਕਾਰ ਦੇ ਖਿਲਾਫ ਪਿਆ। ਜੇ ਕਿਤੇ ਸੰਘਰਸ਼ ਹਾਰ ਗਿਆ ਹੁੰਦਾ ਫੇਰ ਤਾਂ ਤੁਹਾਡੇ ਵਾਸਤੇ ਬਹੁਤ ਹੀ ਆਸਾਨ ਹੋਣਾ ਸੀ, ਵੀ ਕਿਉਂਕਿ ਸਟੇਜ ਅੱਡ ਸੀ, ਕਿਉਂਕਿ ਇਹਨਾਂ ਨੇ ਵੱਖਰਾ ਸੰਯੁਕਤ ਕਿਸਾਨ। ਇੱਕ ਮਿੰਟ ਮੇਰੀ ਗੱਲ, ਮੈਨੂੰ ਵੀ ਗੱਲ ਆ ਰਹੇ ਹੋ ਕਿ ਇੱਕ ਪਾਰਟੀ ਹੋ ਜੇ, ਇਹ ਕਿਹਾ ਤੁਸੀਂ? ਨਾ ਮੈਂ ਤਾਂ ਬਿਲਕੁਲ ਇਹ ਕਿਹਾ ਨਾ, ਤੁਸੀਂ ਯੂਨਾਈਟ ਦੀ ਗੱਲ ਨਹੀਂ, ਯੂਨਾਈਟਡ ਮੰਚ ਦੀ ਗੱਲ ਨਹੀਂ ਕਰ ਰਹੇ। ਤੁਸੀਂ ਇਹ ਕਿਹਾ ਕਿ ਜੇ ਇੱਕ ਪਾਰਟੀ ਦੀ ਹੋਵੇ, ਜੇ ਕਮਿਊਨਿਸਟ ਪਾਰਟੀ ਜੇ ਕਮਿਊਨਿਸਟ ਇਨਕਲਾਬੀ ਪਾਰਟੀ ਇੱਕ ਬਣੇ ਤਾਂ ਰੈਵੋਲੂਸ਼ਨ ਹੋਊਗਾ। ਮੈਂ ਤਾਂ ਕਹਿ ਰਿਹਾ ਪਾਰਟੀ ਉਹ ਮੰਚ ਆ। ਨਹੀਂ, ਤੁਸੀਂ ਮੰਚ ਦਾ ਹਵਾਲਾ ਦਿੱਤਾ, ਮੰਚ ਦੀ ਗੱਲ ਤਾਂ ਆਈ। ਪਰ ਤੁਸੀਂ ਕਿਸਾਨ ਸੰਘਰਸ਼ ਨੂੰ ਵਧੀਆ ਮੌਕਾ ਸੀ ਨਾ ਕਿ ਪਾਰਟੀਆਂ ਇਕੱਠੀ ਕਰੋਗੜ, ਪਾਰਟੀ ਇੱਕ ਬਣ ਜਾਂਦੀ ਕਮਿਊਨਿਸਟਾਂ ਦੀ ਇਸ ਕਿਸਾਨ ਅੰਦੋਲਨ ਦਾ। ਮੈਂ ਕਿਹਾ ਉਹ ਕਿਉਂ ਮੌਕਾ ਸੀ? ਉਦੋਂ ਤਾਂ ਬਹੁਤ ਹੋਰ ਨੇ ਮੌਕੇ। ਕਮਿਊਨਿਸਟ ਰੈਵੋਲੂਸ਼ਨ ਯੂਨਾਈਟ ਇਹ ਸੰਭਵ ਕਿਉਂ ਨਹੀਂਗਾ? ਦੇਖੋ, ਕਮਿਊਨਿਸਟ ਰੈਵੋਲੂਸ਼ਨ ਦੇ ਯੂਨਾਈਟ ਏਕਤਾ ਦੀ ਗੱਲ ਬਹੁਤ ਲਗਾਤਾਰ ਹੁੰਦੀ ਰਹੀ, ਔਰ ਬੜੀ ਜਦੋਂ ਤੋਂ ਮੂਵਮੈਂਟ ਚੱਲ ਰਹੀ ਹੈ, ਜਦੋਂ ਡਿਵੀਜ਼ਨਾਂ ਹੋਈਆਂ ਨੇ, ਏਕਤਾ ਦੀ ਗੱਲ ਲਗਾਤਾਰ ਹੁੰਦੀ ਹੈ। ਨਹੀਂ, ਦੇਖੋ ਤੁਸੀਂ ਉਹ ਕਿਉਂ ਨਹੀਂ ਹੁੰਦੀ? ਮੈਂ ਪੁੱਛ ਰਿਹਾ, ਤੁਸੀਂ ਮੈਨੂੰ ਗੱਲ ਵੀ ਜਵਾਬ ਵੀ ਦੇਣ ਦਿਓ ਨਾ। ਤੁਹਾਡਾ ਸਵਾਲ ਤਾਂ ਰਿਪੀਟ ਹੋ ਰਿਹਾ, ਤੁਹਾਡਾ ਸਵਾਲ ਇਹ ਰਿਪੀਟ ਹੋ ਰਿਹਾ ਵੀ ਕਮਿਊਨਿਸਟ ਰੈਵੋਲੂਸ਼ਨ ਯੂਨਾਈਟ ਕਿਉਂ ਨਹੀਂ? ਮੈਂ ਕਹਿੰਦਾ ਵੀ ਉਹਨਾਂ ਦੇ ਅੰਦਰ, ਦੇਖੋ, ਉਹਨਾਂ ਦੇ ਅੰਦਰ ਸਿਆਸੀ ਵਿਚਾਰਧਾਰਕ ਵਖਰੇਵੇਂ ਨੇ। ਇੰਡੀਅਨ ਸਟੇਟ ਦੇ ਅੰਦਰ ਕੰਮ ਕਰਨ ਬਾਰੇ ਪਾਲਿਸੀਆਂ ਦੇ ਵਖਰੇਵੇਂ ਨੇ। ਉਹ ਇੰਡੀਅਨ ਸਟੇਟ ਦੇ ਅੰਦਰ ਪਾਥ ਦੇ ਮਸਲੇ ਨੂੰ ਲੈ ਕੇ, ਅੱਡ ਫੋਰਸਸ ਨਾਲ ਯੂਨਾਈਟ ਰਿਲੇਟ ਕਰਨ ਦੇ ਮਸਲੇ ਨੂੰ ਲੈ ਕੇ ਉਹਨਾਂ ਦੇ ਅੰਦਰ ਵਖਰੇਵੇਂ ਨੇ। ਪਰ ਇਉਂ ਤਾਂ ਨਹੀਂ ਵੀ ਉਹ ਬਿਲਕੁਲ ਕਦੇ ਵੀ ਯੂਨਾਈਟ ਨਹੀਂ ਹੁੰਦੇ। ਕਮਿਊਨਿਸਟ ਇੱਕ ਪਾਰਟੀ ਯੂਨਾਈਟ ਹੋਣਾ ਇੱਕ ਵੱਡਾ ਏਮ ਆ, ਉਹ ਵੀ ਅਚੀਵ ਕੀਤਾ ਜਾਣਾ ਚਾਹੀਦਾ। ਮੈਂ ਕਹਿ ਰਿਹਾ ਯੂਨਾਈਟ ਹੋਣਾ ਇੱਕ ਮੰਚ ਤੇ ਅਲੱਗ ਗੱਲ ਹੈ। ਇੱਕ ਪਾਰਟੀ, ਜਿਹੜੀ ਤੁਹਾਡੀ ਲਾਈਨ ਸੀ ਕਿ ਇੱਕ ਪਾਰਟੀ 'ਚ ਤਬਦੀਲ ਹੋ ਜਾਣਾ ਰੈਵੋਲੂਸ਼ਨ, ਜੇ ਸਾਡੀਆਂ ਇਹ ਕਮੀਆਂ ਰਹੀਆਂ, ਜੇ ਕਿਤੇ ਇੱਕ ਪਾਰਟੀ 'ਚ ਹੋ ਗਿਆ ਤਾਂ ਸੰਭਵ ਹੋ ਜਾਊਗਾ। ਤੁਸੀਂ ਐ ਮੰਨਦੇ ਹੋ ਵੀ ਰਸ਼ੀਆ ਜਾਂ ਚਾਈਨਾ ਬਹੁਤ ਸਾਰੀਆਂ ਥਾਵਾਂ ਤੇ ਹੋਇਆ? ਇੰਡੀਆ 'ਚ ਵੀ ਇਹ ਸੰਭਵ ਹੈ। ਮੈਂ ਤਾਂ ਕਹਿ ਰਿਹਾ ਇਹਦੇ ਮੈਨੂੰ ਕਿਤੇ ਦੂਰ ਤੱਕ ਵੀ ਇਹ ਨਜ਼ਰ ਨਹੀਂ ਆਉਂਦਾ, ਕਿਉਂਕਿ ਮੈਂ ਦੇਖਦਾ ਰਿਹਾ ਮੂਵਮੈਂਟ ਨੂੰ ਨੇੜਿਓਂ, ਬਹੁਤ ਸਾਰੇ ਲੋਕਾਂ ਨੂੰ ਦੇਖਿਆ ਕਿ ਇਹ ਕਦੇ ਇੱਕ ਪਾਰਟੀ 'ਚ ਆ ਜਾਣ ਬੰਦੇ। ਇੱਕ ਪਾਰਟੀ 'ਚ ਮੰਨ ਲਓ, ਮੈਂ ਹੁਣ ਨਾਂ ਨਹੀਂ ਲੈਣੇ ਪਾਰਟੀਆਂ ਦੇ, ਇੱਕ ਪਾਰਟੀ 'ਚ ਬੰਦੇ ਆ ਜਾਣ ਬਹੁਤ ਔਖਾ ਲੱਗਦਾ। ਮੈਂ ਇਹੀ ਕਹਿੰਦਾ ਵੀ ਔਖਾ ਲੱਗਦਾ ਅੱਜ ਦੀ ਘੜੀ, ਜਿਨ੍ਹਾਂ ਦੀ ਰੈਵੋਲੂਸ਼ਨ 'ਚ ਨਿੱਚ ਹੈ। ਇੱਕ ਪਾਰਟੀ 'ਚ ਜਦੋਂ ਕਲਾਸ ਸਟਰਗਲ ਚੱਲਦੀ ਆ, ਉਹ ਐਡਵਾਂਸ ਹੁੰਦੀ ਹੈ। ਇੱਕ ਜਿਹੜੇ ਅੱਡ ਕਮਿਊਨਿਸਟ ਰੈਵੋਲੂਸ਼ਨਰੀ ਫੋਰਸਸ ਆ, ਉਹ ਇੱਕ ਦੂਜੇ ਦੇ ਐਕਸਪੀਰੀਅੰਸ ਸ਼ੇਅਰ ਵੀ ਕਰਦੀਆਂ, ਇੱਕ ਦੂਜੇ ਦੇ ਐਕਸਪੀਰੀਅੰਸ ਨੂੰ ਇਨਫਲੂਐਂਸ ਵੀ ਕਰਦੀਆਂ, ਉਹਨਾਂ ਦੇ ਵਿਊ ਚੇਂਜ ਵੀ ਹੁੰਦੇ ਨੇ। ਇਹ ਤਾਂ ਉਹੀ ਜੀ ਗੱਲ ਹੀ ਹੈ। ਅਗਲਾ ਕਹਿੰਦਾ ਮੈਨੂੰ ਪਹਿਲਾਂ ਪੂਰੀ ਗੱਲ ਤਾਂ ਕਰਨ ਦਿਓ ਨਾ, ਤੁਹਾਡੇ ਕੁਐਸਚਨ ਜ਼ਿਆਦਾ ਹੋ ਰਹੇ ਨੇ, ਜਵਾਬ ਵੀ ਦੇਣ ਦਿਓ। ਦੇਖੋ, ਕਮਿਊਨਿਸਟ ਰੈਵੋਲੂਸ਼ਨਰੀ ਮੂਵਮੈਂਟ ਦੇ ਵਿੱਚ ਇਸ ਵੇਲੇ ਸਭ ਤੋਂ ਵੱਡਾ ਇਸ਼ੂ ਹੈ ਵੀ ਉਹ ਕਿਉਂਕਿ ਯੂਨਾਈਟ ਨਹੀਂ, ਉਹ ਯੂਨਾਈਟ ਹੋਣ ਦੀ ਗੱਲ ਇਹੋ ਜੀ ਗੱਲ ਹੈ। ਮੈਂ ਕਹਿੰਦਾ ਫਿਰ ਤਾਂ ਕਿਸੇ ਦੀ ਰੈਵੋਲੂਸ਼ਨ 'ਚੋਂ ਨੇਚਾ ਵੀ ਡੋਲ ਜੂ। ਵੀ ਜੇ ਕੋਈ ਕਹਿੰਦਾ ਵੀ ਇਹ ਨਹੀਂ ਯੂਨਾਈਟ ਹੋ ਸਕਦੇ, ਇਹ ਤਾਂ ਉਹੀ ਜੀ ਗੱਲ ਹੈ ਵੀ ਰੈਵੋਲੂਸ਼ਨ ਨਹੀਂ ਹੋ ਸਕਦਾ। ਕਮਿਊਨਿਸਟ ਰੈਵੋਲੂਸ਼ਨ ਹੀ ਯੂਨਾਈਟ ਹੋ ਸਕਦੇ ਨੇ। ਸਾਡਾ ਇਹ ਭਰੋਸਾ ਵੀ ਆਉਣ ਵਾਲੇ ਸਮੇਂ 'ਚ ਹੋਣਗੇ ਆਪਦੀਆਂ ਕਮਜ਼ੋਰੀਆਂ ਕਮੀਆਂ ਨੂੰ ਦੂਰ ਕਰਨ। ਜਿਵੇਂ ਮੈਂ ਕਹਿੰਦਾ ਕਈਆਂ ਦੇ ਬੜੇ ਪ੍ਰਿੰਸੀਪਲ, ਮਤਲਬ ਮੈਂ ਇੱਕ ਸਿੰਪਲ ਉਦਾਹਰਨ ਲਈ ਕਹਿੰਦਾ, ਜਿਵੇਂ ਤੁਸੀਂ ਹੋ, ਮੈਂ ਤੁਹਾਡੀ ਤੇ ਜਿਵੇਂ ਲਲਕਾਰ ਵਾਲੇ ਨੇਗੇ, ਹੈ ਨਾ, ਉਹਨਾਂ ਦੀ ਬੜੀ ਪ੍ਰਿੰਸੀਪਲ ਆਲੋਚਨਾ ਉਹਨਾਂ ਦੀ ਧਿਰਾਂ ਬਾਰੇ, ਹੈ ਨਾ। ਮੈਂ ਦੇਖਦਾ ਕਈ ਕਮਿਊਨਿਸਟ ਜਥੇਬੰਦੀਆਂ ਦੀ, ਪਾਰਟੀਆਂ ਦੀ ਇੱਕ ਦੂਜੇ ਬਾਰੇ ਬੜੀ ਹੀ ਪ੍ਰਿੰਸੀਪਲ ਉਹ ਆ ਗਈ। ਜਿਵੇਂ ਤੁਹਾਡਾ ਉਸ ਦੌਰ 'ਚ ਲਾਈਨ ਲੈਣਾ ਕਿ ਇਹ ਮਾਰਕੇਬਾਜ਼ੀ ਹੈਗੀ। ਇੱਥੇ ਕਈ ਗਰੁੱਪ ਜਿਹੜੇ ਨੇਗੇ ਉਹ ਮਾਰਕੇਬਾਜ਼ੀ ਦੇ ਖਾਤੇ ਪੈਂਦੇ ਨੇ, ਮੈਂ ਨਹੀਂ ਪਾਉਣਾਗਾ, ਤੁਹਾਡੇ ਸ਼ਬਦ ਨਾਲ ਉਹ ਪੈਂਦੇ ਨੇਗੇ। ਤਾਂ ਇੰਨੇ ਜ਼ਿਆਦਾ ਪ੍ਰਿੰਸੀਪਲ ਤਿੱਖੇ ਮਤਭੇਦ ਹੋਣ
ਤਾਂ ਮੈਨੂੰ ਲੱਗਦਾਗਾ। ਹੋਰ ਮੇਰੀ ਤਾਂ ਮੈਂ ਤਾਂ ਸ਼ੁਭ ਸ਼ਾਮਾਂ ਦਿਓ, ਤੁਸੀਂ ਇਕੱਠੇ ਹੋ ਜਾਓ, ਕੱਲ ਹੀ ਹੋ ਜਾਓ। ਹਾਂ ਬਿਲਕੁਲ, ਇਹ ਤਾਂ ਮੈਂ ਤਾਂ ਕਹਿਣਾਗਾ ਜਦੋਂ ਨਹੀਂ, ਲਲਕਾਰ ਦੀ ਡਿਬੇਟ ਮੈਂ ਉਹਨਾਂ ਦੀ ਡਿਬੇਟ ਦੇਖਦੇ ਆ ਤੁਹਾਡੇ ਨਾਲ, ਉਹ ਕਿਸ ਲੈਵਲ ਦੇ ਉੱਤੇ ਜਾ ਕੇ ਕ੍ਰਿਟਿਸਿਜ਼ਮ ਕਰਦੇ ਨੇ NDR ਆਈਡੀਆ ਦਾ, ਨਿਊ ਡੈਮੋਕ੍ਰੈਟਿਕ ਰੈਵੋਲੂਸ਼ਨ। ਨਹੀਂ ਦੇਖੋ ਇਸ ਫਿਰ ਮੇਰੀ ਗੱਲ ਤਾਂ ਸੁਣ ਲਓ ਨਾ, ਤਾਂ ਇਦੋਂ ਵੀ ਵੱਡੇ ਇੱਕ ਪਾਰਟੀ ਦੇ ਅੰਦਰ ਵੀ ਹੁੰਦੇ ਨੇ ਦੂਜੇ ਹੈਗਾ, ਲੋਕਾਂ ਦੇ। ਫਿਰ ਇਹ ਜਿਵੇਂ ਜਦੋਂ ਤੁਸੀਂ ਕਹਿੰਦੇ ਹੋ ਕਿ ਤੁਸੀਂ ਉਸ ਮੂਵਮੈਂਟ 67 ਚ ਅਲੱਗ ਹੋ ਗਏ ਕਿ ਸਾਨੂੰ ਇੱਕ ਮਾਸ ਲਾਈਨ ਲੈਣੀ ਚਾਹੀਦੀ ਹੈ, ਇਹ ਆਈਡੀਆ ਠੀਕ ਨਹੀਂ ਹੈ, ਮਾਰਕੇਬਾਜ਼ੀ ਹੈ। ਉਦੋਂ ਬਾਅਦ ਜਿਹੜੇ ਉਹ ਆਈਡੀਆ ਚੋਂ ਨਿਕਲੇ, ਡਿੱਗ ਪਏ, ਫਿਰ ਖੜੇ ਹੋ ਗਏ, ਉਹ ਕਹਿੰਦੇ ਹੈਗੇ ਕਿ ਇਹ ਤਾਂ ਜੀ ਮਤਲਬ ਉਹਨਾਂ ਦੀ ਵੀ ਤੁਹਾਡੇ ਬਾਰੇ ਆਲੋਚਨਾ ਹੋਊਗੀ ਓਬਵੀਅਸਲੀ, ਹੈ ਨਾ। ਅੱਡ ਟ੍ਰੈਂਡਸ ਨੇ, ਤਾਂ ਟ੍ਰੈਂਡਸ ਬਾਰੇ ਇੱਕ ਦੂਜੇ ਮੈਂ ਤਾਂ ਹੀ ਕਹਿਣਾ ਕੀ ਇਹ ਸੰਭਵ ਹੈ ਕਿ ਇਹ ਸਾਰੇ ਲੋਕ ਜਿਨ੍ਹਾਂ ਦੇ ਇੰਨੇ ਪ੍ਰਿੰਸੀਪਲ ਤਿੱਖੇ ਮਤਭੇਦ ਹੋਣ, ਉਹ ਕਿਸੇ ਇੱਕ ਪਾਰਟੀ 'ਚ ਇਕੱਠੇ ਹੋ ਜਾਣ? ਪ੍ਰਿੰਸੀਪਲੀ ਮਤਭੇਦ ਵੀ ਨੇ, ਪਰ ਮਾਰਕਸਿਜ਼ਮ, ਲੈਨਿਨਿਜ਼ਮ, ਮਾਓ ਥਾਟ ਤੇ ਯੂਨਿਟੀ ਵੀ ਹੈ। ਇੰਡੀਆ ਦਾ ਨਿਊ ਡੈਮੋਕ੍ਰੈਟਿਕ ਰੈਵੋਲੂਸ਼ਨ ਹੋਊਗਾ, ਇਹਦੇ ਤੇ ਵੀ ਯੂਨਿਟੀ ਹੈ। ਕਮਿਊਨਿਸਟ ਰੈਵੋਲੂਸ਼ਨ ਦੀ ਇਹਦੇ ਤੇ ਵੀ ਯੂਨਿਟੀ ਹੈ ਵੀ ਇਹ ਰੂਲਿੰਗ ਇੰਪੀਰੀਅਲਿਜ਼ਮ ਹੈ, ਫਿਊਡਲਿਜ਼ਮ ਆ। ਜਿੱਥੇ ਜਿੱਥੇ ਯੂਨਿਟੀ ਹੈ, ਇਹਦੇ ਵਾਸਤੇ ਲੋਕ ਸੈਂਟਰਲ ਤਾਕਤ ਹੁੰਦੇ ਨੇ। ਐਂ ਰੈਵੋਲੂਸ਼ਨ ਕੀਤਾ ਜਾਂਦਾ। ਜਿਨ੍ਹਾਂ ਗੱਲਾਂ ਤੇ ਯੂਨਿਟੀ ਹੈ, ਉਹ ਸਾਨੂੰ ਆਸ ਬਣਾਉਂਦੀ ਹੈ ਵੀ ਹਾਂ ਯੂਨਾਈਟ ਹੋਵਾਂਗੇ। ਤਾਂ ਇੱਕ ਤੁਸੀਂ ਉਦੋਂ ਗੱਲ ਕਹੀ ਜਦੋਂ ਆਪਾਂ ਵਿੱਚ ਗੱਲ ਰਹੇਗੀ, ਜਿਵੇਂ ਤੁਸੀਂ ਕਿਹਾ ਕਿ ਸਾਡਾ ਸੇਮ ਅਸੀਂ ਚੰਡੀਗੜ੍ਹ ਮੰਨਦੇ ਹਾਂ, ਪੰਜਾਬ ਨੂੰ ਮਿਲਣਾ ਚਾਹੀਦਾ। ਐਵੇਂ ਮੈਂ ਤੁਹਾਡੇ ਤੋਂ SYL ਬਾਰੇ ਪੁੱਛ ਰਿਹਾ ਸੀ, SYL ਤੇ ਤੁਹਾਡਾ ਕੀ ਸਟੈਂਡ ਹੈ? SYL ਤਾਂ ਦੇਖੋ, ਜੇ ਤਾਂ ਦੋ ਟੁੱਕ ਗੱਲ ਹੈ ਤਾਂ SYL ਨਹੀਂ ਨਿਕਲਣੀ ਚਾਹੀਦੀ। ਪਰ ਗੱਲ ਕੀ ਹੈ, SYL ਨਹੀਂ ਨਿਕਲਣੀ ਚਾਹੀਦੀ ਹੈ, ਅਕਾਲੀ ਵੀ ਕਹਿੰਦੇ ਨੇ, ਇਹ ਕਾਂਗਰਸੀ ਵੀ ਕਹਿ ਦਿੰਦੇ ਨੇ, ਇਹ ਸਾਰੇ ਕਹਿ ਦਿੰਦੇ ਨੇ। ਜਿਹਦਾ ਮਤਲਬ ਦਿਲਚਸਪ ਗੱਲ ਤਾਂ ਇਹ ਹੁੰਦੀ ਹੈ ਵੀ ਪੰਜਾਬ ਦੇ ਸਾਰੇ ਲੋਕ ਸਮੇਤ, ਜਗੀਰਦਾਰ ਸਮੇਤ, ਇੱਥੋਂ ਦੇ ਵੱਡੇ ਵੱਡੇ ਅਫਸਰ, ਅਕਾਲੀ ਸਭ, ਬਾਦਲ ਕੇ, ਟਰਾਂਸਪੋਰਟਰ, ਸਾਰੇ ਇੱਕ ਨੇ SYL ਦੇ ਇਸ਼ੂ ਨੂੰ ਲੈ ਕੇ। ਅਸਲ 'ਚ ਗੱਲ ਇਹ ਹੈ ਵੀ ਉਹਨਾਂ ਵਾਸਤੇ ਪੋਲੀਟੀਕਲ ਇਸ਼ੂ ਹੈ। ਅਸੀਂ ਕਹਿੰਦੇ ਹਾਂ ਵੀ SYL ਨੂੰ ਪੋਲੀਟੀਕਲ ਇਸ਼ੂ ਨਾ ਬਣਾਇਆ ਜਾਵੇ। ਇਹ ਪੰਜਾਬ ਤੇ ਹਰਿਆਣੇ ਦੇ ਲੋਕਾਂ ਦੇ ਵਿੱਚ ਜਿਹੜੀ ਪਾਣੀ ਦੀ ਵੰਡ ਦਾ ਰੌਲਾ ਹੈ, ਇਸ ਰੌਲੇ ਨੂੰ ਅਸਲ ਦੇ ਵਿੱਚ ਗਲਤ ਰੰਗਤ ਦਿੱਤੀ ਗਈ ਆ ਪਹਿਲਾਂ ਤੋਂ, ਕਿਉਂਕਿ ਇੰਦਰਾ ਗਵਰਨਮੈਂਟ ਦਾ ਇੰਟਰਸਟ ਸੀ, ਉਹਨੇ ਵੋਟਾਂ ਲੈਣੀਆਂ ਸੀ, ਉਹਨੇ ਕਦੇ ਹਰਿਆਣੇ ਤੋਂ ਲੈਣੀਆਂ ਸੀ, ਕਦੇ ਕਿਤੋਂ ਲੈਣੀਆਂ ਸੀ, ਲੋਕਾਂ ਨੂੰ ਲੜਾਉਂਦੇ ਰਹੇ। ਪੰਜਾਬ ਦੇ ਅੰਦਰ ਜਿਹੜੇ ਪੋਲੀਟੀਸ਼ੀਅਨ ਸੀ, ਉਹਨਾਂ ਦੀਆਂ ਵੋਟ ਗਿਣਤੀਆਂ ਸੀ। ਸਾਡੀ ਪੋਜੀਸ਼ਨ ਇਹ ਹੈ ਵੀ ਪਹਿਲੀ ਗੱਲ, ਇਹਨੂੰ ਮੈਂ ਬਰੀਫ 'ਚ ਹੀ ਕਹਿ ਸਕਦਾ, ਪਹਿਲੀ ਗੱਲ ਜਿਹੜਾ ਪੰਜਾਬ ਦੇ ਪਾਣੀਆਂ ਦਾ ਇਸ਼ੂ ਹੈ ਨਾ, ਉਹ ਸਿਰਫ SYL ਤੇ ਕੇਂਦਰਿਤ ਨਹੀਂ ਹੈ। ਪੰਜਾਬ ਦੇ ਪਾਣੀਆਂ ਦੇ ਇਸ਼ੂ ਦੀ ਡਿਮੈਂਸ਼ਨ ਬਹੁਤ ਵੱਡੀ ਹੈ, ਲਾਰਜਰ ਇਸ਼ੂ। ਹਾਂ, ਬਹੁਤ ਵੱਡਾ ਇਸ਼ੂ। ਉਹਦੇ ਵਿੱਚ ਦਰਿਆਈ ਪਾਣੀਆਂ ਦੀ ਗੱਲ ਇੱਕ ਗੱਲ ਹੈ, ਤੇ ਗਾਂ ਦਰਿਆਈ ਪਾਣੀਆਂ ਦੀ ਵੰਡ ਹੈ ਜਿਹੜੀ, ਉਹ ਵੀ ਉਹਦਾ ਇੱਕ ਪਾਰਟ ਹੈ। ਇਸ ਕਰਕੇ ਦਰਿਆਈ ਪਾਣੀਆਂ ਦੀ ਵੰਡ ਨੂੰ ਐਮੀਕੇਬਲੀ ਨਜਿੱਠਣਾ ਚਾਹੀਦਾ, ਲੋਕਾਂ ਦੇ ਅੰਦਰ ਬਿਨਾਂ ਲੜਾਈ ਪਾਏ ਤੋਂ ਨਜਿੱਠਣਾ ਚਾਹੀਦਾ। ਪਰ ਉਦੋਂ ਵੱਡੀ ਗੱਲ ਹੈ, ਜਿਹੜੇ ਇੰਪੀਰੀਅਲਿਸਟ ਹੈ, ਜਿਹੜੀਆਂ ਬਹੁਕੌਮੀ ਕੰਪਨੀਆਂ ਜਿਹੜੀਆਂ ਪੰਜਾਬ ਦੇ ਪਾਣੀ ਤੇ ਕਾਬਜ਼ ਹੋਣ ਜਾ ਰਹੀਆਂ, ਇਹ ਪੋਲੀਟੀਸ਼ੀਅਨ ਕਦੀ ਉਹਦੀ ਗੱਲ ਨਹੀਂ ਕਰਦੇ, ਕਿਉਂਕਿ ਇਹ ਤਾਂ ਸਾਰੇ ਉਹਨਾਂ ਨੂੰ ਇਹ ਕੰਟਰੈਕਟ ਦੇਣ 'ਚ, ਵਾਟਰ ਪਾਲਿਸੀ ਬਣਾਉਣ 'ਚ, ਇੱਥੇ ਥਾਂ ਥਾਂ ਦੇ ਉੱਤੇ ਵਰਲਡ ਬੈਂਕ ਦੇ ਪੈਸੇ ਨਾਲ ਉਹ ਪ੍ਰੋਜੈਕਟ ਲਾਉਣ 'ਚ ਲੱਗੇ ਹੋਏ ਨੇ। ਇਸ ਕਰਕੇ ਇਹਨਾਂ ਦਾ ਜਿਹੜਾ ਦਾਅਵਾ ਹੁੰਦਾ SYL ਦਾ, ਉਹ ਪੰਜਾਬ ਦੇ ਹਿੱਤ ਕਰਕੇ ਨਹੀਂ, ਉਹ ਹੈਗਾ ਵੋਟਾਂ ਕਰਕੇ। ਪੰਜਾਬ ਦੇ ਲੋਕਾਂ ਨੂੰ SYL ਤੇ ਲੜਨ ਦੀ ਥਾਂ ਤੇ, ਜਿਹੜੇ SYL ਤੇ ਪੰਜਾਬ ਦੇ ਲੋਕਾਂ ਨੂੰ ਲੜਨਾ ਨਹੀਂ ਚਾਹੀਦਾ, ਸਗੋਂ ਹਰਿਆਣੇ ਵਾਲੇ ਲੋਕਾਂ ਨਾਲ ਰਲ ਕੇ ਪੋਲੀਟੀਸ਼ੀਅਨਾਂ ਤੇ ਦਬਾਅ ਪਾਉਣਾ ਚਾਹੀਦਾ ਵੀ ਸਾਨੂੰ ਇਹਦੇ ਤੇ ਲੜਾਓ ਨਾ, ਇਹਨੂੰ ਐਮੀਕੇਬਲੀ ਸੋਲਵ ਕਰੋ। ਤੇ ਇੰਪੀਰੀਅਲਿਸਟਾਂ ਦੇ ਖਿਲਾਫ ਜਿਹੜਾ ਪਾਣੀ ਦਾ ਕਬਜ਼ਾ ਹੋਣ ਜਾ ਰਿਹਾ, ਉਹਦੇ ਖਿਲਾਫ ਰਲ ਕੇ ਲੜਨਾ ਚਾਹੀਦਾ। ਇਹ ਪੋਜੀਸ਼ਨ ਮੈਂ ਇਸ ਕਰਕੇ ਵੀ ਕਿਹਾ ਕਿ ਤੁਸੀਂ ਜਿਹੜਾ ਮੇਰੇ ਨਾਲ ਇਤਰਾਜ਼ ਕੀਤਾ ਕਿ ਤੁਹਾਨੂੰ ਲੱਗ ਸਕਦਾ ਇੱਕ ਪਾਰਟੀ ਨਹੀਂ ਬਣ ਸਕਦੀ, ਤੁਸੀਂ ਪੱਤਰਕਾਰ ਹੋ, ਅਸੀਂ ਬੜੇ ਆਸਮੰਦ ਲੋਕ ਆਂਗੇ। ਤੁਸੀਂ ਜਿਹੜਾ ਸ਼ਬਦ ਵਰਤਿਆ ਜਿਸ ਲਹਿਰ ਬਾਰੇ, ਸਿੱਖ ਬੁਨਿਆਦ ਪ੍ਰਸਤ, ਉਸ ਬਾਰੇ ਇੱਕ ਧਿਰ ਜਿਹੜੀ ਦਾ ਬੜਾ ਵੱਡਾ ਕਲੇਮ ਆ ਇੰਡੀਆ ਦੇ ਅੰਦਰ ਵੀ, ਪੰਜਾਬ ਦੇ ਅੰਦਰ ਵੀ, ਉਹ ਕਹਿੰਦੇ ਉਹ ਉਸ ਦੇ ਉੱਤੇ ਉਹਨਾਂ ਨੂੰ ਕਹਿੰਦੀ ਹੈ ਕਿ ਸਾਨੂੰ ਇਹਨਾਂ ਨਾਲ ਕੋਈ ਇਤਰਾਜ਼ ਨਹੀਂ, ਇਹਨਾਂ ਦੀ ਲਹਿਰ ਹੋਊਗੀ, ਅਸੀਂ ਇਹਨਾਂ ਨੂੰ ਵੀ ਸਪੋਰਟ ਕਰ ਦਾਂਗੇ, ਅਸੀਂ ਪਿੱਛੇ ਹਟ ਜਾਵਾਂਗੇ। ਤੁਸੀਂ ਸਮਝ ਰਹੇ ਹੋਗੇ ਮੈਂ ਕਿਹਨਾਂ ਦੀ ਗੱਲ ਕਰ ਰਿਹਾ, ਜੇ ਕਹੂੰ ਤਾਂ ਮੈਂ ਨਾਂ ਵੀ ਲੈ ਦੇਣਾ। ਕਿਹੜੀ ਧਿਰ ਬਾਰੇ ਕਹਿੰਦੇ ਹੋ ਤੁਸੀਂ? BKU ਕ੍ਰਾਂਤੀਕਾਰੀ ਵਾਲੀ ਜਿਹੜੀ ਧਿਰ ਆ ਗਈ, ਉਹ ਮੰਨਦੀ ਹੈਗੀ ਕਿ ਸਾਨੂੰ ਉਹ ਇਸ ਗੱਲ ਦੇ ਉੱਤੇ ਬਹੁਤ ਘੋਰ ਇਤਰਾਜ਼ ਨੇ, ਸਿੱਖ ਬੁਨਿਆਦ ਪ੍ਰਸਤ ਸ਼ਬਦ ਤੇ ਵੀ, ਉਸ ਨੈਸ਼ਨਲਿਟੀ ਮੂਵਮੈਂਟ ਦੇ ਨੂੰ ਲੈ ਕੇ ਉਹਨਾਂ ਦਾ ਬਿਲਕੁਲ ਡਿਫਰੈਂਟ ਤਰ੍ਹਾਂ ਦਾ ਵਿਊ ਹੈਗਾ, ਤੁਹਾਡੇ ਵਾਲਾ ਵਿਊ ਨਹੀਂ ਹੈਗਾ। ਉਹਦੇ ਤੇ ਦੇਖੋ ਗੱਲ ਇਹ ਹੈ ਵੀ ਨਾ ਸਿਰਫ ਮੈਂ ਇਕੱਲੇ BKU ਕ੍ਰਾਂਤੀਕਾਰੀ ਦੀ ਗੱਲ ਨਹੀਂ, ਬਹੁਤ ਸਾਰੇ ਪੰਜਾਬ ਦੇ ਅੰਦਰ ਇਹਦੇ ਇਸ ਗੱਲ ਬਾਰੇ ਟ੍ਰੈਂਡ ਨੇ, ਵਿਚਾਰ ਨੇ। ਜਿਹੜਾ ਮੈਂ ਪਹਿਲਾਂ ਵਾਰ-ਵਾਰ ਜ਼ੋਰ ਦਿੱਤਾ ਇਸ ਗੱਲ ਤੇ ਵੀ ਕਿਉਂਕਿ ਉੱਥੇ ਕਿਸੇ ਨੂੰ ਕੱਲੇ ਦੇ ਉੱਤੇ ਇਸ ਵੇਲੇ ਗੱਲ ਕਰਨੀ, ਕੱਲੇ ਟ੍ਰੈਂਡ ਬਾਰੇ ਉਹਨਾਂ ਨਾਲ ਬਹੁਤ ਸਾਰੇ ਸਾਂਝੇ ਮੰਚ ਕਰਦੇ ਨੇ, ਉਹਨਾਂ ਦੇ ਪ੍ਰੋਗਰਾਮਾਂ ਜਾਂਦੇ ਨੇ, ਉਹਨਾਂ ਨੂੰ ਹੇਲ ਕਰਦੇ ਨੇ ਉਹ ਕਿ ਹਾਂ, ਉਹ ਇੱਥੋਂ ਤੱਕ ਜਾਂਦੇ ਨੇ ਕਿ ਅਗਰ ਇਹਨਾਂ ਦੀ ਕੋਈ ਲਹਿਰ ਬਹੁਤ ਤਕੜੀ ਹੁੰਦੀ ਹੈ, ਮਜ਼ਬੂਤ ਹੁੰਦੀ ਹੈ, ਸਾਨੂੰ ਕੋਈ ਸਮੱਸਿਆ ਨਹੀਂ। ਹਾਂ ਨਹੀਂ, ਉਹ ਮੈਂ ਤਾਂ ਇਸ ਪੋਜੀਸ਼ਨ ਨੂੰ ਠੀਕ ਨਹੀਂ ਸਮਝਦਾ, ਇਸ ਗੱਲ ਨੂੰ ਠੀਕ ਨਹੀਂ ਸਮਝਦਾ, ਕਿਉਂਕਿ ਉਹਦਾ ਰੀਜ਼ਨ ਇਹ ਹੈ, ਮੈਂ ਤਾਂ ਪਹਿਲਾਂ ਕਿਹਾ ਵੀ ਉਹ ਪੰਜਾਬੀ ਨੈਸ਼ਨੈਲਿਟੀ ਦੀ ਮੂਵਮੈਂਟ ਨਹੀਂ ਹੈ। ਉਹ ਇੱਕ ਉਹ ਕਹਿੰਦੇ ਚਾਹੇ ਸਿੱਖ ਨੈਸ਼ਨੈਲਿਟੀ ਦੀ ਹੋਵੇ, ਸਾਨੂੰ ਕੋਈ ਇਹਦੇ 'ਚ ਮਤਲਬ ਉਹ ਇਹ ਗੱਲ ਮੰਨਦੇ ਨੇ ਕਿ ਸਾਡੀ ਟੈਕਟੀਕਲ ਸਪੋਰਟ ਇਹਨਾਂ ਨੂੰ ਹੈ, ਸਾਡਾ ਕੋਈ ਇਸ਼ੂ ਨਹੀਂ ਇਹਨਾਂ ਨਾਲ। ਹਾਂ, ਉਹ ਮੰਨਦੇ ਨੇ, ਠੀਕ ਆ, ਉਹ ਮੰਨਦੇ ਹੋਣਗੇ। ਤਾਂ ਮੈਂ ਕਹਿੰਦਾ ਡਿਫਰੈਂਸ ਤਾਂ ਇੰਨੇ ਡੂੰਘੇ ਨੇ, ਇਹ ਬਹੁਤ ਬਰੀਕ ਸਵਾਲ ਹੈਗਾ, ਇਹ ਬਹੁਤ ਡੂੰਘਾ ਸਵਾਲ ਆ। ਇਸ ਗੱਲ ਦੇ ਉੱਤੇ ਤੁਹਾਡੀ ਏਕਤਾ ਕਿਵੇਂ ਹੋ ਜੂਗੀ? ਇਸ ਗੱਲ ਨੇ ਤਾਂ ਇਹਨਾਂ ਗੱਲਾਂ ਦੇ ਉਹ ਨੇ, ਤਾਂ ਮੈਂ ਕਹਿ ਰਿਹਾ ਦੇਖੋ, ਇਹ ਏਕਤਾ ਦਾ ਢੰਗ ਇਹ ਥੋੜਾ ਹੈ ਵੀ ਅੱਜ ਤੁਸੀਂ ਕਿਸੇ ਨਾਲ ਗੱਲ ਕਰਦੇ ਹੋ ਏਕਤਾ ਹੋ ਜੂਗੀ। ਗੱਲ ਤਾਂ ਐਕਚੁਅਲ 'ਚ ਜੇ ਹੁਣ ਮੈਂ ਏਕਤਾ ਬਾਰੇ ਗੱਲ ਕਰਦਾ, ਏਕਤਾ ਤਾਂ ਕਮਿਊਨਿਸਟ ਰੈਵੋਲੂਸ਼ਨ 'ਚ ਏਕਤਾ ਤਾਂ ਇਸ ਢੰਗ ਨਾਲ ਹੋਣੀ ਹੈ ਵੀ ਇੱਥੇ ਅੱਡ-ਅੱਡ ਲਾਈਨਾਂ ਆਪਰੇਟ ਕਰਦੀਆਂ ਨੇ, ਅੱਡ-ਅੱਡ ਲਾਈਨਾਂ ਨੇ ਨਾ ਜਿਨ੍ਹਾਂ ਦੇ ਉੱਤੇ ਕਲਾਸ ਸਟਰਗਲ ਚੱਲ ਰਹੀ ਹੈ।
ਕਿਸੇ ਲਾਈਨ ਨੇ ਕਲਾਸ ਸਟਰਗਲ ਰਾਹੀਂ ਕੁਝ ਲੈਸਨ ਦੇਣੇ ਨੇ, ਕੁਝ ਐਕਸਪੀਰੀਅੰਸ ਦੇਣਾ, ਦੂਜਿਆਂ ਨੇ ਉਸ ਐਕਸਪੀਰੀਅੰਸ ਨੂੰ ਦੇਖਣਾ, ਇਹ ਗੱਲਾਂ ਵੀ ਉਸੇ ਐਕਸਪੀਰੀਅੰਸ 'ਚੋਂ ਰਿਜ਼ੋਲਵ ਹੋਣੀਆਂ ਨੇ। ਨੈਸ਼ਨੈਲਿਟੀਆਂ ਦਾ ਕੁਐਸਚਨ ਮੈਂ ਤਾਂ ਕਹਿਣਾ, ਨੈਸ਼ਨੈਲਿਟੀਆਂ ਦੇ ਕੁਐਸਚਨ ਬਾਰੇ ਹੋਰ ਵੱਧ ਇੰਡੀਆ ਦੇ ਵਿੱਚ ਹੈ ਜਿਹੜੀ ਉਹ ਸਟੱਡੀ ਦੀ, ਈਵਨ ਕਿ ਨਾਰਥ ਈਸਟ ਦੀਆਂ ਨੈਸ਼ਨੈਲਿਟੀਆਂ, ਹੁਣ ਮਨੀਪੁਰ ਦਾ ਰੌਲਾ ਪਿਆ, ਮਨੀਪੁਰ ਦੇ ਅੰਦਰ ਵੀ ਇੱਥੇ ਕਈ ਨੈਸ਼ਨੈਲਿਟੀਆਂ ਨੇ ਉੱਥੇ ਨਾਰਥ ਈਸਟ ਵਿੱਚ, ਉਹਨਾਂ ਦੀ ਹੋਰ ਵੱਧ ਕੰਕਰੀਟ ਸਟੱਡੀ ਦੀ, ਹੋਰ ਵੱਧ ਗੱਲਾਂ, ਹਾਂ ਨਾਗਾ ਵਾਲੇ ਨੇ, ਮੀਜ਼ੋ ਨੇ, ਹੋਰ ਕਈ ਨੇ, ਉਹਦੀ ਵੱਧ ਲੋੜ ਹੈ। ਇਸ ਕਰਕੇ ਇਹ ਗੱਲਾਂ ਤਾਂ ਆਪਸੀ ਬਹਿਸ ਵਿਚਾਰ ਰਾਹੀਂ ਵੀ ਤੇ ਕਲਾਸ ਸਟਰਗਲ ਦੇ ਐਕਸਪੀਰੀਅੰਸ ਰਾਹੀਂ, ਦੋਨਾਂ ਗੱਲਾਂ ਰਾਹੀਂ ਸੋਲਵ ਹੋਣਗੀਆਂ, ਉਦੋਂ ਬਾਅਦ ਹੀ ਯੂਨਿਟੀ ਹੋਣੀ। ਅੱਛਾ, ਜਿਹੜੀ ਮੈਂ ਆਪਾਂ ਪਹਿਲਾਂ ਵੀ ਗੱਲ ਚੱਲੀ, ਤੁਹਾਨੂੰ ਕੀ ਲੱਗਦਾ, ਇੱਕ ਤਾਂ ਤੁਸੀਂ ਜਨਰਲੀ ਕਹਿਤਾ ਵੀ ਭਾਈ ਇਸ ਕਰਕੇ ਇਹ ਚੀਜ਼ਾਂ ਨਹੀਂ ਵਾਪਰੀਆਂ ਜਾਂ ਇਸ ਕਰਕੇ ਨਹੀਂ ਹੋਈਆਂ ਕਿ ਪਾਰਟੀ ਇੱਕ ਨਹੀਂ ਹੋਈ ਜਾਂ ਰੈਵੋਲੂਸ਼ਨ ਉਰੇ ਤਾਂ ਨਹੀਂ ਹੋਇਆ, ਬਹੁਤ ਸਾਰੀਆਂ ਗੱਲਾਂ ਤਾਂ ਨਹੀਂ ਹੋਈਆਂ, ਤੁਹਾਨੂੰ ਕੋਈ ਹੋਰ ਵੀ ਮਸਲੇ ਲੱਗਦੇ ਨੇਗੇ ਆਪਦੇ ਬਾਰੇ ਜੋ ਤੁਸੀਂ ਰਿਵਿਊ ਕਰਦੇ ਹੋਗੇ ਕਿ ਯਾਰ ਸਾਡਾ ਲੋਕਾਂ ਨਾਲ ਕਮਿਊਨੀਕੇਸ਼ਨ, ਜਿਵੇਂ ਹੱਸਦੇ ਹੁੰਦੇ ਆ ਬੰਦੇ, ਹਾਸੇ 'ਚ ਕਈ ਵਾਰ ਕਹਿੰਦੇ ਆ ਵੀ ਜਿਵੇਂ ਤੁਸੀਂ ਦੋ ਵਰਡ ਵਰਤਦੇ ਹੋ, ਬੁਰਜੁਆਜੀ ਤੇ ਪ੍ਰੋਲੇਟੇਰੀਅਨ, ਤੁਹਾਡੇ ਮੈਗਜ਼ੀਨਾਂ 'ਚ ਹੁੰਦੇ ਨੇ ਸਾਰਿਆਂ 'ਚ, ਤੇ ਕੋਈ ਆਮ ਬੰਦਾ ਪੜੂਗਾ, ਆਮ ਮਾਸਸ ਨੂੰ ਸ਼ਬਦ ਸਮਝ ਨਹੀਂ ਆਉਂਦੇ, ਹੈ ਨਾ। ਮਤਲਬ ਕਈ ਵਾਰ ਐਂ ਲੋਚਨਾ ਲੈਫਟ ਦੀ ਐਂ ਵੀ ਹੁੰਦੀ ਹੈ ਵੀ ਯਾਰ ਇਹ ਆਪਦੀ ਦੁਨੀਆ 'ਚ ਰਹਿੰਦੇ ਨੇਗੇ, ਜਿਹੜਾ ਉਹ ਕਨੈਕਸ਼ਨ ਆਬਜੈਕਟਿਵਿਟੀ ਫੜ ਕੇ ਲੋਕਾਂ ਨੂੰ ਉਸ ਲੈਵਲ 'ਤੇ ਮਾਸਸ ਚਲਾ ਜਾਣਾ, ਤੁਸੀਂ ਮੰਨਦੇ ਹੋ ਜਾਂ ਲੋਕਾਂ ਨੂੰ ਗਲਤ ਲੱਗਦਾ ਹੈ ਜਾਂ ਜਿਨ੍ਹਾਂ ਨੂੰ ਲੱਗਦਾ ਗਾ? ਨਹੀਂ ਦੇਖੋ, ਇਹ ਮੈਂ ਇਕੱਲੇ ਦੋ ਸ਼ਬਦਾਂ ਦੀ ਗੱਲ ਨਹੀਂ ਕਰ ਰਿਹਾ, ਬਹੁਤ ਸਾਰੇ ਤੁਹਾਡੇ ਤਰੀਕਿਆਂ ਤੇ ਤੁਹਾਡੀ ਭਾਸ਼ਾ ਤੇ ਤੁਹਾਡੇ ਅਪਰੋਚ ਕਰਨ ਦੇ ਤਰੀਕੇ ਤੇ ਮਾਸਸ ਨੂੰ। ਨਹੀਂ ਦੇਖੋ, ਮੈਂ ਕਿਹਾ ਇਹਨੂੰ ਮੈਂ ਜਾਂ ਮਿਡਲ ਕਲਾਸ ਨੂੰ, ਉੱਪਰ ਮਿਡਲ ਕਲਾਸ ਨੂੰ ਕਹਾਂ, ਕਹਿ ਦਿੰਦੇ ਨੇ ਗੱਲਾਂ, ਕਹਿਣ ਨੂੰ ਤਾਂ ਕਹਿੰਦੇ ਨੇ, ਗੱਲਾਂ ਇਹ ਹੈ ਵੀ ਜਿੱਥੋਂ ਤੱਕ ਗੱਲ ਤੁਹਾਡੇ ਸਟਾਈਲ 'ਚ ਸਮੱਸਿਆ ਰਹੀ ਹੈ, ਲੋਕਾਂ ਨੂੰ ਐਂ ਲੱਗਦਾਗਾ ਕਿ ਇਹਨਾਂ ਦੇ ਸਟਾਈਲ 'ਚ ਸਮੱਸਿਆ ਰਹੀ, ਜਾਂ ਇਹ ਬਹੁਤੇ ਲੋਕ ਕਹਿੰਦੇ ਵੈਸਟਰਨ ਉਹਨਾਂ ਮਤਲਬ ਉੱਥੋਂ ਵਾਲੇ ਇਨਕਲਾਬਾਂ ਨੂੰ ਕਾਪੀ ਕਰਦੇ ਰਹੇ, ਇੱਥੇ ਹਾਲਤਾਂ ਹੋਰ ਸੀਗੀਆਂ, ਤਮਾਮ ਤਰ੍ਹਾਂ ਦੇ ਬਹੁਤ ਗੱਲਾਂ। ਦੇਖੋ ਜਦੋਂ ਰੈਵੋਲੂਸ਼ਨ ਨਹੀਂ ਹੋਇਆ ਤੇ ਕਮਿਊਨਿਸਟ ਰੈਵੋਲੂਸ਼ਨਰੀ ਇੰਡੀਆ ਦੇ ਅੰਦਰ ਲੋਕਾਂ ਦੀ ਮੂਵਮੈਂਟ ਦੇ ਲੀਡਰ ਨਹੀਂ ਹੈਗੇ ਜਿਹਦੇ ਪਿੱਛੇ ਬਹੁਤ ਵੱਡਾ ਦੇਸ਼ ਖੜਾ ਹੋਵੇ, ਉਹ ਤਾਂ ਫਿਰ ਸਵਾਲ ਤਾਂ ਹੁੰਦੇ ਹੀ ਨੇ, ਤੇ ਸਵਾਲ ਵੀ ਹੁੰਦੇ ਨੇ ਤੇ ਬਹੁਤ ਸਾਰੀਆਂ ਗੱਲਾਂ ਵੀ ਹੁੰਦੀਆਂ ਨੇ, ਉਹਦੇ ਵਿੱਚ ਰੈਲਿਟੀ ਵੀ ਮੌਜੂਦ ਹੁੰਦੀ ਹੈ। ਮੈਂ ਨਹੀਂ ਕਹਿੰਦਾ ਇਹ 'ਚ ਕੋਈ ਰੈਲਿਟੀ ਨਹੀਂ, ਜਿਹਦੇ ਨੈਚੁਰਲੀ ਵੀ ਲੋਕਾਂ ਨਾਲ ਸੰਵਾਦ ਕਰ ਸਕਣ ਦੀ, ਲੋਕਾਂ ਤੱਕ ਆਪਦੀ ਗੱਲ ਇਫੈਕਟਿਵਲੀ ਪਹੁੰਚਾ ਸਕਣ ਦੇ ਵਿੱਚ ਵੀ ਸਮੱਸਿਆ ਰਹੀ ਹੋਊਗੀ, ਹੈਗੀਆਂ ਵੀ ਨੇ ਸਮੱਸਿਆਵਾਂ। ਇਹਦੇ 'ਚ ਇਹ ਤਾਂ ਬਿਹਤਰ, ਉਸੇ ਗੱਲ ਨੂੰ ਬਿਹਤਰ ਕਰਨ ਦੀ, ਇੰਪਰੂਵ ਕਰਨ ਦੀ ਲੋੜ ਖੜੀਆਂ ਕਰਦੀਆਂ, ਵੱਧ ਤੋਂ ਵੱਧ ਜਨਤਕ ਭਾਸ਼ਾ 'ਚ ਗੱਲ ਹੋਵੇ ਜਿੱਥੋਂ ਲੋਕ ਸੋਚਦੇ ਨੇ। ਮੈਂ ਤਾਂ ਉਦੋਂ ਵੀ ਅੱਗੇ ਕਹਿਣਾ, ਹਾਲਾਂਕਿ ਪੰਜਾਬ ਦੇ ਅੰਦਰ ਮਾਸੇ 'ਚ ਮੈਨੂੰ ਲੱਗਦਾ ਸਭ ਤੋਂ ਜ਼ਿਆਦਾ ਲੋਕ ਹਾਂ ਤੁਹਾਡੇ ਨਾਲ ਹੁੰਦੇ ਨੇ, ਕਿਸਾਨੀ ਵਾਲੇ ਫਰੰਟ ਤੇ, ਹੋਰਾਂ ਫਰੰਟਾਂ ਦੇ। ਦੂਜਾ ਹੁਣ ਆਪਾਂ ਮੈਂ ਇਸੇ ਦੇ ਗੱਲ ਦੇ ਬਾਵਜੂਦ ਵੀ ਇਹ, ਮੈਂ ਇਸੇ ਗੱਲ ਦੇ ਦੂਜੇ ਪਾਸੇ ਆ ਰਿਹਾ। ਫਿਰ ਕਿਉਂ ਹੈ ਵੀ ਪੰਜਾਬ ਦੀ ਕਿਸਾਨ ਮੂਵਮੈਂਟ ਹੈ ਜਿਹੜੀ, ਉਹਦੇ 'ਚ ਕਮਿਊਨਿਸਟ ਰੈਵੋਲੂਸ਼ਨਰੀ ਮੂਹਰੇ ਨੇ। ਜੇ ਸੰਵਾਦ ਹੀ ਨਾ ਕਰਨਾ ਆਉਂਦਾ ਹੁੰਦਾ, ਜੇ ਪੰਜਾਬ ਦੇ ਕਮਿਊਨਿਸਟ ਰੈਵੋਲੂਸ਼ਨਰੀਆਂ ਨੂੰ ਕਿਸਾਨੀ ਦਾ ਨਬਜ਼ ਹੀ ਨਾ ਫੜਨੀ ਆਉਂਦੀ ਹੁੰਦੀ, ਜੇ ਪੰਜਾਬ ਦੇ ਕਮਿਊਨਿਸਟ ਰੈਵੋਲੂਸ਼ਨਰੀ ਨੂੰ ਕਿਸਾਨੀ ਕਲਚਰ ਦਾ ਹੀ ਨਾ ਪਤਾ ਹੁੰਦਾ, ਤਾਂ ਪੰਜਾਬ ਇਹ ਖੇਤੀ ਕਾਨੂੰਨ ਵਾਲਾ ਸੰਘਰਸ਼ ਲੜਿਆ ਨਹੀਂ ਸੀ ਜਾ ਸਕਦਾ ਤੇ ਜਿੱਤਿਆ ਨਹੀਂ ਸੀ ਜਾ ਸਕਦਾ। ਪੰਜਾਬ ਕਮਿਊਨਿਸਟ ਰੈਵੋਲੂਸ਼ਨਰੀ ਦੀਆਂ ਮੂਹਰਲੀਆਂ ਸਭਾਵਾਂ 'ਚ ਸੀਗੇ ਨਾ, ਬਿਲਕੁਲ ਉਹ ਇਸ ਗੱਲ ਦੀ ਪੁਸ਼ਟੀ ਹੈ ਵੀ ਕਿਸੇ ਹੱਦ ਤੱਕ ਉਹ ਆਉਂਦਾ, ਜਿਹਦੇ ਸਿਰ ਤੇ ਪੰਜਾਬ ਦੇ ਕਮਿਊਨਿਸਟ ਰੈਵੋਲੂਸ਼ਨਰੀਆਂ ਨੇ ਲੋਕਾਂ 'ਚ ਕੰਮ ਵੀ ਕੀਤਾ। ਪੰਜਾਬ ਦੀਆਂ, ਮੈਂ ਕਹਿਣਾ ਪਿਛਲੇ 40 ਸਾਲਾਂ ਦਾ ਪੰਜਾਬ ਦੀਆਂ ਜਾਨਦਾਰ ਸਟਰਗਲਾਂ ਦਾ ਇਤਿਹਾਸ ਚੱਕ ਲਓ, ਉਹ ਕਿਹਨੇ ਲੜਿਆ? ਕਮਿਊਨਿਸਟ ਰੈਵੋਲੂਸ਼ਨਰੀ ਨੇ ਲੜਿਆ। ਮੈਂ ਕਹਿੰਦਾ ਮਹਿਲ ਕਲਾਂ ਵਾਲੇ ਦੇ ਵਿੱਚ ਵੀ ਮੂਹਰੇ ਸੀਗੇ, ਅੱਡ ਜਿਹੜੇ ਪੰਜਾਬ ਦੇ ਅੰਦਰ ਸਟਰਗਲਾਂ ਹੋਈਆਂ, ਟਰਾਈਡੈਂਟ ਵਾਲੀ ਸਟਰਗਲ ਆ, ਹੋਰ ਆ ਸਾਰੇ ਆ, ਉਹਦੇ ਵਿੱਚ ਕਮਿਊਨਿਸਟ ਰੈਵੋਲੂਸ਼ਨਰੀ ਸਭਾ ਦੇ ਵਿੱਚ ਸ਼ਾਮਲ ਸੀ। ਬਰੋਡਰ ਕਿਸਾਨੀ ਸੀ ਉਹ, ਪਰ ਉਹਨਾਂ ਦੇ ਆਈਡੀਆਜ਼ ਨੇ, ਉਹਨਾਂ ਦੇ ਥਾਟ ਨੇ ਕੰਮ ਕੀਤਾ। ਪਰ ਉਹ ਇਸ ਕਰਕੇ ਹੀ ਹੋ ਸਕਿਆ ਵੀ ਕਿਉਂਕਿ ਉਹਨਾਂ ਨੂੰ ਲੋਕਾਂ ਨਾਲ ਸੰਵਾਦ ਕਰਨਾ ਆਉਂਦਾ ਸੀ। ਮੇਰੀ ਗੱਲ ਸੁਣੋ, ਮੈਂ ਪੂਰੀ ਗੱਲ ਕਰਦਾ, ਪਰ ਨਾਲ ਇਹ ਗੱਲ ਵਾਜਬ ਹੈ ਵੀ ਇਹਨੂੰ ਹੋਰ ਵੱਧ ਇੰਪਰੂਵ ਕੀਤਾ ਜਾਣਾ ਚਾਹੀਦਾ, ਇਹਨੂੰ ਹੋਰ ਵੱਧ ਇਫੈਕਟਿਵ ਬਣਾਇਆ ਜਾਣਾ ਚਾਹੀਦਾ, ਤੇ ਲੋਕਾਂ ਦੀ ਭਾਸ਼ਾ, ਈਵਨ ਲੋਕਾਂ ਦੇ ਸੱਭਿਆਚਾਰ 'ਚ, ਮੈਂ ਤਾਂ ਇਦੋਂ ਅੱਗੇ ਕਹੂੰਗਾ ਇੱਥੋਂ ਤੱਕ ਕਿ ਲੋਕ ਜਿਹੜਾ ਸਾਹਿਤ ਹੈ, ਜਿਹਨੂੰ ਅਸੀਂ ਕਹਿੰਦੇ ਹਾਂ ਲੋਕ ਧਾਰਾ, ਉਹਦੇ 'ਚ ਵੀ ਡੂੰਘੇ ਉਤਰਨ ਦੀ ਲੋੜ ਹੈ। ਸਾਨੂੰ ਲੋਕਾਂ ਦੇ ਜਿਹੜੇ ਮੁਹਾਵਰੇ, ਸਾਨੂੰ ਜਿਹੜੇ ਲੋਕ ਰਹੁ ਰੀਤਾਂ ਰਿਵਾਜ, ਉਹਨਾਂ ਦੇ ਵਿੱਚ ਹੋਰ ਡੂੰਘੇ ਉਤਰਨ ਦੀ ਲੋੜ ਹੈ। ਬਿਲਕੁਲ, ਇਹ ਤਾਂ ਹੈ ਹੀ ਹੈ। ਜੇ ਉਹ ਅਸੀਂ ਡੂੰਘੇ ਉਤਰਾਂਗੇ ਤਾਂ ਕੁਦਰਤੀ ਹੈ ਸਾਡੇ ਪਰ ਲੋਕ, ਜਦੋਂ ਲੋਕ ਬਹੁਤ ਡੂੰਘਾ ਉਤਰਦੇ ਨੇ ਤਾਂ ਲੋਕ ਸਭ ਤੋਂ ਜ਼ਿਆਦਾ ਕਨੈਕਟ ਜੇ ਡੀਪਲੀ ਕਿਤੇ ਕਰਦੇ ਨੇ ਉਹ ਧਰਮ ਨਾਲ ਕਰਦੇ ਨੇ, ਤੇ ਧਰਮ ਨਾਲ ਤੁਹਾਡੀ ਮਾਰਕਸ ਨੇ ਕਹਿਤਾ ਵੀ ਧਰਮ ਅਫੀਮ ਆ, ਤੁਸੀਂ ਮੋਸਟਲੀ ਸਾਰੇ ਅਥੀਸਟ ਹੁੰਨੇ ਹੋਗੇ। ਨਹੀਂ ਦੇਖੋ, ਕਿਤੇ ਇਹ ਸਮੱਸਿਆ ਆਉਂਦੀ ਹੈ ਕਿਉਂਕਿ ਲੋਕਾਂ ਦਾ ਜ਼ਿਆਦਾ, ਤੁਸੀਂ ਤਾਂ ਗੱਲ ਮੰਨਦੇ ਹੋਗੇ ਕਿ ਲੋਕਾਂ ਦੀ ਪਰਸਨਲ ਲਾਈਫ 'ਚ ਧਰਮ ਬਹੁਤ ਜ਼ਿਆਦਾ, ਧਰਮ ਬਹੁਤ ਡੂੰਘਾ। ਸਾਡੇ ਵਰਗੇ ਮੁਲਕਾਂ 'ਚ ਇਹਨੂੰ ਐਂ ਕਹਾਂਗੇ, ਸਾਡੇ ਵਰਗੇ ਮੁਲਕਾਂ 'ਚ ਧਰਮ ਦਾ ਦਖਲ ਬਹੁਤ ਡੂੰਘਾ, ਤੇ ਕਮਿਊਨਿਸਟਾਂ ਨੂੰ ਧਰਮ ਨਾਲ ਕੋਈ ਸਮੱਸਿਆ ਨਹੀਂ। ਉਹ ਵਿਚਾਰਾਂ ਦੇ ਖੇਤਰ ਦੀ ਗੱਲ ਹੈ, ਤੇ ਵਿਚਾਰਾਂ ਦੇ ਖੇਤਰ ਦੇ ਵਿੱਚ ਲੋਕਾਂ ਨੂੰ ਵਿਗਿਆਨਕ ਨਜ਼ਰੀਆ ਦੇਣਾ। ਜਿਵੇਂ ਤੁਹਾਡੀ ਪਾਰਟੀ 'ਚ ਮੈਂ ਪੁੱਛਾਂ, ਆਸਤਿਕ ਲੋਕ ਵੀ ਹੁੰਦੇ ਨੇ? ਨਹੀਂ ਦੇਖੋ, ਮੇਰੀ ਤਾਂ ਕੋਈ ਪਾਰਟੀ ਨਹੀਂ। ਪਾਰਟੀ ਦਾ ਮਤਲਬ ਜਿਵੇਂ ਆਪਾਂ ਸਿੰਪਲ ਭਾਸ਼ਾ 'ਚ ਪਾਰਟੀ ਕਹਿ ਦਿੰਦੇ ਆ ਵੀ ਤੁਹਾਡੇ ਗਰੁੱਪ 'ਚ ਤੁਹਾਡੇ ਨਾਲ ਜੁੜੇ ਲੋਕਾਂ 'ਚ, ਜਿਹੜੇ ਤਾਂ ਕਮਿਊਨਿਸਟ ਰੈਵੋਲੂਸ਼ਨਰੀ ਹਲਕੇ ਨੇ ਜਾਂ ਜਿਨ੍ਹਾਂ ਨੂੰ ਅਪਰੋਚ ਕਰਦੇ ਹੋ ਤੁਸੀਂ। ਨਹੀਂ, ਜਿਹੜੇ ਤਾਂ ਕਮਿਊਨਿਸਟ ਰੈਵੋਲੂਸ਼ਨਰੀ ਇੱਥੇ ਗਰੁੱਪ ਨੇ ਇੰਡੀਆ 'ਚ ਸਾਰੇ, ਉਹਨਾਂ ਦੇ ਵਿੱਚ ਆਸਤਕ ਲੋਕ ਨਹੀਂ ਹੁੰਦੇ, ਪਰ ਉਹਨਾਂ ਦੇ ਵਿੱਚ ਉਹ ਆਉਂਦੇ ਨੇ ਜਿਹੜੇ ਇੱਕ ਤਰ੍ਹਾਂ ਜਿਨ੍ਹਾਂ ਦਾ ਨਜ਼ਰੀਆ ਵਿਗਿਆਨਕ ਬਣ ਜਾਂਦਾ ਹੈ। ਪਰ ਦੇਖੋ ਧਰਮ ਦੇ ਤਾਂ ਲੋਕਾਂ, ਪਰ ਜੇ ਤੁਹਾਡਾ ਕੋਈ, ਮੈਨੂੰ ਗੱਲ ਪੂਰੀ ਕਰਨ, ਮੈਂ ਇੱਕ ਛੋਟੀ ਜਿਹੀ ਗੱਲ ਕਹਿ ਰਿਹਾ, ਸਪਲੀਮੈਂਟਰੀ ਛੋਟਾ ਜਿਹਾ ਲੈ ਲਓ ਫਿਰ ਬੋਲਦੇ ਹੋ, ਮੈਂ ਤੁਹਾਡੇ ਬੋਲਣ ਲਈ ਕਹਿ ਰਿਹਾ। ਮੰਨ ਲਓ ਇੱਕ ਤੁਸੀਂ ਵਰਕਰ ਨੂੰ ਅਪਰੋਚ ਕਰਦੇ ਹੋ, ਉਹਦੀ ਬਹੁਤ ਆਸਥਾ ਹੈਗੀ,
ਉਹਦੀ ਆਸਥਾ ਰਹੇ, ਤੁਹਾਨੂੰ ਕੋਈ ਨਹੀਂ ਤੁਹਾਡੇ ਮਤਲਬ ਥਾਟ ਨਾਲ ਜੁੜਿਆ, ਉਹ ਕੋਈ ਇਸ਼ੂ ਨਹੀਂ ਹੈ, ਤੁਸੀਂ ਉਹਨੂੰ ਲਗਾਤਾਰ ਮਤਲਬ ਗੱਲਬਾਤ ਇੰਟਰੈਕਸ਼ਨ 'ਚ ਰਹਿੰਦੇ ਹੋ, ਪਰ ਕੋਈ ਤੁਸੀਂ ਉਹਦੇ ਨਾ ਕੋਈ ਹਾਂ ਪ੍ਰੋਬਲਮ ਨਹੀਂ। ਮੈਂ ਕਹਿੰਦਾ ਵੀ ਜਦੋਂ ਮੈਂ ਕਹਿੰਦਾ ਵੀ ਪੰਜਾਬ ਦੀਆਂ ਸਟਰਗਲਾਂ 'ਚ ਕਮਿਊਨਿਸਟ ਰੈਵੋਲੂਸ਼ਨ ਦੀ ਮੋਹਰੀ ਸਫਾਂ 'ਚ ਰਹੇ, ਤੇ ਇਹ ਸਟਰਗਲਾਂ ਨਾਸਤਕਾਂ ਨੇ ਤਾਂ ਨਹੀਂ ਲੜੀਆਂ, ਇਹ ਸਾਰੇ ਇਹਦੇ 'ਚ ਹਿੰਦੂ ਵੀ ਸ਼ਾਮਲ ਸੀ, ਇਹਦੇ 'ਚ ਸਿੱਖ ਵੀ ਸ਼ਾਮਲ ਸੀ। ਮੈਂ ਤਾਂ ਇਦੋਂ ਐਗਜ਼ਾਮਪਲਾਂ ਪਈਆਂ ਨੇ, ਚੀਨ ਵਾਲੇ ਨੇ ਬੋਧੀਆਂ ਨਾਲ ਰਲ ਕੇ ਲੜੇ ਨੇ। ਕੋਈ ਧਰਮ ਕੋਈ ਅੜਿੱਕਾ ਨਹੀਂ ਹੈ। ਇਹ ਤਾਂ ਅਸਲ ਦੇ ਵਿੱਚ ਜਿਹੜੀਆਂ ਰੂਲਿੰਗ ਕਲਾਸਾਂ ਦਾ ਜਿਹੜਾ ਸਿੱਖੀਜ਼ਮ ਬਾਰੇ ਤਾਂ ਖਾਸ ਤੌਰ ਤੇ ਕਿਹਾ ਜਾਂਦਾ ਨਾ, ਪੰਜਾਬ ਕੀ ਇਨਸਾਫ ਦੇ ਲਈ, ਨਿਆਂ ਲਈ, ਜਾਂ ਈਵਨ ਕਿ ਮਤਲਬ ਗੁਰੂ ਨਾਨਕ ਸਾਹਿਬ ਦਾ ਜਿਹੜਾ ਥਾਟ ਹੈਗਾ ਉਹ ਕਿੰਨਾ, ਬਹੁਤ ਸਾਰੇ ਲੋਕ ਕਹਿੰਦੇ ਆ, ਪ੍ਰੋਫੈਸਰ ਕਿਸ਼ਨ ਸਿੰਘ ਦਾ ਤਾਂ ਪੂਰਾ ਤੁਸੀਂ ਜੇ ਪੜ੍ਹਿਆ ਹੋਊਗਾ, ਉਹ ਲਗਾਤਾਰ ਹੀ ਕਹਿੰਦੇ ਵੀ ਮਿਲਦੀ ਜੁਲਦੀ ਪੂਰੀ ਕਮਿਊਨਿਜ਼ਮ ਦੇ ਨਾਲ ਉਹ ਥਾਟ ਆ ਜਿਹੜੀ। ਪ੍ਰੋਫੈਸਰ ਕਿਸ਼ਨ ਸਿੰਘ ਤਾਂ ਲਗਾਤਾਰ ਇਹ ਤਬਸਰਾ ਕਰਦੇ ਰਹੇ ਆ। ਹਾਂ ਕਰਦੇ ਰਹੇ ਆ, ਉਹ ਤਾਂ ਉਹਨਾਂ ਦਾ ਨਜ਼ਰੀਆ ਹੈ। ਪਰ ਗੱਲ ਇਹ ਹੈ ਵੀ ਸਟਰਗਲ, ਮੈਂ ਗੱਲ ਕਰ ਰਿਹਾ ਵੀ ਕਲਾਸ ਸਟਰਗਲ ਨਾਲ ਲੜਨ ਵਾਸਤੇ ਧਰਮ ਕੋਈ ਅੜਿੱਕਾ ਨਹੀਂ ਹੈ। ਮੈਂ ਬਾਰ-ਬਾਰ ਕਹਿ ਰਿਹਾ ਫਿਰਕਾ ਪ੍ਰਸਤੀ ਅੜਿੱਕਾ ਹੈ। ਜਦੋਂ ਜਿਹੜੀ ਫਿਰਕਾ ਪ੍ਰਸਤੀ, ਜਦੋਂ ਦੂਜੇ ਧਰਮ ਦੇ ਨੂੰ ਨੀਵਾਂ ਦਿਖਾਉਣਾ, ਜਦੋਂ ਦੂਜੇ ਧਰਮ ਨਾਲ ਲੜਾਈ ਪਾਉਣੀ, ਜਦੋਂ ਧਰਮ ਦੇ ਆਧਾਰ ਤੇ ਕੋਈ ਰਾਜ ਬਣਾਉਣ ਦੀਆਂ, ਇਹ ਉੱਥੇ ਗੱਲਾਂ ਨੇ। ਲੋਕਾਂ ਦੀਆਂ ਜਮਾਤੀ ਜਦੋਜਹਿਦਾਂ 'ਚ ਧਰਮ ਕੋਈ ਅੜਿੱਕਾ ਨਹੀਂ ਹੈ। ਧਰਮ ਇਹ ਗੱਲ ਠੀਕ ਹੈ ਵੀ ਲੋਕਾਂ ਨੂੰ ਵਿਗਿਆਨਕ ਨਜ਼ਰੀਆ ਅਪਣਾਉਣਾ ਚਾਹੀਦਾ, ਅੰਧ ਵਿਸ਼ਵਾਸਾਂ ਤੇ ਉਹਨਾਂ ਚੀਜ਼ਾਂ ਤੋਂ ਮੁਕਤ ਜਿੰਨੇ ਹੋਣਗੇ ਉਨੇ ਹੀ ਉਹ ਵੱਧ ਰੈਸ਼ਨਲੀ ਦੇਖ ਸਕਣਗੇ ਦੁਸ਼ਮਣ ਨੂੰ, ਉਹਦੀਆਂ ਚਾਲਾਂ ਨੂੰ, ਦੁਨੀਆ ਦੇ ਅੰਦਰ ਕੀ ਵਾਪਰਿਆ ਉਹਨੂੰ ਦੇਖ ਸਕਣਗੇ। ਇਹ ਗੱਲ ਹੈ। ਪਰ ਇੱਕ ਮਿੰਟ, ਜਦੋਂ ਧਰਮ ਬੰਦੇ ਦੀ ਜਿਹੜੀ ਆਪਦੀ ਆਸਤ ਹੈ, ਮੈਂ ਤਾਂ ਕਹਿੰਦਾ ਕਲਾਸ ਸਟਰਗਲ 'ਚ ਆਉਣ ਵਾਲੇ ਸਾਰੇ ਕਿਸਾਨ ਮਜ਼ਦੂਰ ਸਵੇਰੇ ਆਪਦੇ ਰੱਬ ਨੂੰ ਧਿਆ ਕੇ 5 ਮਿੰਟਾਂ 'ਚ ਆ ਜਾਂਦੇ ਨੇ, ਉਹਨਾਂ ਦਾ ਇਸ਼ੂ ਨਹੀਂ। ਇਹ ਸਾਰਾ ਇਸ਼ੂ ਉਹਨਾਂ ਦਾ ਜਿਨ੍ਹਾਂ ਨੇ ਧਰਮ ਨੂੰ ਸਿਆਸਤ ਵਾਸਤੇ ਵਰਤਣਾ। ਇਹ ਉਹਦੇ ਕਰਕੇ ਪੈਦਾ ਹੁੰਦੀਆਂ ਸਮੱਸਿਆਵਾਂ ਨੇ। ਅਸੀਂ ਉਹਨਾਂ ਨੂੰ ਹੀ ਤੁਸੀਂ ਬੁਨਿਆਦ ਪ੍ਰਸਤ ਤੇ ਫਿਰਕਾ ਪ੍ਰਸਤ ਕਹਿੰਦੇ ਹੋ, ਉਹਨਾਂ ਨੂੰ ਕਹਿੰਦੇ ਬਾਕੀ ਧਾਰਮਿਕ ਲੋਕਾਂ ਨਾਲ ਬਾਕੀ ਧਾਰਮਿਕ ਲੋਕਾਂ ਨਾਲ ਤਾਂ ਕੋਈ ਇਸ਼ੂ ਨਹੀਂ। ਧਾਰਮਿਕ ਲੋਕ ਤਾਂ ਸਾਡੇ ਸਾਰੇ ਸਮਾਜ 'ਚ ਆਪਣੇ ਪੈਰ ਤੇ ਆਪਣੀ ਉਹਨਾਂ ਨਾਲ ਸਾਂਝਾਂ ਨੇ, ਰਿਸ਼ਤੇ ਨੇ, ਸਾਰਾ ਕੁਝ ਹੈ। ਧਾਰਮਿਕ ਲੋਕਾਂ ਨਾਲ ਥੋੜਾ ਰੌਲਾ, ਫਿਰਕਾ ਪ੍ਰਸਤਾਂ ਨਾਲ। ਇੱਥੇ ਰੌਲਾ ਇਹ ਹੈ ਵੀ ਅਸੀਂ ਧਰਮ ਨੂੰ ਸਿਆਸਤ ਦਾ ਹੱਥਾ ਨਹੀਂ ਬਣਾਉਂਦੇ, ਤੇ ਜਿਹੜੇ ਹਾਕਮਜਾਤੀ ਸਿਆਸਤਦਾਨ ਨੇ ਉਹ ਧਰਮ ਨੂੰ ਸਿਆਸਤ ਦਾ ਹੱਥਾ ਬਣਾਉਂਦੇ ਨੇ, ਉੱਥੇ ਰੌਲਾ ਹੈ। ਅੱਛਾ, ਤੁਸੀਂ ਕਿਹਾ ਇੱਕ ਗੱਲ ਕਿ ਕਿਸਾਨੀ ਅੰਦੋਲਨ ਦੇ ਟਾਈਮ ਆਪਾਂ ਦੇਖਿਆ ਕਿ ਮਾਸਜ ਦੀ ਜਿਹੜੀ ਮੈਂ ਗੱਲ ਕੀਤੀ ਹੈ ਨਾ, ਵੀ ਮਾਸਜ ਨੂੰ ਅਪਰੋਚ ਕਰਨ ਦੀ ਤੁਹਾਡੀ ਅਪਰੋਚ 'ਚ ਲੋਕ ਬਹੁਤ ਸਾਰਾ ਮੰਨਦੇ ਨੇ ਕਿ ਲੈਫਟ ਕਿਉਂ ਕਾਮਯਾਬ ਨਹੀਂ ਹੋਇਆ। ਜਦੋਂ ਐ ਗੱਲਾਂ ਹੁੰਦੀਆਂ, ਜਦੋਂ ਬਹੁਤ ਸਿੰਪਲੀਫਾਈ ਕਰਕੇ ਲੋਕ ਗੱਲਾਂ ਕਰਦੇ ਨੇ, ਆਮ ਲੋਕ ਗੱਲਾਂ ਕਰਦੇ ਨੇ, ਉਦੋਂ ਉਹ ਬਹੁਤ ਸਾਰੀਆਂ ਇਸ ਤਰ੍ਹਾਂ ਦੀਆਂ ਗੱਲਾਂ ਲੈ ਕੇ ਆਉਂਦੇ ਨੇ। ਤੁਸੀਂ ਕਿਸਾਨੀ ਵਾਲੀ ਗੱਲ ਕਹੀ, ਕਿਸਾਨੀ ਮੂਵਮੈਂਟ ਚਾਹੇ ਤੁਹਾਡੀ ਹੋਵੇ, ਚਾਹੇ ਹੋਰ ਗਰੁੱਪ ਵੀ ਪੰਜਾਬ 'ਚ ਕਿਸਾਨ ਜਥੇਬੰਦੀਆਂ 'ਚ ਹੈਗੇ ਨੇ ਲੈਫਟ ਦੇ, ਉਹਨਾਂ ਬਾਰੇ ਅਕਸਰ ਇਹ ਸਵਾਲ ਹੁੰਦੀ ਹੈ ਕਿ ਉਹ ਇੱਕ ਇਕੋਨਮਿਜ਼ਮ ਆ, ਉਹ ਇੱਕ ਆਰਥਿਕਤਾਵਾਦ ਆ। ਉਸ ਆਰਥਿਕਤਾਵਾਦ 'ਚ ਇਹ ਵੀ ਤੁਹਾਡੇ ਰੈਵੋਲੂਸ਼ਨ 'ਚ ਬਹੁਤ ਵੱਡਾ ਡਿੱਕਾ ਕਿ ਤੁਸੀਂ ਲੋਕਾਂ ਨੂੰ ਇਕੋਨਮਿਜ਼ਮ 'ਚ ਫਸਾਤਾ, ਉਹ ਇਕੋਨਮਿਜ਼ਮ 'ਚੋਂ ਤੱਕ ਮਹਿਦੂਦ ਕਰਤਾ, ਚਾਹੇ ਤੁਹਾਡੀਆਂ ਮਜ਼ਦੂਰਾਂ ਦੀਆਂ ਜਥੇਬੰਦੀਆਂ ਨੇ, ਚਾਹੇ ਤੁਹਾਡੀਆਂ ਮੁਲਾਜ਼ਮਾਂ ਦੀਆਂ ਜਥੇਬੰਦੀਆਂ ਨੇ, ਚਾਹੇ ਤੁਹਾਡੀਆਂ ਕਿਸਾਨੀ ਦੀਆਂ ਜਥੇਬੰਦੀਆਂ ਨੇ। ਇਹ ਵੀ ਤੁਹਾਡਾ ਕ੍ਰਿਟੀਕ ਹੈ। ਹਾਂ ਦੇਖੋ, ਉਹ ਤਾਂ ਮੈਂ ਕਹੂੰਗਾ ਇਸੇ ਕਰਕੇ ਤੁਸੀਂ ਉਹ ਜਿਹੜਾ ਐਡਾ ਗ੍ਰੇਟ ਆਈਡੀਆ ਜਿਸ 'ਚ ਤੁਸੀਂ ਰੈਵੋਲੂਸ਼ਨ ਕਰੋ ਨਹੀਂ ਹੋ ਰਿਹਾ, ਕਿਉਂਕਿ ਤੁਸੀਂ ਇਕੋਨਮਿਜ਼ਮ ਤੇ ਅਟਕੇ ਪਏ। ਦੇਖੋ, ਐਜ਼ ਅ ਰੈਵੋਲੂਸ਼ਨਰੀ ਜਰਨਲਿਸਟ ਤਾਂ ਮੈਂ ਇਹ ਕਹੂੰਗਾ ਵੀ ਜਿਹੜੇ ਇੰਡੀਆ ਦੀ ਕਮਿਊਨਿਸਟ ਮੂਵਮੈਂਟ ਆ, ਉਹਦੇ ਵਿੱਚ ਇਕੋਨਮਿਜ਼ਮ ਇੱਕ ਪ੍ਰੋਬਲਮ ਹੈਗੀ ਹੈ। ਉਹਦਾ ਮਤਲਬ ਇਹ ਨਹੀਂ ਹੈ ਵੀ ਉਹ ਟੋਟਲੀ ਇਕੋਨਮਿਜ਼ਮ ਦਾ ਸ਼ਿਕਾਰ ਹੈ। ਉਹਦੇ ਵਿੱਚ ਇਕੋਨਮਿਜ਼ਮ ਕੀ ਹੈ, ਜਿਵੇਂ ਪੰਜਾਬ ਦੇ ਅੰਦਰ ਬਹੁਤ ਸਾਰੀਆਂ ਸਟਰਗਲਾਂ ਉਹ ਨੇ ਜਿਨ੍ਹਾਂ ਦੇ ਵਿੱਚ ਸਟਰਗਲ ਹੋ ਰਹੀ ਹੁੰਦੀ ਹੈ ਇੱਕ ਸਪੈਸੀਫਿਕ ਇਕਨੋਮਿਕ ਇਸ਼ੂ ਦੇ ਉੱਤੇ। ਪਰ ਕੀ, ਮੈਂ ਤਾਂ ਕਹੂੰਗਾ ਤਾਂ ਪੈਮਾਨਾ ਦੇਖੋ ਕਿ ਉਸ ਸਟਰਗਲ ਨੂੰ ਰੈਵੋਲੂਸ਼ਨ ਨਾਲ ਆਪਣੇ ਸੱਤਾ ਦੀ ਤਬਦੀਲੀ ਦੀ ਗੱਲ ਨਾਲ ਜੋੜਿਆ ਜਾਂਦਾ ਕਿ ਨਹੀਂ ਜੋੜਿਆ ਜਾਂਦਾ। ਜੇ ਉਹਦੇ ਨਾਲ ਕੋਈ ਜੋੜਨ ਦੀ ਕੋਸ਼ਿਸ਼ ਕਰਦਾ, ਉਹ ਇਕੋਨਮਿਜ਼ਮ ਨਹੀਂ। ਜਦੋਂ ਉਹ ਉਸ ਗੱਲ ਨੂੰ ਛੱਡ ਦਿੰਦਾ, ਸੱਤਾ ਦੀ ਜਿਵੇਂ ਨਹੀਂ, ਮੈਂ ਥੋੜਾ ਸਵਾਲ ਸੁਣ ਲਓ, ਐ ਨਾ ਕਰੋ ਤੁਸੀਂ, ਤੁਹਾਨੂੰ ਗੱਲ ਰੱਖਣ ਦਾ ਪੂਰਾ ਮੌਕਾ, ਜੇ ਅੱਧਾ ਘੰਟਾ ਬੋਲੋ, ਕਰੋ ਸਵਾਲ ਨਾਲ ਲੈਂਦੇ ਜਾਓ, ਫਿਰ ਕਲੈਰਿਟੀ ਹੁੰਦੀ ਜਾਓ। ਜਿਵੇਂ ਮੈਂ ਕਹਿਣਾ ਹੈਗਾ ਕਿ ਜਿੰਨੀਆਂ ਐਡੀਆਂ ਵੱਡੀਆਂ ਸਟਰਗਲਾਂ ਹੋਈਆਂ, ਉਹਨਾਂ ਦਾ ਹਾਸਲ ਕੀ ਹੈ ਤੁਹਾਡੇ ਕੋਲੇ? ਮਤਲਬ ਇਸ ਕਰਕੇ ਉਹ ਲੋਕ ਦੇਖਦੇ ਨੇ ਕਿ ਐਡੇ ਵੱਡੇ ਲੈਵਲ ਤੇ ਮਾਸ ਚੇਤਨ ਕਰਕੇ, ਐਡੇ ਲੈਵਲ ਦੇ ਉੱਤੇ ਗੱਲਾਂ ਕਰਕੇ, ਉਹ ਕਿਉਂਕਿ ਇਕੋਨਮਿਜ਼ਮ ਤੱਕ ਸੰਬੰਧ ਹੁੰਦੀਆਂ, 4 ਮੰਗਾਂ ਮਨਵਾਈਆਂ ਸਰਕਾਰ ਤੋਂ, ਦੈਟਸ ਆਲ। ਉਹਦੇ 'ਚੋਂ ਕਦੇ ਵੀ ਤੁਹਾਡਾ ਆਈਡੀਆ ਉਸ ਤਰ੍ਹਾਂ ਫਲਰਿਸ਼ ਹੀ ਨਹੀਂ ਹੋਇਆ। ਤੁਸੀਂ ਸਾਰੀਆਂ ਮੰਗਾਂ ਹੀ, ਸਾਰੀਆਂ ਗੱਲਾਂ ਹੀ ਇਕੋਨਮਿਜ਼ਮ ਦੇ ਆਲੇ ਦੁਆਲੇ ਲੜਦੇ ਰਹੇ। ਇਸੇ ਕਰਕੇ ਕਦੇ ਕੋਈ ਗੱਲ ਜਿਹੜੀ ਤੁਸੀਂ ਸਿਰੇ ਲਾਉਣਾ ਚਾਹੁੰਦੇ ਹੋ ਲੱਗਦੀ ਨਹੀਂ ਉਹ। ਨਹੀਂ, ਮੈਂ ਤਾਂ ਇਹ ਕਹਿ ਰਿਹਾ ਵੀ ਇੰਡੀਆ ਦੀ ਓਵਰਆਲ ਮੂਵਮੈਂਟ ਦੇ ਵਿੱਚ ਇਕੋਨਮਿਜ਼ਮ ਇੱਕ ਪ੍ਰੋਬਲਮ ਹੈ। ਇਹਦੇ ਵਿੱਚ ਬਹੁਤ ਸਾਰੇ ਉਹ ਹਿੱਸੇ ਨੇ ਜਿਹੜੇ ਇਹਨੂੰ ਉਲੰਘਦੇ ਵੀ ਨੇ, ਜਿਹੜੇ ਇਸ ਗੱਲ ਨੂੰ ਸੱਤਾ ਦੇ ਸਵਾਲ ਨਾਲ ਜੋੜਦੇ ਆ। ਜਾਣੀ ਕਿ ਜਦੋਂ ਕੋਈ ਸਟਰਗਲ ਹੁੰਦੀ ਹੈ, ਉਸ ਸਟਰਗਲ ਨੂੰ ਕਰਨ ਵੇਲੇ ਕੋਈ ਉਹਦੇ ਪਿੱਛੇ ਖੜੀਆਂ ਕਲਾਸਾਂ ਦਿਖਾਉਂਦਾ, ਦੁਸ਼ਮਣ ਨੂੰ ਕਿਵੇਂ ਦਿਖਾਉਂਦਾ। ਇਹ ਸਾਰੀਆਂ ਚੀਜ਼ਾਂ ਨੇ ਜਿਹਦੇ ਵਿੱਚ ਜਦੋਂ ਸੱਤਾ ਦੀ ਤਬਦੀਲੀ ਦਾ ਸਵਾਲ ਸ਼ਾਮਲ ਰਹਿੰਦਾ ਤਾਂ ਉਹ ਇਕੋਨਮਿਜ਼ਮ ਨਹੀਂ। ਇਹ ਗੱਲ ਤਾਂ ਠੀਕ ਹੀ ਹੈ ਵੀ ਉਹ ਸਟਰਗਲਾਂ ਜਦੋਂ ਕੋਈ ਕਹਾਂ, ਦੇਖੋ ਇਹ ਵੀ ਐਬਸਲੂਟ ਨਹੀਂ ਹੈ ਗੱਲ। ਜਿਵੇਂ ਫਾਰ ਐਗਜ਼ਾਮਪਲ 70s ਦਾ ਪੀਰੀਅਡ ਹੈ, ਕੋਈ ਕਹਿ ਸਕਦਾ ਵੀ ਇੰਡੀਆ ਦੀ ਮੂਵਮੈਂਟ ਇਕੋਨਮਿਜ਼ਮ 'ਚ ਹਾਂ ਕਿਸੇ ਨੂੰ ਲੱਗਦਾ, ਪਰ ਨਾਲ ਦੀ ਨਾਲ ਕੁਐਸਚਨ ਇਹ ਹੈ ਵੀ ਉਹ ਪੋਲੀਟੀਕਲ ਇਸ਼ੂਆਂ 'ਤੇ ਵੀ ਗਈ। 74 ਦੇ ਵਿੱਚ ਮੋਗੇ ਦੀ ਸੰਗਰਾਮ ਰੈਲੀ ਹੋਈ, ਉਹ ਪੋਲੀਟੀਕਲ ਇਸ਼ੂ ਦੇ ਦੁਆਲੇ JP ਦੇ ਪੈਰਲਲ ਜਿਹੜੀ ਇੱਕ
ਮੂਵਮੈਂਟ ਸੀ ਤੇ ਉਹ ਮੂਵਮੈਂਟ ਬਕਾਇਦਾ ਉਹਨੇ ਇੱਕ ਆਲਟਰਨੇਟਿਵ ਪੰਜਾਬ ਦੇ ਲੋਕਾਂ ਦੇ ਸਾਹਮਣੇ ਰੱਖਿਆ ਵੀ ਜੇਪੀ ਵਾਲਾ ਜਿਹੜਾ ਸਮਾਜਵਾਦ ਹੈ ਇਹ ਨਕਲੀ ਹੈ ਰੂਲਿੰਗ ਕਲਾਸਾਂ ਦਾ ਜਿਹੜਾ ਸੰਪੂਰਨ ਇਨਕਲਾਬ ਆ ਇਹਦੀ ਥਾਂ ਦੇ ਉੱਤੇ ਰੀਅਲ ਇਨਕਲਾਬ ਦੇ ਇਸ਼ੂ ਆ ਬਣਦੇ ਨੇ ਉਹ ਉਸ ਥਾਂ ਦੇ ਉੱਤੇ ਗਈ। ਪੰਜਾਬ ਦੇ ਵਿੱਚ ਇਲੈਕਸ਼ਨਾਂ ਦੇ ਮੌਕੇ ਤੇ ਅੱਡ ਮੌਕੇ ਤੇ ਕੰਪੇਨਾਂ ਹੁੰਦੀਆਂ ਜਦੋਂ ਲੋਕਾਂ ਦੇ ਸਾਹਮਣੇ ਪੋਲੀਟੀਕਲ ਇਸ਼ੂ ਰੱਖੇ ਜਾਂਦੇ ਆ ਪੋਲੀਟੀਕਲ ਇਸ਼ੂ ਰੇਜ਼ ਹੁੰਦੇ ਆ ਇਹ ਕਿਹਾ ਜਾਂਦਾ ਵੀ ਆਹ ਇਸ਼ੂ ਨੇ ਜਿਨ੍ਹਾਂ ਨਾਲ ਸੱਤਾ ਦੀ ਤਬਦੀਲੀ ਹੋਣੀ ਹੈ ਇਹ ਜ਼ੋਰ ਵੀ ਲਾਇਆ ਜਾਂਦਾ। ਫਿਰ ਸਟੈਗਨੇਸ਼ਨ ਮੈਂ ਹੁਣ ਮੇਰੇ ਗੱਲ ਸਵਾਲ ਲੈ ਲਓ ਜੇ ਇਕਨੋਮਿਜ਼ਮ ਨਹੀਂ ਆ ਤਾਂ ਇਹ ਸਟੈਗਨੇਸ਼ਨ ਕਿਉਂ ਨਹੀਂ ਟੁੱਟ ਰਹੀ ਤੁਹਾਡੇ ਤੋਂ? ਇਹ ਖੜੋਤ ਆ ਜਿਹੜੀ ਤੁਹਾਡੇ ਕਿਸੇ ਤੋਂ ਮੈਂ ਤੁਹਾਡੀ ਇਕੱਲਿਆਂ ਦੀ ਗੱਲ ਨਹੀਂ ਕਰ ਰਿਹਾ ਇਹ ਖੜੋਤ ਟੁੱਟਦੀ ਕਿਉਂ ਨਹੀਂ ਤੁਹਾਡੇ ਤੋਂ? ਨਹੀਂ ਦੇਖੋ ਇਹ ਵੀ ਗੱਲ ਨੂੰ ਜਦੋਂ ਜ਼ਿਆਦਾ ਐਬਸਲੂਟ ਕਰ ਦਿੱਤਾ ਜਾਂਦਾ ਇਹ ਹੈ ਇਉਂ ਤਾਂ ਨਹੀਂ ਹੈ ਵੀ ਖੜੋਤ ਨਹੀਂ ਟੁੱਟਦੀ। ਕਿਸਾਨੀ ਸੰਘਰਸ਼ ਆ ਖੜੋਤ ਟੁੱਟਣਾ ਨਹੀਂ ਸੀ ਜੇ ਇਹਨੂੰ ਕੋਈ ਪਹਿਲਾਂ ਖੜੋਤ ਸਮਝਦਾ। ਹੁਣ ਇੱਥੇ ਇੱਕ ਨਜ਼ਰੀਏ ਦਾ ਸਵਾਲ ਹੈ ਕਿਸਾਨੀ ਪੋਲੀਟੀਕਲ ਕਹਿ ਰਹੇ ਜਦੋਂ ਤੁਸੀਂ ਕਹਿੰਦੇ ਹੋ ਲਾਰਜਰ ਪੋਲੀਟੀਕਲ ਇਸ਼ੂਜ਼ ਮਤਲਬ ਕੀ ਹੁੰਦਾਗਾ ਜਿਹੜੇ ਤੁਸੀਂ ਰੈਵੋਲੂਸ਼ਨਾਂ ਦੀ ਗੱਲ ਕਰਦੇ ਹੋ ਉਹਨਾਂ 'ਚ ਕੀ ਹੋਇਆ ਨਾ ਉਹ ਚੱਲੇ ਇਕਨੋਮਿਜ਼ਮ ਤੋਂ ਹੀ ਉਹ ਚੱਲੇ ਇਕਨੋਮਿਜ਼ਮ ਤੋਂ ਪਰ ਉਹ ਸ਼ੇਪ ਲੈਂਦੇ ਗਏ। ਮੈਂ ਜਿਹੜੀ ਗੱਲ ਤੁਹਾਨੂੰ ਪਹਿਲਾਂ ਵੀ ਕਹੀ ਸੀਗੀ ਰਸ਼ੀਆ ਦੇ ਅੰਦਰ 1905 'ਚ ਰੈਵੋਲੂਸ਼ਨ ਫੇਲ ਹੋ ਜਾਂਦਾ 17 'ਚ ਆ ਕੇ ਉੱਥੇ ਸਭ ਕੁਝ ਹੋ ਜਾਂਦਾ। ਜਿਹੜੇ ਟਾਈਮ ਸਪੈਨ ਨੇ ਚਾਈਨਾ ਦਾ ਜਾਂ ਤੁਸੀਂ ਦੁਨੀਆ ਦੇ ਹੋਰ ਮੁਲਕਾਂ ਜਿੱਥੇ ਵੀ ਉਹ ਟਾਈਮ ਸਪੈਨ ਦੇਖੋਗੇ ਬਹੁਤ ਛੋਟੇ ਨੇ। ਇੰਡੀਆ ਦਾ ਟਾਈਮ ਸਪੈਨ 100 ਸਾਲ ਦਾ ਤਾਂ ਹੋ ਗਿਆ। ਮੈਂ ਇਹ ਗੱਲ ਨੂੰ ਕਦੇ ਤੁਸੀਂ ਰਿਵਿਊ ਕਰਦੇ ਹੋਗੇ ਵੀ ਉਹ ਕਦੇ ਉਹ ਤੁਹਾਡੇ ਇਕਨੋਮਿਕ ਮੈਂ ਨਹੀਂ ਕਹਿੰਦਾ ਇਕਨੋਮਿਜ਼ਮ ਤੋਂ ਕੋਈ ਸ਼ੁਰੂ ਨਹੀਂ ਹੁੰਦਾ ਸ਼ੁਰੂ ਤਾਂ ਓਬਵੀਅਸਲੀ ਇਕਨੋਮਿਜ਼ਮ ਤੋਂ ਹੀ ਹੋਊਗਾ। ਉਹ ਕਦੇ ਸ਼ੇਪ ਕਿਉਂ ਨਹੀਂ ਲੈ ਪਾਉਂਦੇ ਤੁਹਾਡੇ ਕਿਸੇ ਵੱਡੇ ਪੋਲੀਟੀਕਲ ਆਈਡੀਆ ਜਾਂ ਵੱਡੇ ਪੋਲੀਟੀਕਲ ਕੁਐਸਚਨ ਕਿਉਂ ਨਹੀਂ ਬਣ ਪਾਉਂਦੇ ਜਾਂ ਲਾਰਜਰ ਪੋਲੀਟੀਕਲ ਮੂਵਮੈਂਟ ਉਹਨਾਂ ਦੀ ਕਿਉਂ ਨਹੀਂ ਬਣ ਪਾਉਂਦੀ? ਨਹੀਂ ਦੇਖੋ ਉਹ ਤਾਂ ਖੜੋਤ ਇਸ ਕਰਕੇ ਮੈਂ ਕਹਿੰਦਾ ਮੰਨ ਲਓ ਕਿਸਾਨ ਅੰਦੋਲਨ ਵੀ ਹੋਈ ਇਕਨੋਮਿਕ ਮੰਗਾਂ ਸੀ ਹੋ ਗਿਆ ਉਹ 'ਚ ਥੋੜ੍ਹੀ ਬਹੁਤੀ ਜਾਗਰੂਕਤਾ ਹੋਈ ਲੋਕ ਆਪਦੇ ਕੰਮੀ ਲੱਗ ਜਾਣਗੇ। ਮੈਂ ਕਹਿੰਦਾ ਇਸੇ ਗੱਲ ਨੂੰ ਦੇਖਣ ਦਾ ਫਰਕ ਹੈ ਮੇਰੀ ਗੱਲ ਸੁਣੋ ਨਾ ਇਸ ਗੱਲ ਨੂੰ ਦੇਖਣ ਦਾ ਫਰਕ ਹੈ। ਮੈਂ ਕਹਿੰਦਾ ਵੀ ਕੋਈ ਕਹਿ ਰਿਹਾ ਹੋਊਗਾ ਕਿਸਾਨ ਸੰਘਰਸ਼ ਤੋਂ ਪਹਿਲਾਂ ਮੈਂ ਕਹਿੰਦਾ ਕਿਸਾਨ ਸੰਘਰਸ਼ ਤੋਂ ਪਹਿਲਾਂ ਦੇ 20 ਸਾਲ ਪੰਜਾਬ ਦੇ ਦੇਖੋ ਜਦੋਂ ਮੈਂ ਅਕਸਰ ਉਹਦੇ ਬਾਰੇ ਲਿਖਦਾ ਵੀ ਹਾਂ ਮੈਂ ਮਤਲਬ ਲੇਖ ਵੀ ਲਿਖੇ ਨੇ ਵੀ ਜਦੋਂ ਬਜ਼ੁਰਗ ਝੰਡਾ ਲੈ ਕੇ ਜਾਂਦੇ ਸੀ ਜਦੋਂ ਮਤਲਬ ਪਿੰਡ ਦੇ ਅੰਦਰ ਕਰਜ਼ੇ ਦੀ ਮਾਫੀ ਵਾਸਤੇ ਉਹਨੂੰ ਆਇਆਂ ਨੂੰ ਮਜ਼ਾਕ ਕਰਦੇ ਸੀ ਵੀ ਤੁਹਾਡਾ ਕਰਜ਼ਾ ਮਾਫ ਹੋ ਗਿਆ। ਪੰਜਾਬ ਦੇ ਅੰਦਰ ਇੰਨੀਆਂ ਸਟਰਗਲਾਂ ਹੋਈਆਂ ਜਿਹੜੀਆਂ ਕਿਸੇ ਦੇ ਨੋਟਿਸ 'ਚ ਨਹੀਂ ਸੀ। ਨੋਟਿਸ ਦਾ ਮਤਲਬ ਸਾਡੇ ਪੱਤਰਕਾਰਾਂ ਦੇ ਮੇਨ ਸਟ੍ਰੀਮ ਦੇ ਜਾਂ ਸਾਡੇ ਮੀਡੀਆ ਦੇ ਉਹ ਗਿਣੀਆਂ ਨਹੀਂ ਸੀ ਜਾ ਰਹੀਆਂ ਪਰ ਉਹ ਕੁਝ ਵਾਪਰ ਰਿਹਾ ਸੀ ਪੰਜਾਬ 'ਚ ਜੇ ਉਹ ਨਾ ਹੋਈਆਂ ਹੁੰਦੀਆਂ ਕਿਸਾਨ ਸੰਘਰਸ਼ ਨਹੀਂ ਸੀ ਹੋ ਸਕਦਾ। ਅੱਛਾ ਹੁਣ ਕਿਸਾਨ ਸੰਘਰਸ਼ ਹੈ ਕੋਈ ਇਹਨੂੰ ਐਬਸੋਲੂਟਲੀ ਰੱਦ ਕਰ ਦੂਗਾ ਵੀ ਇਹ ਤਾਂ ਪੋਲੀਟੀਕਲ ਨਹੀਂ ਹੈ ਆਏ ਨਹੀਂ ਹੈ ਉਹਦੇ ਵਿੱਚ ਪੋਲੀਟੀਕਲ ਇਸ਼ੂ ਇਨਵੋਲਵ ਨੇ। ਇਹ ਠੀਕ ਹੈ ਵੀ ਉਹ ਕਿਸਾਨ ਸੰਘਰਸ਼ ਰਾਜ ਸੱਤਾ ਦੀ ਤਬਦੀਲੀ ਦਾ ਸੰਘਰਸ਼ ਨਹੀਂ ਬਣਿਆ ਪਰ ਉਹਨੇ ਇੱਕ ਪੋਲੀਟੀਕਲ ਚੇਤਨਾ ਦਿੱਤੀ ਹੈ। ਉਹਨੇ ਇੰਡੀਅਨ ਸਟੇਟ ਇੰਡੀਅਨ ਗਵਰਨਮੈਂਟ ਤੇ WTO ਇਹਦੀ ਗੱਠਜੋੜ ਨੂੰ ਲੋਕਾਂ ਸਾਹਮਣੇ ਐਕਸਪੋਜ਼ ਕੀਤਾ। ਉਹਨੇ ਲੋਕਾਂ ਸਾਹਮਣੇ ਇੰਪੀਰੀਅਲਿਸਟ ਪਾਲਿਸੀਆਂ ਨਿਊ ਇਕਨੋਮਿਕ ਜਿਹੜੇ ਰਿਫਾਰਮ ਨੇ ਪਾਲਿਸੀਜ਼ ਦੇ ਰਿਫਾਰਮ ਨੇ ਉਹਨਾਂ ਨੂੰ ਐਕਸਪੋਜ਼ ਕੀਤਾ। ਇਹ ਪੋਲੀਟੀਕਲ ਕੌਨਸ਼ੀਅਸਨੈਸ ਹੀ ਹੈ। ਇਹ ਗੱਲ ਠੀਕ ਹੈ ਵੀ ਜਿਵੇਂ ਲੋਕ ਅਸੀਂ ਕਿਆਸਦੇ ਹੁੰਦੇ ਹਾਂ ਜਿਸ ਰਫਤਾਰ ਨਾਲ ਅਸੀਂ ਕਿਆਸਦੇ ਹਾਂ ਜਿਸ ਜਿਹਨੂੰ ਅਸੀਂ ਕਹਿੰਦੇ ਹਾਂ ਸਿਫਤ ਬਦਲ ਜੇ ਇੱਕਦਮ ਉਹ ਰਫਤਾਰ ਨਹੀਂ ਹੈ ਉਹਦੀ ਤੇਜ਼ੀ ਨਾਲ ਨਹੀਂ ਹੈ ਪਰ ਉਹ ਚੀਜ਼ਾਂ ਲੋਕਾਂ ਦੀ ਚੇਤਨਾ ਦੇ ਵਿੱਚ ਆਈਆਂ ਤੇ ਇਹ ਚੀਜ਼ ਨਾ ਫਰਦਰ ਜਿਹੜੀਆਂ ਪੋਲੀਟੀਕਲ ਡਿਵੈਲਪਮੈਂਟ ਆ ਲੋਕਾਂ ਦੀ ਪੋਲੀਟੀਕਲ ਚੇਤਨਾ ਦਾ ਵਿਕਾਸ ਆ ਉਹਦੇ ਵਾਸਤੇ ਬੇਸਿਸ ਬਣਨਗੀਆਂ। ਜਿੱਥੋਂ ਤੱਕ ਸਵਾਲ ਹੈ ਵੀ ਚਾਈਨਾ ਦਾ ਜਾਂ ਦੂਜੀਆਂ ਥਾਵਾਂ ਤੇ ਹੋਇਆ ਇੰਡੀਆ ਵਿੱਚ ਨਹੀਂ ਹੋਇਆ ਇਹਦੇ ਮੈਂ ਤੁਹਾਨੂੰ ਜਿਹੜਾ ਕਿਹਾ ਸੀ ਵੀ ਇੱਕ ਇੰਟਰਵਿਊ ਦੇ ਵਿੱਚ ਸਾਰੇ ਸਵਾਲ ਸੰਭਵ ਨਹੀਂ ਉਹਦੇ ਵਿੱਚ ਵੱਡੀਆਂ ਗੱਲਾਂ ਇਉਂ ਨੇ ਜਿਵੇਂ ਫਾਰ ਐਗਜ਼ਾਮਪਲ ਇੱਕ ਗੱਲ ਕਹਿਣਾ ਵੀ ਰਸ਼ੀਆ ਚਾਈਨਾ ਦੇ ਰੈਵੋਲੂਸ਼ਨ ਤੋਂ ਬਾਅਦ ਵਰਲਡ ਇੰਪੀਰੀਅਲਿਜ਼ਮ ਨੇ ਸੰਸਾਰ ਸਾਮਰਾਜਵਾਦ ਨੇ ਸੰਸਾਰ ਦੇ ਪੂੰਜੀਵਾਦ ਨੇ 20 ਤਜਰਬਾ ਹਾਸਲ ਕੀਤਾ। ਇਕੱਲੇ ਲੋਕਾਂ ਨੇ ਤਾਂ ਨਹੀਂ ਹਾਸਲ ਕੀਤਾ ਉਹਨਾਂ ਨੇ ਵੀ ਹਾਸਲ ਕੀਤਾ ਵੀ ਇਨਕਲਾਬਾਂ ਨੂੰ ਢਾਹ ਕਿਵੇਂ ਲਾਉਣੀ ਹੈ ਇਨਕਲਾਬ ਰੋਲਣੇ ਕਿਵੇਂ ਨੇ ਤੇ ਉੱਠਦੀਆਂ ਲਹਿਰਾਂ ਨੂੰ ਲੀਹੋਂ ਕਿਵੇਂ ਲਾਉਣਾ ਇਹ ਉਹਨਾਂ ਨੇ ਵੀ ਹਾਸਲ ਕੀਤਾ ਤੇ ਉਹ ਮੁੜ ਕੇ ਲਾਗੂ ਹੋਇਆ ਉਹ ਲਾਗੂ ਭਾਰਤ 'ਚ ਵੀ ਹੋਇਆ। ਉਹਨਾਂ ਨੇ 80s ਤੋਂ ਲੈ ਕੇ ਇੱਥੇ ਫਿਰਕਾਪ੍ਰਸਤੀ ਦੀ ਵਰਤੋਂ ਕਿਵੇਂ ਹੋਈ ਹੈ ਜਿਹੜੀ ਖਾਸ ਕਰਕੇ ਜਿਹੜੀ ਇੰਡੀਆ ਦੇ ਵਿੱਚ ਬਾਬਰੀ ਮਸਜਿਦ ਦੇ ਦਰਵਾਜ਼ੇ ਖੋਲ੍ਹਣ ਤੋਂ ਲੈ ਕੇ ਜੋ ਸਾਰਾ ਕੁਝ ਵਾਪਰਿਆ ਤੇ ਨਾ ਸਿਰਫ ਇੱਥੇ ਥਾਈਲੈਂਡ ਦੇ ਅੰਦਰ ਆਪਣੇ ਫਿਲਪਾਈਨਸ ਦੇ ਅੰਦਰ ਸਾਰੇ ਮੁਲਕਾਂ ਦੇ ਅੰਦਰ। ਫਿਰ ਆਪਾਂ ਉਹਨਾਂ ਤੇ ਸੁੱਟ ਕੇ ਫਿਰ ਤੁਹਾਡੀ ਪੋਲਿਟਿਕਸ ਕੀ ਹੈਗੀ ਉਹ ਤਾਂ ਕਰਨਗੇ ਉਹ ਤਾਂ ਤੁਸੀਂ ਵੀ ਪੋਲਿਟਿਕਸ ਕਰ ਰਹੇ ਹੋ ਅਗਲੇ ਵੀ ਰਾਜਨੀਤੀ ਕਰ ਰਹੇ ਨੇ ਮੈਂ ਤਾਂ ਕਹਿ ਰਿਹਾ ਤੁਹਾਡੀ ਕਾਊਂਟਰ ਪੋਲਿਟਿਕਸ ਕੀ ਆ ਕਾਊਂਟਰ ਪੋਲਿਟਿਕਸ ਮੈਂ ਤਾਂ ਇਹੀ ਕਹਿ ਰਿਹਾ ਵੀ ਵਰਲਡ ਇੰਪੀਰੀਅਲਿਜ਼ਮ ਨੇ ਵੀ ਉਹ ਚੀਜ਼ ਸਿੱਖੀ ਉਹਦਾ ਤੋੜ ਇੰਡੀਆ ਦੀ ਕਮਿਊਨਿਸਟ ਮੂਵਮੈਂਟ ਲੱਭ ਰਹੀ ਹੈ ਉਹਦੇ ਨਾਲ ਭਿੜ ਰਹੀ ਹੈ। ਕੋਈ ਕਹਿ ਸਕਦਾ ਵੀ 60 ਸਾਲਾਂ 'ਚ ਨਹੀਂ ਲੱਭਿਆ ਗਿਆ ਹਾਂ ਨਹੀਂ ਲੱਭਿਆ ਗਿਆ ਪਰ ਲੱਭਣਾ ਜਾਰੀ ਰੱਖਾਂਗੇ ਲੱਭਣਾ ਛੱਡਦੇ ਨਹੀਂ ਕਿਉਂਕਿ ਲੋਕਾਂ ਦੀ ਲੋੜ ਹੈ ਇਹ ਸਾਡੀ ਲੋੜ ਨਹੀਂ ਲੋਕਾਂ ਦੀ ਲੋੜ ਹੈ ਤੇ ਲੋਕ ਇਤਿਹਾਸ ਨੂੰ ਬਦਲਣ ਵਾਸਤੇ ਆਪ ਦਾ ਇੰਸਟਰੂਮੈਂਟ ਘੜਦੇ ਰਹਿਣਗੇ। ਉਹ ਇੰਸਟਰੂਮੈਂਟ ਜਿਹੜੀ ਲੋਕਾਂ ਦੀ ਪਾਰਟੀ ਲੋਕਾਂ ਦੀ ਕਲਾਸ ਸਟਰਗਲ ਉਹ ਇੰਸਟਰੂਮੈਂਟ ਹੈ ਉਹ ਇੰਸਟਰੂਮੈਂਟ ਲੋਕਾਂ ਦੀ ਲੋੜ ਹੈ ਜੋ ਅੱਜ ਨਾ ਘੜ ਸਕਣਗੇ ਕੱਲ੍ਹ ਨੂੰ ਘੜ ਲੈਣਗੇ। ਸਾਡਾ ਇਸ ਗੱਲ 'ਚ ਭਰੋਸਾ ਹੈ। ਤੇ ਤੁਹਾਡਾ ਨੱਪ ਵੇਲ ਕਿ ਨਹੀਂ ਰੱਖਿਆ? ਇਹ ਮੇਰੇ ਪਾਪਾ ਨੇ ਰੱਖਿਆ ਮਾਂ ਨਾਵਲ ਪੜ੍ਹ ਕੇ ਹਾਂ ਤਾਂ ਕਿ ਜਿਹੜਾ ਲਾਂਭਾ ਦਿੱਤਾ ਜਾਂਦਾ ਪੰਜਾਬ ਦੇ ਕਾਮਰੇਡਾਂ ਨੂੰ ਵੀ ਇਹਦਾ ਆਪਦੇ ਜਵਾਕ ਬਾਹਰ ਭੇਜ ਦਿੱਤੇ ਜਾਂਦੇ ਆ ਮੇਰੇ ਪਾਪਾ ਨੇ ਘੱਟੋ ਘੱਟ ਉਹ ਲਾਂਭਾ ਨਹੀਂ ਲਿਆ ਵੀ ਉਹ ਇੱਥੇ ਹੀ ਰਹਾਂਗੇ ਰੈਵੋਲੂਸ਼ਨ ਕਰਾਂਗੇ ਜੋ ਵੀ ਮਨੁੱਖਤਾ ਦੀ ਬਿਹਤਰੀ ਵਾਸਤੇ ਲੋਕਾਂ ਦੀ ਬਿਹਤਰੀ ਵਾਸਤੇ ਜੋ ਆਪਦਾ ਮੈਕਸੀਮਮ ਲਾਇਆ ਜਾ ਸਕਦਾ ਉਹ ਲਾਵਾਂਗੇ। ਇਸ ਉਮੀਦ ਨਾਲ ਨਾ ਰੱਖਿਆ ਤੇ ਆਪਾਂ ਕੋਸ਼ਿਸ਼ ਕਰ ਰਹੇ ਹਾਂ ਵੀ ਉਹ ਨਾਂ ਤੇ ਪੁੱਗ ਸਕੀਏ।
ਧੰਨਵਾਦ ਤੁਹਾਡਾ, ਬਹੁਤ ਧੰਨਵਾਦ ਸਾਡੇ ਨਾਲ ਗੱਲਬਾਤ ਕਰਨ ਲਈ। ਧੰਨਵਾਦ ਜੀ, ਬਹੁਤ ਬਹੁਤ। ਤਾਂ ਇਹ ਸਨ ਪਵੇਲ ਕੁੱਸਾ, ਜਿਹੜੇ ਆਸਮੰਦ ਨੇ, ਜਿਹੜੇ ਕਹਿ ਰਹੇ ਆ ਲੋੜ ਸਾਡੀ ਨਹੀਂ, ਲੋੜ ਲੋਕਾਂ ਦੀ ਹੈ, ਤੇ ਲੋਕ ਅੱਜ ਨਹੀਂ ਤਾਂ ਕੱਲ੍ਹ ਇਹਨਾਂ ਸਾਰੇ ਸਵਾਲਾਂ 'ਤੇ ਇਕਜੁੱਟ ਹੋਣਗੇ, ਲੜਨਗੇ, ਸੰਘਰਸ਼ ਕਰਨਗੇ ਤੇ ਜਿੱਤਣਗੇ।